is important to understand though कि निर्लेपता ਜਿਹੜੀ ਹੈ ਉਹ ਹੈ ਕਿ ਅੰਦਰ ਮਾਇਆ ਵਿੱਚ ਰਹਿ ਕੇ ਵੀ ਨਹੀਂ ਰਹਿਣਾ you know just imagine ਕੋਈ ਗੰਦਗੀ 'ਚ ਰਹਿ ਰਿਹਾ ਹੋਵੇ ਕੋਈ ਬਹੁਤ ਗੰਦ ਹੋਵੇ ਤੇ ਗੰਦਗੀ 'ਚ ਰਵੇ ਲੇਕਿਨ ਉਹਨੂੰ ਨਾ ਗੰਦਗੀ ਲੱਗੇ you know ਉਹ ਮੈਲ ਵਿੱਚ ਰਵੇ ਲੇਕਿਨ ਉਸ ਨੂੰ ਮੈਲ ਨਾ ਲੱਗੇ ਇਹ if you can imagine somebody can do that you know ਕਿ ਮੈਲ ਵਿੱਚ ਰਵੇ ਹਰ ਚੀਜ਼ ਵਿੱਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਉਹਦੇ ਨਾਲ ਟਿਮਕ ਰਹੇ ਹੋਵਣ ਸਾਰੀ ਜਗ੍ਹਾ ਲੇਕਿਨ ਉਹਨੂੰ ਕੋਈ ਇਫੈਕਟ ਨਾ ਹੋਵੇ ਕੋਈ ਉਸਦੇ ਉੱਤੇ ਕੋਈ ਉਹਦਾ ਕੋਈ ਇਫੈਕਟ ਨਾ ਹੋਵੇ ਯੂ نو ਸੋ ਉਹ ਨਿਰਲੇਪਤਾ ਹੈ ਸੋ ਲੈਟ ਮੀ ਜਸਟ ਗਿਵ ਯੂ ਦਿਸ ਸ਼ਾਰਟ ਸਿਨਾਪਸਿਸ ਦੋ ਕਿ ਇੱਕ ਤੇ ਨਿਰਲੇਪ ਹੈ ਇੱਕ ਨਿਰਦੋਖ ਹੈ ਇੱਕ ਦ੍ਰਿਸ਼ ਸਮਾਨ ਹੈ ਤਿੰਨ ਕੁਆਲਿਟੀਜ਼ ਹੁਣ ਤੱਕ ਡਿਸਕਸ ਕੀਤੀਆਂ ਨੇ ਹੁਣ ਤੱਕ ਇਹਦੇ ਇੱਕ ਨਿਰਲੇਪਤਾ ਦਾ ਇਸ਼ੂ ਹੈ ਕਿ ਨਿਰਲੇਪ ਹੈ ਉਹ ਹਾਂਜੀ ਮੈਲ ਵਿੱਚ ਰਹਿ ਕੇ ਵੀ ਨਹੀਂ ਮੈਲਾ ਹੁੰਦਾ ਕਮਲ ਦੇ ਫੁੱਲ ਦੀ ਤਰ੍ਹਾਂ ਨਾ ਗੰਦੇ ਤੋਂ ਗੰਦੇ ਤਲਾਬ ਵਿੱਚ ਵੀ ਹੋਵੇ ਉਹ ਪਾਣੀ ਜਿਹੜਾ ਹੈ ਉਸ ਫੁੱਲ ਦੇ ਉੱਤੇ ਨਹੀਂ ਆਉਂਦਾ ਯੂ نو ਨੰਬਰ 1 ਨੰਬਰ 2 ਨਿਰਦੋਖ ਹੈ ਉਹਦੇ ਵਿੱਚ ਕੋਈ ਦੋਖ ਨਹੀਂ ਹੈ ਕੋਈ ਪਾਪ ਨਹੀਂ ਹੈ ਸਾਰਿਆਂ ਦੇ ਪਾਪਾਂ ਨੂੰ ਜਿਹੜਾ ਵਾਰਮਥ ਜਿਹੜੀ ਹੈ ਸਾਰੇ ਨੂੰ ਸੁਕਾਉਣ ਦੀ ਹਿੰਮਤ ਰੱਖਦਾ ਹੈ ਪਾਪਾਂ ਦੀ ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਹੈ ਲੇਕਿਨ ਆਪ ਨਿਰਦੋਖ ਹੈ ਯੂ نو ਉਸੇ ਤਰ੍ਹਾਂ ਦੇ ਦ੍ਰਿਸ਼ ਸਮਾਨ ਹੈ ਕਿਉਂਕਿ ਨਿਰਦੋਖ ਹੈ ਇਸ ਵਾਸਤੇ ਦ੍ਰਿਸ਼ ਸਮਾਨ ਹੈ ਸਾਰਿਆਂ ਜੋ ਇੱਕੋ ਨਜ਼ਰ 'ਚ ਦਿਖਦਾ ਹੈ ਸਾਰਿਆਂ ਨੂੰ ਹਾਂਜੀ ਤੇ ਦ੍ਰਿਸ਼ ਸਮਾਨ ਹੋਣ ਕਰਕੇ जैसे राज रंग को लागे तुल पवान ते ब्रह्म ज्ञानी के फिर धीरज बड़ा है धीरज की है व्हाट इज धीरज इज दी एबिलिटी टू पेशेंस ਜਿਹੜੀ ਹੈ ਨਾ ਜਿਹੜੀ ਲੌਂਗ ਟਰਮ ਪੇਸ਼ੈਂਸ ਜਿਹੜੀ ਹੈ ਉਹ ਬਹੁਤ ਚਾਹੀਦੀ ਹੈ ਧਰਮ ਦੇ ਰਸਤੇ ਵਿੱਚ ਬੜਾ ਧੀਰਜ ਚਾਹੀਦਾ ਬਹੁਤ ਜ਼ਿਆਦਾ ਕੀਰਤਨ ਸਿੱਖਦਾ ਬੰਦਾ ਕਈ ਵਾਰੀ ਔਖੀਆਂ ਰੀਤਾਂ ਆ ਜਾਂਦੀਆਂ ਨਹੀਂ ਸੁਰ ਲੱਗਦੇ ਠੀਕ ਕੋਈ ਪ੍ਰੋਬਲਮ ਆ ਜਾਂਦੀ ਹੈ ਤੇ ਜੇ ਕੋਈ ਧੀਰਜ ਨਾ ਹੋਵੇ ਉਹਦੇ 'ਚ ਕਿ ਮੈਨੂੰ ਫਟੋਫਟ ਕਰਨਾ ਜੇ ਕੰਮ ਹੈ 2 ਮਹੀਨਿਆਂ 'ਚ ਸਾਰਾ ਕੁਝ ਸਿੱਖ ਲੈਣਾ ਹੈ ਤੇ ਉਹ ਇਸ ਰਸਤੇ ਦਾ ਫਿਰ ਉਹ ਮੁਸ਼ਕਿਲ ਹੈ ਉਸ ਬੰਦੇ ਵਾਸਤੇ ਬਹੁਤ ਧੀਰਜ ਚਾਹੀਦਾ ਹੈ ਬੜੀ ਪੇਸ਼ੈਂਸ ਚਾਹੀਦੀ ਹੈ you know in order to be a good teacher also you know I have seen that myself when I teach you know ਅਗਰ ਤੁਹਾਡੇ ਵਿੱਚ ਧੀਰਜ ਨਾ ਹੋਵੇ ਕਈ ਵਾਰੀ ਬੰਦਾ ਇੱਕ ਕੁਐਸਚਨ 10 ਵਾਰੀ ਪੁੱਛਦਾ ਉਸ ਤੇ ਤੁਹਾਡੇ ਧੀਰਜ ਹੋਣਾ ਚਾਹੀਦਾ ਕਿ ਤੁਸੀਂ ਉਸ ਚੀਜ਼ ਨੂੰ 10 ਵਾਰੀ ਸਮਝਾ ਚੁੱਕੋ you know ਤੁਹਾਨੂੰ ਧੀਰਜ ਬਹੁਤ ਇੰਪੋਰਟੈਂਟ ਹੈ ਇਸ ਰਸਤੇ ਵਿੱਚ ਧੀਰਜ ਦੇ ਨਾਲ ਇੱਕ ਹੋਰ ਗੱਲ ਪੈਦਾ ਹੁੰਦੀ ਹੈ ਕਿ ਇੱਕ ਆਸ ਬੰਦੀ ਹੈ ਬੜੀ ਜੇ ਅੱਜ ਨਹੀਂ ਸਮਝ ਆ ਰਹੀ ਤੇ ਕੱਲ ਆ ਜਾਏ ਕਿ ਬੰਦਾ ਬਾਰ-ਬਾਰ ਅਰਦਾਸ ਕਰਦਾ ਉਹਦੇ ਉੱਤੇ ਧੀਰਜ ਜਿਹੜਾ ਵੈ ਧੈर्य ਜਿਹਨੂੰ ਕਹਿੰਦੇ ਹਨ ਬਹੁਤ ਕ੍ਰਿਟੀਕਲ ਕੁਆਲਿਟੀ ਹੈ ਬ੍ਰਹਮ ਗਿਆਨੀ ਦੀ ਤੇ ਧੀਰਜ ਬ੍ਰਹਮ ਗਿਆਨੀ ਕੇ ਧੀਰਜ ਇੱਕ ਜੋ ਬਸੁਦਾ ਕੋ ਖੋਦੇ ਕੋ ਚੰਦਨ ਲੇਪ ਜਿਸ ਤਰ੍ਹਾਂ ਧਰਤੀ ਦੇ ਉੱਤੇ ਕੋਈ ਜੰਪ ਕਰੇ ਉਹਦੇ ਉੱਤੇ ਉਹਨੂੰ ਖੋਦ ਲਵੇ ਜਾਂ ਉਹਦੇ ਉੱਤੇ ਚੰਦਨ ਦਾ ਲੇਪ ਲਗਾ ਲਵੇ ਜਾਂ ਉਹ ਧਰਤੀ ਵਿਚਾਰੀ ਕੁਝ ਨਹੀਂ ਕਹਿੰਦੀ ਹੈ ਹਾਂਜੀ ਕਿੰਨਾ ਅਬਿਊਜ਼ ਕਰਦੇ ਆ ਅਸੀਂ ਮਦਰ ਅਰਥ ਨੂੰ ਯੂ نو ਵਿਚਾਰੀ ਫਿਰ ਵੀ ਖਾਣ ਪੀਣ ਵਾਸਤੇ ਦੇ ਦਿੰਦੀ ਹੈ ਸਾਰਾ ਕੁਝ ਕਦੀ ਇਹ ਨਹੀਂ ਕਿਹਾ ਕਿ ਹੁਣ ਬੀਜ ਜੇ ਬੋਗ ਨਾ ਅਗਲੀ ਵਾਰੀ ਮੇਰਾ ਖਿਆਲ ਨਹੀਂ ਕਰਦੇ ਤੁਸੀਂ ਤੇ ਹੁਣ ਮੈਂ ਫਸਲ ਨਹੀਂ ਤਿਆਰ ਕਰਨੀ ਇਸ ਵਾਰੀ ਅੰਦਰੋਂ ਕੁਝ ਨਹੀਂ ਆਣਾ ਇਹੋ ਜਿਹੀ ਗੱਲ ਨਹੀਂ ਹੈ ਹਾਂਜੀ ਮਾਂ ਦੇ ਹਿਰਦੇ ਵਰਗਾ ਹੈ ਜਿਸ ਤਰ੍ਹਾਂ ਮਰਜ਼ੀ ਸੰਤਾਨ ਜੋ ਮਰਜ਼ੀ ਕਰੇ ਮਾਂ ਦਾ ਹਿਰਦਾ ਇਹੋ ਜਿਹਾ ਹੈ ਕਿ ਹਮੇਸ਼ਾ ਮਾਫ ਕਰਨ ਵਾਲੀ ਹੈ ਉਸੇ ਤਰ੍ਹਾਂ ਵਸੁਧਾ ਜਾਂ ਧਰਤੀ ਵੀ ਹਮੇ ਜਿਹੜਾ ਨਾ ਉਹ ਵੀ ਇਸੇ ਵਾਸਤੇ ਪੌਣ ਗੁਰੂ ਪਾਣੀ ਦੇ ਵਿੱਚ ਉਹਨੂੰ ਮਾਤਾ ਧਰਤ ਮਹਤ ਕਿਹਾ ਹੈ ਉੱਥੇ ਤੇ ਮਾਤਾ ਧਰਤ ਮਹਤ ਦੇ ਮਤਲਬ ਹੈ ਕਿ ਵੱਡੀ ਉੱਚੀ ਹੈ ਇਹਦੀ ਅਵਸਥਾ ਤੂੰ ਵੀ ਆਪਣੀ ਜ਼ਿੰਦਗੀ ਦੇ ਅੰਦਰ ਮਾਤਾ ਧਰਤ ਮਹਤ ਵਰਗਾ ਧੀਰਜ ਪੈਦਾ ਕਰ ਧੀਰਜ ਬੜਾ ਕ੍ਰਿਟੀਕਲ ਹੈ ਸੋ ਧੀਰਜ ਤੂੰ ਲੈਟਸ ਕਾਊਂਟ ਦ ਕੁਆਲਿਟੀ ਸੋ ਫਾਰ ਨਿਰਲੇਪ ਹੈ ਨਿਰਦੋਖ ਹੈ दृश्य समान है धीरज बड़ा है जो बसदा को खोजे को चंदन लेप प्रे ब्रह्म ज्ञानी का इहो गुणाओ नानक जो पावक का सहज स्वभाव ब्रह्म ज्ञानी दे ये सारे गुण ब्रह्म ज्ञानी हैं ब्रह्म ज्ञानी दे गुण हैं उसी तरह पावक मने अग दा सहज स्वभाव अग दा एक स्वभाव बड़ा वड्डा स्वभाव है कि ਜਦੋਂ ਗਰਮਾਇਸ਼ ਦਿੰਦੀ ਹੈ ਜਦੋਂ ਵਾਰਮਥ ਦਿੰਦੀ ਹੈ ਤੇ ਚਾਹੇ ਕਿਸੇ ਚੀਜ਼ ਨੂੰ ਸਾੜਦੀ ਹੋਵੇ ਚਾਹੇ ਗੰਦਗੀ ਨੂੰ ਸਾੜਦੀ ਹੋਵੇ ਕਿਸੇ ਚੀਜ਼ ਨੂੰ ਸਾੜਦਿਆਂ ਹੋਏ ਵੀ ਅੱਗ ਦਾ ਰੂਪ ਨਹੀਂ ਬਦਲਦਾ ਅੱਗ ਰਹਿੰਦੀ ਹੈ ਅੱਗ ਵਿੱਚ ਪਵਿੱਤਰ ਹੈ ਫਾਇਰ ਇਜ਼ ਸਟਿਲ ਫਾਇਰ ਇਟ ਕੈਨ ਬਰਨ ਥਰੂ ਦ ਫੋਰੈਸਟ ਇਟ ਕੈਨ ਬਰਨ ਥਰੂ ਹਾਊਸਸ ਇਟ ਕੈਨ ਬਰਨ ਥਰੂ ਐਵਰੀਥਿੰਗ ਬਟ ਇਨ ਦ ਫਾਇਰ ਦਾ ਆਪਣਾ ਰੂਪ ਬਦਲਦਾ ਨਹੀਂ ਹੈ ਫਾਇਰ ਰਹਿੰਦੀ ਹੈ ਉਹ ਸਹਿਜ ਅਵਸਥਾ ਵਿੱਚ ਹਰ ਜਗ੍ਹਾ ਵਾਰਮਥ ਪਹੁੰਚਾਉਂਦੀ ਹੈ ਸੂਰਜ ਦੀ ਰੋਸ਼ਨੀ ਵੀ ਤੇ ਫਾਇਰ ਵੀ
ਲੇਕਿਨ ਆਪਣੇ ਆਪ ਵਿੱਚ ਫਾਇਰ ਦਾ ਰੂਪ ਬਦਲਦਾ ਨਹੀਂ ਹੈ, ਉਹ ਬਿਲਕੁਲ ਪਵਿੱਤਰ ਰਹਿੰਦੀ ਹੈ, ਸਹਿਜ ਅਵਸਥਾ 'ਚ ਰਹਿੰਦੀ ਹੈ, ਉਹਦੇ ਕੋਈ ਰੂਪ 'ਚ ਫਰਕ ਨਹੀਂ ਪੈਂਦਾ। ਇਹ ਨਹੀਂ ਹੈ ਕਿ ਕਿਸੇ ਗੰਦਗੀ ਵਿੱਚ ਗਈ ਹੈ ਜਾਂ ਗੰਦ ਵਿੱਚ ਸਾੜਿਆ ਹੈ ਜਾਂ ਕਿਧਰੇ ਹੋਰ ਗਈ ਹੈ ਤਾਂ ਉਹਦਾ ਸੁਭਾਵ ਬਦਲ ਗਿਆ ਜਾਂ ਉਹਦਾ ਰੰਗ ਬਦਲ ਗਿਆ, ਉਹ ਜੀ ਕੋਈ ਗੱਲ ਨਹੀਂ। ਸੋ ਹੁਣ ਮੈਂ ਨੈਕਸਟ ਕੁਐਸਚਨ ਮੇਰਾ ਇਹ ਹੈ ਕਿ ਇਹ ਜਿਹੜੇ ਗੁਣ ਜਿਹੜੇ ਦੱਸੇ ਨੇ ਨਿਰਲੇਪਤਾ ਵਾਲਾ, ਨਿਰਦੋਖ ਵਾਲਾ, जैसे राज्य रंग को लागे तुल्पवान, धीरज वाला, एक गुणाओं वाला, एक सहज स्वभाव पावक वाला, ਇਹ ਗੁਣ ਦਾ, ਇਹ ਗੁਣ ਕਿਉਂ ਕਹਿ ਰਹੇ ਹਨ ਇੱਥੇ? ਕੀ ਹੈ ਰੀਜ਼ਨ ਕਹਿਣ ਦਾ ਇੱਥੇ? ਇੱਕ ਗੁਣਾਂ ਦਾ ਸਾਡੀ ਜ਼ਿੰਦਗੀ 'ਚ ਕੀ ਮਤਲਬ ਹੈ ਇੱਥੇ? ਕਿਸਾ ਰਿਲੇਟ ਕਰਾਂਗੇ ਇਸ ਅਸ਼ਪਦੀ ਨੂੰ ਡੇਲੀ ਲਾਈਫ ਦੇ ਨਾਲ? I'll wait for a few seconds and can somebody like otherwise I'll call upon people if nobody does that. I want people to participate that कि how does this relate to what we do? How does it relate to what I would prefer कि कोई नॉन्स LA ਦੀ ਸੰਗਤ ਵਿੱਚੋਂ ਕੋਈ ਜਿਹੜੇ KCF ਨਹੀਂ ਆਉਂਦੇ ਉਹਨਾਂ ਵਿੱਚੋਂ ਕੋਈ ਪਾਰਟਿਸਿਪੇਟ ਕਰੇ, ਨਹੀਂ ਤੇ then people who locally come will also welcome to participate। ਹਾਂਜੀ, ਕੀ ਹੋ ਰਿਹਾ ਜੀ ਇੱਥੇ? ਕਿਉਂ ਇਹ ਗੁਣ ਜਿਹੜੇ ਹਨ ਜਿਹੜੇ ਬ੍ਰਹਮ ਗਿਆਨੀ ਵਾਲੇ, how does that relate to us? Virji, is for contrasting our life with a Brahmgyani, with the average person. That is absolutely right, but take it a further step, Virji. ਥੋੜਾ ਜਿਹਾ ਆਪਣੀ ਸੁਰਤ ਨੂੰ ਹੋਰ ਉੱਚਾ ਕਰ ਲਵੋ, ਕੰਟਰਾਸਟਿੰਗ ਤੋਂ ਵੀ ਅੱਗੇ ਚਲੇ ਜਾਓ ਹੋਰ, not just contrast but ਪ੍ਰੀਤ ਜੀ ਤੁਸੀਂ ਦੱਸੋ। So I think multiple things. One is we talked about identifying ki kon hai ne. Two is I think the effort to obtain that, to be able to get there ourselves at some point. Ki that should be the target for us. Thank you. Target ਹੈ ਤੁਹਾਡਾ, ਇਹ target ਕਿਉਂ ਹੈ ਲੇਕਿਨ ਪ੍ਰੀਤ ਜੀ? ਕੀ ਹੁੰਦਾ ਜੇ ਨਾ ਬੰਦਾ ਨਿਰਲੇਪ ਹੋਵੇ, ਜੇ ਨਾ ਬੰਦਾ ਨਿਰਦੋਖ ਹੋਵੇ, ਜੇ ਨਾ ਦ੍ਰਿਸ਼ ਸਮਾਨ ਹੋਵੇ, ਜੇ ਧੀਰਜ ਨਾ ਹੋਵੇ ਤਾਂ ਕਿਹੜੀ ਗੱਲ ਹੈ? ਹੁਣ ਤੱਕ ਤੇ ਜਿੰਦੇ ਹੀ ਪਏ ਨਾ ਬਗੈਰ ਉਹਦੇ, ਕੀ ਹੋ ਜਾਏਗਾ ਜੇ ਮਿਲ ਜਾਣਗੇ? what is what my question। ਨਾ ਹੋਵੇ, ਇਹ ਗੁਣ ਨਾ ਆਉਣ ਮੇਰੇ ਕੋਲ ਅਗਰ, ਤੇ ਕੀ ਹੋ ਜਾਏਗਾ? So what? I mean, let's take it a step further। ਹਾਂਜੀ, somebody else wants to participate. I want it to be a more participating class, you know, not just me speaking all the time। ਹਾਂਜੀ, ਜੇ ਨਾ ਗੁਣ ਆਏ, ਹਾਂਜੀ ਉਹ ਕੀ ਕਹਿ ਰਹੇ? ਬਿਨਾ ਬ੍ਰਹਮ ਦਾ ਗਿਆਨ ਨਹੀਂ ਹੋ ਸਕਦਾ। ਹਾਂ, ਇਸ ਤੋਂ ਬਿਨਾ ਬ੍ਰਹਮ ਦਾ ਗਿਆਨ ਨਹੀਂ ਹੋ ਸਕਦਾ, ਤੇ ਉਹ ਗਿਆਨ ਜੇ ਨਾ ਮਿਲਿਆ ਬ੍ਰਹਮ ਦਾ, ਜਾਂ ਉਸ ਤੋਂ ਮੈਂ ਅਗਰ ਉਸ ਤੋਂ ਅਗਲਾ ਸਟੈਪ ਲੈ ਲਵਾਂ ਤੇ ਜੇ ਇਹ ਕੁਆਲਿਟੀਜ਼ ਨਾ ਆਉਣ ਤੇ ਕੀ ਹੁੰਦਾ ਹੈ? ਖਾਲੀ ਬ੍ਰਹਮ ਦਾ ਗਿਆਨ ਨਹੀਂ ਮਿਲਦਾ, ਹੋਰ ਇੱਕ ਬੜੀਆਂ ਦਿੱਕਤਾਂ ਆਉਂਦੀਆਂ ਜੇ ਇਹ ਕੁਆਲਿਟੀਜ਼ ਨਾ ਹੋਣ ਕੋਲ। ਤੇ ਕਿਹੜੀਆਂ ਦਿੱਕਤਾਂ? ਸਾਡੀ ਪਰਸਨਲ ਡਿਵੈਲਪਮੈਂਟ ਨਹੀਂ ਹੋ ਪਾਏਗੀ। they will not be I'm sorry, I think lot of people have their phones actually। Paramjit Virji can help me out though, whoever। Okay, so let Virji, you're muted। Hanji, no, I'm okay now, so yeah। So somebody was if our ultimate goal is to merge with divine, and right. I understand that the divine is inside us actually, but right. we have not completely assimilated. So if our ultimate goal is to be with that, then we have to be like that divine। Thank you। Bottom line ਇਹ ਹੈ ਕਿ ਜਿਹਦੇ ਨਾਲ ਦੋਸਤੀ ਕਰਨੀ ਹੋਵੇ, ਜਿਹਦੇ ਨਾਲ ਪਿਆਰ ਪਾਣਾ ਹੋਵੇ, ਉਹ ਪਿਆਰ ਤਾਂ ਹੀ ਬਣ ਸਕਦਾ ਹੈ ਜਦੋਂ ਸੁਭਾਵ ਸਿਮਿਲਰ ਹੋਵਣ ਤਾਂ। ਹਾਂਜੀ, ਤੇ ਜੇ ਪ੍ਰਮਾਤਮਾ ਦਾ ਸੁਭਾਵ ਨਿਰਲੇਪਤਾ ਹੈ, ਜੇ ਪ੍ਰਮਾਤਮਾ ਦਾ ਸੁਭਾਵ ਨਿਰਦੋਖਤਾ ਹੈ, ਜੇ ਪ੍ਰਮਾਤਮਾ ਦਾ ਸੁਭਾਵ ਦ੍ਰਿਸ਼ ਸਮਾਨ ਹੈ, ਤੇ ਤੁਸੀਂ ਚਾਹੁੰਦੇ ਹੋ ਮੇਰਾ ਪਿਆਰ ਉਸ ਕਰਤਾ ਪੁਰਖ ਨਾਲ ਬਣੇ, ਉਸ ਪ੍ਰਮਾਤਮਾ ਨਾਲ ਬਣੇ, ਮੇਰੀ ਪ੍ਰੇਮਾ ਭਗਤੀ ਉਹਦੇ ਨਾਲ ਬਣ ਆਵੇ। ਤੇ ਕੈਨ ਯੂ ਇਮੈਜਿਨ ਟੂ ਫਰੈਂਡਸ A ਔਰ B ਫਰੈਂਡਸ ਹੋਵਣ ਤੇ A ਦੀਆਂ ਪਸੰਦ B ਨਾਲੋਂ ਬਿਲਕੁਲ ਵੱਖ ਹੋਵਣ ਅਗਰ, ਯੂ ਨੋ A likes to play golf and B likes to play basketball, ਤਾਂ ਕਿੰਝ ਗੱਲ ਬਣੇਗੀ ਫਿਰ? ਯੂ ਨੋ ਉਹ ਕਿੱਥੇ ਮਿਲਣਗੇ? A ਨੂੰ ਕੀਰਤਨ ਬੜਾ ਪਸੰਦ ਹੈ, B ਹਮੇਸ਼ਾ ਮੂਵੀਜ਼ ਦੇਖਣਾ ਚਾਹੁੰਦਾ। ਹਾਂਜੀ, ਉਹ ਕਹਿੰਦਾ ਮੈਂ ਕੀਰਤਨ ਕਰਾਂ 10 ਘੰਟੇ, ਉਹ B ਕਹਿੰਦਾ ਨਹੀਂ ਯਾਰ ਟੀਵੀ ਦੇ ਅੱਗੇ ਬੈਠ ਕੇ we can watch some movies, we don't want to do that। ਪੜੋ ਕਿੰਝ ਦੋਸਤੀ ਬਣੇਗੀ ਉਹਨਾਂ ਦੀ?
how will they come closer, ਕਿਸ ਤਰ੍ਹਾਂ ਉਹਨਾਂ ਦੀ commonality ਕਿੰਜ ਜਨਰੇਟ ਹੋਏਗੀ ਉੱਥੇ। ਉਸ commonality ਨੂੰ ਜਨਰੇਟ ਕਰਨ ਵਾਸਤੇ ਇੰਟਰਸਟ ਇੱਕੋ ਜਿਹੇ ਚਾਹੀਦੇ ਹਨ। Let me take you back to Japji di Pehli Podi, which is, I think, a very critical concept here to define that, because we just don't want to discuss Sukhmani the way it's written. We know what it means, but we've got to go deeper into it and have a deeper understanding and how it relates to our daily life. What is Guru trying to do here? Let's look at Japji di Podi. ਤੇ ਪਹਿਲੇ ਬੜੀਆਂ ਐਗਜ਼ਾਮਪਲ ਆਈ ਹੈ ਜੀ, ਭੁੱਖਿਆਂ ਭੁੱਖ ਨਾ ਉਤਰੀ ਦੀ ਐਗਜ਼ਾਮਪਲ ਆਈ ਹੈ ਜੀ, ਚੁੱਪੇ ਚੁੱਪ ਨਾ ਹੋਵੇ ਜੀ ਐਗਜ਼ਾਮਪਲ ਆਈ ਹੈ। ਜੇ ਭੁੱਖੇ ਰਹਿ ਵੀ ਗਏ ਅਗਰ, ਜੇ ਨਹੀਂ ਕੁਝ ਖਾਦਾ, ਸਾਲੋਂ ਬਰ ਸਾਲ ਨਹੀਂ ਖਾਦਾ ਕੁਝ, ਤਾਂ ਕੀ ਹੋ ਗਿਆ? ਕੋਈ ਪ੍ਰਮਾਤਮਾ ਤੇਰੇ ਕੋਲ ਦਰ ਤੇ ਨਹੀਂ ਪਹੁੰਚਣ ਵਾਲਾ ਜੇ ਤੂੰ ਵਰਤ ਰੱਖ ਲੈ ਬਾਰ-ਬਾਰ, ਤੇ ਕੀ ਹੋ ਜਾਏਗਾ ਫਿਰ? ਤੇ ਜੇ ਵਰਤ ਨਹੀਂ ਵੀ ਰੱਖੇ ਤੇ ਤੇਰੀਆਂ ਮਟੀਰੀਅਲ ਚੀਜ਼ਾਂ ਜਿਹੜੀਆਂ ਬੰਨਾ ਪੁਰੀਆਂ ਭਾਰ ਵੀ ਹੋ ਜਾਣ, ਤੇ ਤੈਨੂੰ ਜੇ ਇਤਨੀਆਂ ਚੀਜ਼ਾਂ ਤੈਨੂੰ ਮਿਲ ਵੀ ਜਾਣ, ਤੈਨੂੰ ਵੀ ਕੋਈ ਸੈਟੀਸਫੈਕਸ਼ਨ ਨਹੀਂ ਆਣੀ ਉਹਦੇ ਨਾਲ। ਤੇ ਜੇ ਚੁੱਪ ਵੀ ਰਹਿ ਜਾਏ ਤੂੰ, ਤੇ ਚੁੱਪ ਰਹਿਣ ਨਾਲ, ਮੌਨ ਧਾਰਨ ਕਰਨ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ। 2-3 ਐਗਜ਼ਾਮਪਲ ਹੋਰ ਦਿੰਦੇ ਹਨ, ਤੇ ਸਿਆਣਪਾਂ ਦੀ ਐਗਜ਼ਾਮਪਲ ਵੀ ਦਿੱਤੀ ਹੈ। ਜੇ ਬਹੁਤ ਪੜ੍ਹਿਆ ਲਿਖਿਆ ਵੀ ਹੋ ਜਾਵੇਂ ਤੂੰ, ਇਤਨੀਆਂ ਸਿਆਣਪਾਂ ਤੇਰੇ ਕੋਲ ਆ ਜਾਣ ਨਾਲ ਕਿ ਤੂੰ ਸਭ ਤੋਂ ਵੱਡਾ ਸਿਆਣਾ ਹੋ ਜਾਵੇ, ਤਾਂ ਵੀ ਕੋਈ ਤੇਰੇ ਕੋਈ ਟੁੱਟਣ ਵਾਲਾ ਨਹੀਂ ਹੈ। ਤੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ। ਤੂੰ ਉਹ ਹੁੰਦੀ ਹੈ ਤਾਂ ਜਦੋਂ ਹੁਕਮ ਦੀ ਰਜ਼ਾ ਵਿੱਚ ਚੱਲਦਾ ਹੈ। ਤੇ ਹੁਕਮ ਕੀ ਹੈ ਉਸਦਾ? ਉਹਦਾ ਆਰਡਰ ਕੀ ਹੈ? ਉਹਦਾ ਆਰਡਰ ਹੈ ਉਹਦਾ ਸੁਭਾਵ, ਉਹਦੀ ਮੈਨੀਫੈਸਟੇਸ਼ਨ। ਹੁਕਮ ਦੀ ਕੀ ਹੈ? ਹੁਕਮ ਇੱਕ ਤੇ ਲੋਅਰ ਲੈਵਲ ਦੀ ਡੈਫੀਨੇਸ਼ਨ ਹੈ ਕਿ ਜਿਸ ਤਰ੍ਹਾਂ ਹੁਕਮ ਹੋਇਆ ਉਸ ਤਰ੍ਹਾਂ ਚੱਲੇ, ਹਾਂਜੀ, ਲਿਟਰਲ ਮੀਨਿੰਗ ਉਹ ਹੈ, ਲੇਕਿਨ ਉਹਦਾ ਡੀਪਰ ਮੀਨਿੰਗ ਵੀ ਹੈ ਬੜੇ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰੀ ਸੰਥਿਆ ਦੇ ਪਹਿਲੀ ਵੋਲਿਊਮ ਵਿੱਚ ਇਸ ਗੱਲ ਨੂੰ ਖੋਲਦੇ ਹਨ, ਜਪਜੀ ਦੀਆਂ ਉਸ ਪੌੜੀ ਦੀ ਵਿਆਖਿਆ ਵਿੱਚ। ਤੇ ਬਾਕੀ ਆਥਰਸ ਨੇ ਵੀ ਬੜਾ ਉਹਦੇ ਉੱਤੇ ਬੜਾ ਫੋਕਸ ਕੀਤਾ ਹੈ। ਪ੍ਰਿੰਸੀਪਲ ਤੇਜਾ ਸਿੰਘਰਾਂ ਦੀ ਟੀਕੇ ਵਿੱਚ, ਭਾਵ ਪ੍ਰਕਾਸ਼ਨੀ ਟੀਕਾ ਜਿਹੜਾ ਜਪਜੀ ਸਾਹਿਬ ਦਾ ਹੈ, ਜਿਹਨੇ ਨਹੀਂ ਪੜ੍ਹਿਆ ਜ਼ਰੂਰ ਪੜ੍ਹਿਓ। ਉਸ ਟੀਕੇ ਵਿੱਚ ਹੀ ਭਾਈ ਸਾਹਿਬ ਖੋਲਦੇ ਹਨ ਇਸ ਗੱਲ ਨੂੰ। ਹੁਕਮ ਰਜਾਈ ਚੱਲਣਾ ਕੀ ਹੈ? ਹੁਕਮ ਰਜਾਈ ਚੱਲਣਾ ਹੈ ਕਿ ਆਪਣੇ ਪ੍ਰੀਤਮ ਦੇ, ਆਪਣੇ ਪ੍ਰਮਾਤਮਾ ਦੇ ਸੁਭਾਵ ਨੂੰ ਪਹਿਚਾਨਣਾ। ਹਾਂਜੀ, ਉਹ ਸੁਭਾਵ ਕੀ ਹੈ ਉਸਦਾ, ਉਹ ਕਿਹਨੂੰ ਕੀ ਪਸੰਦ ਹੈ ਉਸਨੂੰ। ਹਾਂਜੀ, ਜਿਹੜਾ ਉਹਦਾ ਸੁਭਾਵ ਹੋਵੇ, ਉਸ ਸੁਭਾਵ ਨੂੰ ਉਹ ਅਪਣਾ ਕੇ ਤੇ ਉਹ ਜਾ ਬਣ ਜਾਵੇ, ਤਾਂ ਦੋਸਤੀ ਹੁੰਦੀ ਹੈ ਕਿਸੇ ਨਾਲ। ਤੇ ਇਹ ਖਾਲੀ spiritual ਰਸਤੇ ਤੇ ਨਹੀਂ ਹੈ ਖਾਲੀ, this is not just valid in the spiritual realm of life ਵਿੱਚ ਨਹੀਂ ਹੈ ਵਾਲੀ ਗੱਲ, ਇਹ ਹਰ realm of life ਵਿੱਚ ਹੈ। ਤੁਸੀਂ ਆਪਣੇ ਵਰਕ ਲਾਈਫ ਨੂੰ ਲੈ ਲਓ। ਹਾਂਜੀ, let's not go very far, we all are working adults, ਤੇ ਜੇ ਤੁਹਾਡਾ ਬਾਸ ਕਹੇ ਜੀ I don't like to get things done this way, I would like to get it done this way, and you say no, I don't want to. He tells you to come at 8 sharp every morning and be here until 5 or something. To say, no, I'm not going to come at 8. I'm going to come at 10 o'clock or 9:30, Then what's going to happen, we all know, Oh, kahe inj kar, to say kahe main nahi karna. A student hove kidre, let's say there is a 9th grader who's going to high school. The student kahe chemistry di class hove, to kahe nahi hai flane chapter pad ke aa, ਇਹ ਫਲਾਣੇ ਐਕਸਰਸਾਈਜ਼ਸ ਕਰਕੇ ਆਓ ਜੀ, ਤੁਸੀਂ ਜੋ ਵੀ ਕਰਨਾ। ਉਹ ਕਹੇ ਜੀ ਮੈਂ ਨਹੀਂ ਕਰਨੀ ਇਹ ਗੱਲ, ਮੈਂ ਆਪਣਾ ਗੱਲ ਕਰਨੀ ਹੈ ਕੋਈ, ਤੁਸੀਂ ਉਹ ਕਰਨਾ ਤੇ ਕਰੋ ਫਿਰ, ਲੇਕਿਨ I am not going to bother with that. I have my own agenda. ਤੁਹਾਡਾ ਏਜੰਡਾ ਅਲੱਗ ਹੈ, ਮੇਰਾ ਏਜੰਡਾ ਅਲੱਗ ਹੈ। Well, that's fine. Then you're going to end up with an F in the class or a C in the class or something. You're not going to get a good grade in that class. ਤੇ ਹੂ ਬਹੂ ਇਹ ਗੱਲ ਸਪਿਰਿਚੁਅਲ ਰੀਮ ਆਫ ਲਾਈਫ ਵਿੱਚ ਵੀ ਹੈ, ਕੋਈ ਫਰਕ ਤਾਂ ਨਹੀਂ ਹੈ ਉੱਥੇ। ਹੁਕਮ ਰਜਾਈ ਚੱਲਣਾ ਹੈ ਕੀ ਹੈ? ਹੁਕਮ ਰਜਾਈ ਚੱਲਣਾ, if you can imagine a straight line, let's say I draw a straight line, ਤੇ ਤੁਹਾਡੀ ਲਾਈਨ ਕਿਧਰੇ ਅਲੱਗ ਹੋਵੇ, ਉਹ ਸਟ੍ਰੇਟ ਲਾਈਨ ਪ੍ਰਮਾਤਮਾ ਦਾ ਪ੍ਰਭਾਵ ਹੋਵੇ, ਤੁਹਾਡੀ ਲਾਈਨ ਅਲੱਗ ਹੋਵੇ ਕਿਧਰੇ, ਉਹ ਕਹਿੰਦਾ ਧੀਰਜ ਰੱਖ, ਤੁਹਾਡੇ ਧੀਰਜ ਨਹੀਂ। ਉਹ ਕਹਿੰਦੇ ਜੀ ਦ੍ਰਿਸ਼ ਸਮਾਨ ਕਰ ਲੈ, ਕਹਿੰਦੇ ਨਹੀਂ ਉਹ ਨਹੀਂ ਕਰ ਸਕਦਾ, ਕਿਉਂਕਿ ਮੇਰੇ ਸਾਹਮਣੇ ਅਗਰ ਕੋਈ ਬਹੁਤ ਵੱਡਾ ਇੰਪੋਰਟੈਂਟ ਬੰਦਾ ਆਏਗਾ, ਕੋਈ ਗੁਰਦੁਆਰੇ ਦਾ ਪ੍ਰੈਜ਼ੀਡੈਂਟ ਹੋਵੇ ਜਾਂ ਅਮੀਰ ਬੰਦਾ ਹੋਵੇ ਜਾਂ ਬੜਾ ਇਨਫਲੂਐਂਸ਼ੀਅਲ ਬੰਦਾ ਹੋਵੇ, ਉਸ ਨੂੰ ਮੈਂ ਤਾਂ ਡੈਫੀਨਿਟਲੀ ਟ੍ਰੀਟ ਬੈਟਰ ਕਰਨਾ ਹੈ ਦੈਨ ਸਮਬਡੀ ਹੂ ਇਜ਼ ਨੋਵੇਅਰ, ਉਸਸੇ ਮੈਂ ਸੇਮ ਟ੍ਰੀਟ ਨਹੀਂ ਕਰ ਸਕਦਾ ਜੀ ਦੂਸਰੇ ਨੂੰ। No matter what it is, if I see a Muslim or if I see a Hindu or if I see a Jewish person or whatever, if I see a colored person or whatever, my eyes are not going to look at that person the same way as I look at somebody else. I'm going to be treating people differently. Well, then you can do it.
ਬਟ ਤੁਹਾਡੀ ਦੋਸਤੀ ਨਹੀਂ ਹੋਣ ਲੱਗੀ ਪ੍ਰਮਾਤਮਾ ਨਾਲ, ਫਿਰ ਯਾਰੀ ਨਹੀਂ ਬਣੇਗੀ ਉੱਥੇ। ਤੁਸੀਂ ਕਹੋ ਕਿ ਮੇਰੀ ਯਾਰੀ ਬਣ ਜਾਏਗੀ ਉਹਦੇ ਨਾਲ, ਮੇਰੀ ਦੋਸਤੀ ਹੋ ਜਾਏਗੀ, ਮੇਰੇ ਪ੍ਰੇਮਾ ਭਗਤੀ ਦਾ ਭਾਵ ਵਧੇਗਾ ਉਹਦੇ ਨਾਲ, ਕ੍ਰੀਏਟਰ ਨਾਲ ਮੇਰੀ ਰਿਲੇਸ਼ਨਸ਼ਿਪ ਐਸਟੈਬਲਿਸ਼ ਹੋਏਗੀ, ਉਹ ਨਹੀਂ ਹੋਣ ਵਾਲਾ। ਤੁਸੀਂ ਕਰੋ ਫਿਰ ਆਪਣਾ ਕੰਮ, ਫਿਰ ਉਹ ਆਪਣੀ ਲਾਈਨ ਤੇ ਚੱਲਦਾ ਪਿਆ, ਤੁਸੀਂ ਆਪਣੀ ਲਾਈਨ ਤੇ ਚੱਲਦੇ ਪਏ ਹੋ। ਸਿਆਣੇ ਉਹ ਹੁੰਦੇ ਨੇ, ਹੁਕਮ ਰਜਾਈ ਉਹ ਹੁੰਦੇ ਨੇ ਜਿਹੜੀ ਆਪਣੀ ਲਾਈਨ ਨੂੰ ਬਦਲ ਕੇ ਉਸ ਲਾਈਨ ਚ ਰਲ ਜਾਂਦੇ ਨੇ, ਜਿਹੜੇ ਮਰਜ ਕਰ ਲੈਂਦੇ ਨੇ ਆਪਣੇ ਆਪ ਨੂੰ ਉਸ ਲਾਈਨ ਵਿੱਚ, ਆਪਣੀ ਮਰਜ਼ੀਆਂ ਨੂੰ ਖਤਮ ਕਰਕੇ ਥੱਲੇ ਗੁਰੂ ਦੀ ਮਰਜ਼ੀਆਂ ਅਡਾਪਟ ਕਰਦੇ ਨੇ, ਜਿਹੜੀ ਆਪਣੀ ਥਾਟ ਪ੍ਰੋਸੈਸ ਨੂੰ ਗੁਰੂ ਦੀ ਥਾਟ ਪ੍ਰੋਸੈਸ ਵਿੱਚ ਮਰਜ ਕਰ ਲੈਂਦੇ ਨੇ, ਆਪਣੀ ਮਰਜ਼ੀ ਨਹੀਂ ਕਰਦੇ ਹੋ। ਕਿਉਂ? ਇਸ ਵਾਸਤੇ ਕਿਉਂਕਿ ਉਹ ਸਮਝਦੇ ਹਨ ਇਸ ਗੱਲ ਨੂੰ ਕਿ ਜੇ ਮੈਂ ਇਹ ਨਾ ਅਡਾਪਟ ਕੀਤਾ ਇਹ ਗੱਲਾਂ ਤੇ ਮੇਰੀ ਯਾਰੀ ਦੋਸਤੀ ਨਹੀਂ ਬਣ ਪਾਏਗੀ, ਮੇਰੀ ਪ੍ਰਮਾਤਮਾ ਨਾਲ ਬਣ ਨਹੀਂ ਆਣੀ, ਇਹਦੇ ਨਾਲ ਮੇਰੀ ਫਰੈਂਡਸ਼ਿਪ ਨਹੀਂ ਕ੍ਰੀਏਟ ਹੋ ਸਕਦੀ ਇੱਥੇ। ਔਰ ਜੇ ਮੇਰੀ ਫਰੈਂਡਸ਼ਿਪ ਨਾ ਕ੍ਰੀਏਟ ਹੋਈ ਤੇ ਮੇਰੀ ਪ੍ਰੇਮਾ ਭਗਤੀ ਵਾਲਾ ਕਨਸੈਪਟ ਫੇਲ ਹੋ ਜਾਏਗਾ ਮੇਰਾ। ਮੈਂ ਕਿੰਜ ਪ੍ਰੇਮ ਕਰਾਂਗਾ ਉਹਦੇ ਨਾਲ, ਮੈਂ ਕਿੰਜ ਦੋਸਤੀ ਕਰਾਂਗਾ ਮੈਂ ਉਹਦੇ ਨਾਲ, ਕਿੰਜ ਯਾਰੀ ਪਾਵਾਂਗਾ ਉਹਦੇ ਨਾਲ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕੀਰਤਨ ਸਿੱਖੋ ਤੇ ਕੀਰਤਨ ਕਰੋ ਤੇ ਸਿਖਾਓ, ਕੀਰਤਨ ਰਾਹੀਂ ਸਭ ਕੁਝ ਪਾਇਆ। ਅਗਲਾ ਕਹੇ ਜੀ ਮੇਰੇ ਕੋਲ ਟਾਈਮ ਹੀ ਨਹੀਂ ਹੈ ਜੀ, ਮੇਰੇ ਕੋਲ ਹਰ ਚੀਜ਼ ਦਾ ਟਾਈਮ ਹੈ ਬਟ ਕੀਰਤਨ ਸਿੱਖਣ ਦਾ ਨਹੀਂ ਹੈ ਟਾਈਮ ਜੀ। ਉਹ ਕਹਿੰਦੇ ਹਨ ਸੱਚ ਦੇ ਰਸਤੇ ਤੇ ਚੱਲ, ਉਹ ਕਹਿੰਦੇ ਹਨ ਜੀ ਮੈਂ ਸੱਚ ਨਹੀਂ, ਕਦੀ ਝੂਠ ਬੋਲਾਂਗਾ ਕਦੀ ਸੱਚ ਬੋਲਾਂਗਾ, ਇਹ ਮੇਰੇ ਕੋਲ ਨਹੀਂ ਹੋਣਾ ਜੀ। ਉਹ ਕਹਿੰਦੇ ਨੇ ਪੰਜ ਕਕਾਰਾਂ ਦਾ ਧਾਰਨੀ ਬਣ ਅੰਮ੍ਰਿਤ ਛਕ ਗਏ ਜੀ, ਨਹੀਂ ਮੈਂ ਸੋਚਾਂਗਾ ਜੀ ਇਹਦੇ ਬਾਰੇ, ਤੁਸੀਂ ਕਿਹਾ ਤੇ ਠੀਕ ਹੈ ਲੇਕਿਨ I'm going to think about it. I'm not sold on this one yet, you know. ਮੈਂ ਨਹੀਂ ਮੰਨਣ ਨੂੰ ਤਿਆਰ ਇਸ ਗੱਲ ਨੂੰ, ਮੈਂ ਉਹਦੇ ਤੁਹਾਡੇ ਹੁਕਮ ਨੂੰ ਮੰਨ ਨਹੀਂ ਸਕਦਾ। ਹਾਲਾਂਕਿ ਤੁਹਾਨੂੰ ਚੰਗੀਆਂ ਲੱਗਦੀਆਂ ਚੀਜ਼ਾਂ, ਇਹ ਤੁਸੀਂ ਕਹਿੰਦੇ ਹੋ ਇਹ ਚੀਜ਼ਾਂ ਮੈਂ ਕਰਾਂ, ਪਰ ਮੇਰਾ ਮਨ ਨਹੀਂ ਮੰਨਦਾ ਹਾਲੇ। But that's an issue then. No, that's a big issue. But that issue ਖਾਲੀ ਸਪਿਰਚੁਅਲ ਰਸਤੇ ਤੇ ਇਸ਼ੂ ਨਹੀਂ ਹੈ, ਹਰ ਜਗ੍ਹਾ ਇਸ਼ੂ ਹੈ ਵਾਲਾ। ਆਮ ਫਰੈਂਡਸ਼ਿਪ ਵਿੱਚ ਇਸ਼ੂ ਹੈ, ਮੈਂ ਕਹਿੰਦਾ ਹਸਬੈਂਡ ਵਾਈਫ ਵਿੱਚ ਇਸ਼ੂ ਹੋ ਜਾਂਦੇ ਨੇ ਵਾਲੇ। ਜੇ ਅਲਟੀਮੇਟਲੀ ਦੋ ਸਪਾਊਸਸ, ਇੱਕ ਸਪਾਊਸ ਨੂੰ ਦੂਸਰੇ ਸਪਾਊਸ ਦੀ ਗੱਲ ਨਾ ਪਸੰਦ ਆਵੇ ਤੇ ਉਹ ਸਪਾਊਸ ਉਹੀ ਗੱਲ ਕਰੀ ਜਾਏ in order to annoy somebody, well there may come a point though where the other person says, you know what, I'm done, I'm finished, I can't take this anymore, I'm finished, I'm done, I'm going to leave, or whatever it is, you know, you figure it out what you want to do. ਇਹ ਹਰ ਜਗ੍ਹਾ ਹੈ ਇਹ ਚੀਜ਼। ਤੇ ਬਾਣੀ, ਥੈਂਕ ਗॉड ਅਸੀਂ ਸਿੱਖ ਘਰਾਣੇ ਚ ਪੈਦਾ ਹੋਏ ਆ, ਸਾਨੂੰ ਕਿਧਰੇ ਬਾਹਰ ਜਾਣ ਦੀ ਲੋੜ ਹੀ ਨਹੀਂ ਹੈ ਕਿ ਪ੍ਰਮਾਤਮਾ ਦਾ ਸੁਭਾਅ ਕਿਹੋ ਜਿਹਾ ਹੈ, ਉਹਨੂੰ ਕੀ ਪਸੰਦ ਹੈ ਉਸਨੂੰ। ਸਾਡੇ ਵਾਸਤੇ ਕੀ ਹੁਕਮ ਹੈ, ਸਾਨੂੰ ਤੇ ਕੋਈ ਉਹਦੇ ਚ ਕੋਈ ਹੈ ਹੀ ਨਹੀਂ ਨਾ, ਕੋਈ ਦਿੱਕਤ ਹੀ ਨਹੀਂ ਹੈ ਨਾ ਸਮਝਣ ਚ। ਕੋਈ ਬਾਕੀਆਂ ਨੂੰ ਹੋਏਗੀ ਦਿੱਕਤ ਵੀ ਹੁਕਮ ਕੀ ਹੈ ਉਹਦਾ, ਉਹ ਕੀ ਚਾਹੁੰਦਾ ਹੈ ਸਾਡੇ ਕੋਲੋਂ, ਯੂ نو ਕਿਉਂ ਜੇ ਅਸੀਂ ਬਣੀਏ ਜੀ, ਅਸੀਂ what kind of person does he। ਦੂਸਰਿਆਂ ਨੂੰ ਹੋਏਗੀ ਪ੍ਰੋਬਲਮ, ਦੂਸਰੇ ਧਰਮਾਂ ਵਿੱਚ ਕਿਸੇ ਨੂੰ ਹੋਏਗੀ, ਇਸ ਨੂੰ ਕਲੈਰਿਟੀ ਨਾ ਹੋ ਸਕੇ ਉਸ, ਸਾਨੂੰ ਤੇ ਕੋਈ ਦਿੱਕਤ ਹੀ ਨਹੀਂ ਹੈ ਨਾ ਕੋਈ ਇਸ ਬਾਰੇ, ਸਾਨੂੰ ਕਲੈਰਿਟੀ ਹੈ ਬਿਲਕੁਲ ਕਿ ਉਹ ਕਿਹੋ ਜਿਹਾ ਸਿੱਖ ਚਾਹੁੰਦਾ ਹੈ, ਉਹ ਕਿਹੋ ਜਿਹਾ ਸੁਭਾਅ ਚਾਹੁੰਦਾ ਹੈ ਤੁਹਾਡੇ ਕੋਲ, ਹਾਂਜੀ ਕਿਹੋ ਜਿਹੀ ਲਾਈਫ ਸਟਾਈਲ ਚਾਹੁੰਦਾ ਹੈ ਤੁਹਾਡੇ ਕੋਲ। ਤੇ ਬਾਕੀ ਗੱਲ ਮੈਂ ਕਹਿ ਦਿਆਂ ਕਿ ਜੇ ਸੁਖਮਨੀ ਦੀ ਨੌਲੇਜ ਸਿਰਫ ਗਿਆਨ ਪ੍ਰਾਪਤੀ ਵਾਸਤੇ ਕਰਨੀ ਹੈ ਖਾਲੀ, all you want to do is understand these lines and not bother to do what it says, then I'm afraid ki this is then it becomes a pure academic discussion. ਤੁਹਾਡੀ ਲਾਈਫ ਵਿੱਚ ਕੁਝ ਬਦਲਾਵ ਨਹੀਂ ਆਣੇ, ਤੁਹਾਡੀ ਲਾਈਫ ਵਿੱਚ ਕੋਈ ਚੇਂਜਸ ਨਹੀਂ ਆਣਗੀਆਂ, ਨਾ ਆਨੰਦ ਆਏਗਾ, ਨਾ ਠਹਿਰਾਵ ਆਏਗਾ, ਨਾ ਪ੍ਰਮਾਤਮਾ ਨਾਲ ਲਗਾਵ ਪੈਦਾ ਹੋਏਗਾ, ਨਾ ਮਨ ਵਿੱਚ ਕੋਈ ਅੰਦਰੋਂ ਕੋਈ ਵਿਰਾਗ ਦੀ ਭਾਵਨਾ ਪੈਦਾ ਹੋਏਗੀ ਪ੍ਰਮਾਤਮਾ ਮਿਲਣ ਦੇ ਉੱਤੇ। ਤੇ ਜੇ ਇਹ ਅਡਾਪਟ ਕਰੋਗੇ, ਜੇ ਇਸ ਚੀਜ਼ਾਂ ਨੂੰ ਸੀਰੀਅਸ ਤੋਂ, ਬਾਣੀ ਪੜ੍ਹਨ ਦਾ ਮਤਲਬ ਹੀ ਇਹੀ ਹੈ ਕਿ ਕਿਸੇ ਵੀ ਤਰੀਕੇ ਨਾਲ ਇੱਕ ਦੇ ਉਹਦੀ ਹੁਕਮ ਦੀ ਸਮਝ ਆਏ ਵੀ ਉਹ ਕਿਸ ਚੀਜ਼ ਤੋਂ ਖੁਸ਼ ਹੁੰਦਾ ਹੈ। ਜਿਹੜੀ ਚੀਜ਼ ਤੋਂ ਖੁਸ਼ ਹੁੰਦਾ ਹੈ ਨਾ, ਮੈਂ ਉਹ ਕਰਨ ਨੂੰ ਤਿਆਰ ਹੈ। ਮੇਰੇ ਗੁਰੂ ਤੁਸੀਂ ਮੈਨੂੰ ਦੱਸੋ ਤੇ ਸਹੀ, ਤੁਸੀਂ ਕਿਹੜੀ ਚੀਜ਼ ਤੇ ਖੁਸ਼ ਹੁੰਦੇ ਹੋ। ਜੇ ਮੈਂ ਨਿਰਦੋਖ ਬਣ ਜਾਵਾਂ ਤੁਹਾਨੂੰ ਖੁਸ਼ੀ ਹੈ ਇਸ ਬਾਰੇ, ਜੇ ਮੈਂ ਨਿਰਲੇਪ ਬਣ ਜਾਵਾਂ ਤੁਹਾਨੂੰ ਖੁਸ਼ੀ ਹੋਏਗੀ ਇਸ ਬਾਰੇ, ਜੇ ਮੈਂ ਆਪਣੀ ਦ੍ਰਿਸ਼ ਸਮਾਨ ਕਰ ਲਵਾਂ, ਜੇ ਪਾਵਕ ਦਾ ਸਹਿਜ ਸੁਭਾਅ ਵਾਲੀ ਅਵਸਥਾ ਪ੍ਰਾਪਤ ਕਰ ਲਵਾਂ ਜਾਂ ਕੋਸ਼ਿਸ਼ ਕਰਾਂ ਕਰਨ ਨੂੰ, ਤੁਸੀਂ ਮੇਰੇ ਤੇ ਖੁਸ਼ ਹੋ ਜਾਓਗੇ, ਤੁਹਾਡੀ ਮੇਰੀ ਬਣ ਆਏਗੀ, ਮੇਰੀ ਤੁਹਾਡੀ। ਤੇ ਜੇ ਬਣ ਆਏਗੀ ਤੇ ਮੈਂ ਫਿਰ ਸਭ ਕੁਝ ਕਰਨ ਨੂੰ ਤਿਆਰ ਹਾਂ। ਮੇਰੇ ਗੁਰੂ, ਮੈਂ ਤੁਹਾਡੇ ਹੱਥ ਹਾਂ, ਜੋ ਤੁਸੀਂ ਜਿਸ ਤਰ੍ਹਾਂ ਤੁਸੀਂ ਕਰੋਗੇ ਮੈਂ ਉਂਝ ਕਰਨ ਨੂੰ ਤਿਆਰ ਹਾਂ।
The reason I'm saying all this stuff is ਕਿਉਂਕਿ ਬ੍ਰਹਮ ਗਿਆਨੀ ਵਾਲੀ ਅਸ਼ਪਦੀ ਵਿੱਚ I think ਇਸ ਤੋਂ better ਹੋਰ ਕਿਧਰੇ ਪ੍ਰਮਾਤਮਾ ਦੇ ਗੁਣ ਆਏ ਹੀ ਨਹੀਂ ਕਿਧਰੇ ਹੋਰ ਇਸ ਤੋਂ better ਇਸ ਅਸ਼ਪਦੀ ਤੋਂ ਜ਼ਿਆਦਾ। ਇਹ ਇੱਕ ਹਿਡਨ ਜਿਹਾ ਮੈਸੇਜ ਹੈ ਅੰਦਰ ਕਿ ਦੇਖ ਬ੍ਰਹਮ ਗਿਆਨੀ ਦੀ ਜ਼ਿੰਦਗੀ ਨੂੰ ਦੇਖ ਲੈ ਤੂੰ, ਉਹ ਆਪ ਪਰਮੇਸ਼ਰ ਰੂਪ ਹੈ। ਅੱਗੇ ਜਾ ਕੇ ਵਰਡ ਆਏ ਹਨ ਬ੍ਰਹਮ ਗਿਆਨੀ ਆਪ ਪਰਮੇਸ਼ਰ, 2 ਵਾਰੀ ਆਏ ਨੇ ਅੱਗੇ ਜਾ ਕੇ ਵਰਡ। ਇੱਥੇ ਤੱਕ ਵਰਡ ਆਏ ਹਨ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ੁਰ, ਇਹ ਵੀ ਵਰਡ ਆਏ। ਸ਼ਿਵ ਜੀ ਵਰਗੇ ਜਿਹੜੇ ਦੇਵਤਾ ਮੰਨੇ ਜਾਂਦੇ ਹਨ ਹਿੰਦੂਆਂ ਦੇ, ਉਹ ਵੀ ਤੈਨੂੰ ਢੂੰਡਦੇ ਹਨ ਬ੍ਰਹਮ ਗਿਆਨੀਆਂ ਨੂੰ। ਤੇ ਆਪਣੀ ਜ਼ਿੰਦਗੀ ਨੂੰ ਢਾਲ ਲੈ ਤੂੰ, ਦੇਖ ਤੈਨੂੰ ਕੁਆਲਿਟੀ ਦੱਸ ਦਿੰਦੇ ਆ ਉਹਨਾਂ ਦੀ, ਇਹ ਉਹਨਾਂ ਦੀਆਂ ਕੁਆਲਿਟੀਜ਼ ਹਨ, ਤੂੰ ਅਡਾਪਟ ਕਰ ਲੈ ਕੁਆਲਿਟੀਜ਼ ਇਹ ਵਾਲੀਆਂ ਆਪਣੀ ਜ਼ਿੰਦਗੀ ਵਿੱਚ ਹੌਲੀ ਹੌਲੀ ਕਰਕੇ। ਅੱਜ ਰਾਤੀ ਤੈਨੂੰ ਹੁਣ ਡਿਸੀਜਨ ਲੈ ਕੇ ਕੱਲ ਸਵੇਰੇ ਨਿਰਲੇਪ ਨਹੀਂ ਹੋ ਸਕਦੇ, that is not possible, but there you can take baby steps toward being ਨਿਰਲੇਪ, you know. I'm going to stop for a second and see what concept is still not clear though, but ਇਹ ਮੈਂ ਬਹੁਤ ਕਲੈਰਿਟੀ ਕਰਨਾ ਚਾਹੁੰਦਾ ਇਸ ਇਸ਼ੂ ਦੀ ਕਿ ਬਗੈਰ ਹੁਕਮ ਦੀ ਰਜ਼ਾ ਦੇ ਨਾਲ ਆਪਣੀ ਜ਼ਿੰਦਗੀ ਨੂੰ ਜੇ ਤੁਸੀਂ ਨਹੀਂ ਢਾਲ ਸਕੇ ਨਾ ਆਪਣੀ, ਜੇ ਉਹਦੀ ਆਪਣੀ ਜ਼ਿੰਦਗੀ ਨੂੰ ਉਹਦੀ ਮਰਜ਼ੀ ਬਗੈਰ ਨਹੀਂ ਜੀ ਸਕੇ ਨਾ, ਅਗਰ ਜੋ ਉਹ ਚਾਹੁੰਦਾ ਹੈ, ਜਿਸ ਤਰ੍ਹਾਂ ਦੀ ਜ਼ਿੰਦਗੀ ਉਹ ਚਾਹੁੰਦਾ ਹੈ, ਤੇ ਪ੍ਰੇਮਾ ਭਗਤੀ ਤੁਹਾਡੇ ਪੱਲੇ ਨਹੀਂ, ਤੁਹਾਡੀ ਝੋਲੀ 'ਚ ਕਦੀ ਨਹੀਂ, ਉਹਦਾ ਨਾਮ ਤੁਹਾਡੀ ਝੋਲੀ 'ਚ ਨਹੀਂ ਪੈ ਸਕਦਾ, ਚਾਹੇ ਲੱਖ ਕੋਸ਼ਿਸ਼ ਕਰਕੇ ਦੇਖ ਲਓ। ਇੱਥੇ ਲਾਈਫ ਸਟਾਈਲ ਚੇਂਜਸ ਚਾਹੀਦੀਆਂ ਹਨ, ਇੱਥੇ ਆਪਣਾ ਸੁਭਾਅ ਬਦਲਣਾ ਪਏਗਾ ਤੁਹਾਨੂੰ, ਇੱਥੇ ਸੇਵਾ ਤੁਹਾਨੂੰ ਤੁਹਾਡੀ ਜ਼ਿੰਦਗੀ ਦਾ ਅੰਗ ਹੋਣਾ ਪਏਗਾ, ਕੀਰਤਨ ਤੁਹਾਡੀ ਜ਼ਿੰਦਗੀ ਦਾ ਅੰਗ ਹੋਣਾ ਪਏਗਾ, ਬਾਣੀ ਤੁਹਾਡੀ ਜ਼ਿੰਦਗੀ ਦਾ ਅੰਗ ਹੋਣਾ ਪਏਗਾ। ਜੇ ਨਹੀਂ ਕਰੋਗੇ, ਔਰ ਇੱਕ ਗੱਲ ਮੈਂ ਹੋਰ ਦੱਸ ਦਿਆਂ, ਜੇ ਨਹੀਂ ਕਰੋਗੇ ਤਾਂ ਉਹਨੂੰ ਕੋਈ ਫਰਕ ਨਹੀਂ ਪੈਣ ਵਾਲਾ। ਰਹਿਰਾਸ ਰੋਜ਼ ਪੜ੍ਹਦੇ ਹੋ ਨਾ, ਤੇ ਉਹਨੂੰ ਛੋਟਾ ਛੋਟਾ ਕਹਿ ਕੇ ਕਰੋਗੇ ਤੇ ਉਹ ਛੋਟਾ ਨਹੀਂ ਹੋ ਜਾਣਾ, ਹੈ ਨਾ। ਤੇ ਜੇ ਵੱਡਾ ਵੱਡਾ ਕਹਿ ਕੇ ਪਕਾਉਣੇ, ਉਹਨੇ ਵੱਡੇ ਨਹੀਂ ਹੋ ਜਾਣਾ, ਉਹ ਤੁਹਾਡੀ ਮਰਜ਼ੀ ਨਾਲ ਨਹੀਂ ਜੀਣਾ ਉਸਨੇ, ਹਾਂਜੀ, ਉਹ ਬਹੁਤ ਵੱਡਾ ਹੈ। ਤੁਸੀਂ ਉਸ ਵੱਡੇ ਦਾ ਅੰਦਾਜ਼ਾ ਨਹੀਂ ਲਗਾ ਸਕਦੇ, ਤੁਸੀਂ ਉਹਦੇ ਵਰਗੇ ਬਣਨ ਦੀ ਕੋਸ਼ਿਸ਼ ਕਰ ਸਕਦੇ ਹੋ ਖਾਲੀ। ਤੇ ਇਹ ਇਨਕਰੇਜਮੈਂਟ ਮਿਲਦੀ ਹੈ ਜੁੜਿਆਂ ਦੀ ਸੰਗਤ ਵਿੱਚ ਜਾ ਕੇ, ਇਹ ਇਨਕਰੇਜਮੈਂਟ ਮਿਲਦੀ ਹੈ ਗੁਰੂ ਨਾਨਕ ਚਮਤਕਾਰ ਪੜ੍ਹ ਕੇ, ਇਹ ਇਨਕਰੇਜਮੈਂਟ ਮਿਲਦੀ ਹੈ ਜਦੋਂ ਵੱਡਿਆਂ ਦੀ ਸੰਗਤ ਹੁੰਦੀ ਹੈ ਨਾਲ। ਤੇ ਜਦ ਤੱਕ ਨਾ ਹੋਵੇ ਤੇ ਇਹ ਬ੍ਰਹਮ ਗਿਆਨੀ ਦੀ ਅਸ਼ਪਦੀ ਪੂਰੀ ਸਮਝ ਵੀ ਆ ਜਾਵੇ, ਸਭ ਕੁਝ ਤੁਹਾਨੂੰ ਕਲੈਰਿਟੀ ਹੋਗੀ ਥਾਟ ਪ੍ਰੋਸੈਸ ਦੀ, ਪਰ ਜੇ ਉਹ ਅਡਾਪਟ ਨਾ ਕੀਤੀਆਂ ਕੁਆਲਿਟੀਜ਼, ਉਹ ਜੇ ਆਪਣੀ ਜ਼ਿੰਦਗੀ ਵਿੱਚ ਉਸਨੂੰ ਥਾਂ ਨਾ ਦਿੱਤੀ ਉਹਦੀ, ਤੇ ਕਿਸ ਤਰ੍ਹਾਂ ਚਲੋਗੇ ਹੁਕਮ ਰਜਾਏ। ਜਪਜੀ ਦੀਆਂ ਬਾਕੀ ਸਾਰੀਆਂ ਪੌੜੀਆਂ ਪਹਿਲੀ ਅਸ਼ਪਦੀ ਪਹਿਲੀ ਪੌੜੀ ਦੀ ਫਾਊਂਡੇਸ਼ਨ ਤੇ ਖੜੀਆਂ ਹੋਈਆਂ ਨੇ ਸਾਰੀਆਂ, ਉੱਥੇ ਗੱਲ ਮੁਕਾ ਦਿੱਤੀ ਉਹਨਾਂ ਨੇ। ਨਾਨਕ ਲਿਖਿਆ ਨਾਲ ਲਿਖੇਗਾ, ਨਾਲ ਲਿਖ ਦਿੱਤਾ ਨਾਨਕ ਨੇ। ਜੇ ਹੁਕਮ ਦੀ ਰਜ਼ਾ ਵਿੱਚ ਚੱਲੋਗੇ, ਜੇ ਉਹਦੇ ਹੁਕਮ ਨੂੰ ਮੰਨੋਗੇ, ਭਾਵ ਉਹਦੇ ਸੁਭਾਵ ਨੂੰ ਅਡਾਪਟ ਕਰੋਗੇ, ਤੇ ਗੱਲ ਬਣ ਜਾਏਗੀ ਫਿਰ। I'm going to stop for a second. I've spoken a lot. I'm going to see what others have to say and make sure that this issue, is concept is ਬਿਲਕੁਲ crystal clear ਹੋਵੇ ਇੱਥੇ ਆ ਵਾਲਾ, ਕੋਈ ਕਿਧਰੇ ਕੋਈ ਭ੍ਰਮ ਦੀ ਭਾਵਨਾ ਨਾ ਹੋਵੇ ਕਿਧਰੇ। ਹਾਂਜੀ ਵੀਰ ਜੀ, ਇੱਕ ਇਹਨਾਂ ਥਾਟ ਹੈਗੀ ਹੈ ਕਿ ਬ੍ਰਹਮ ਗਿਆਨੀ ਇਹਦੇ ਨਾਲ ਬੰਧਨ ਤੇ ਮੁਕਤਾ, ਅੱਗੇ ਆਏਗਾ ਵਰਡ, ਹਾਂਜੀ, ਬੰਧਨ ਤੇ ਮੁਕਤਾ ਹੈ, ਹਾਂਜੀ। ਤੇ ਮੈਨੂੰ ਇਹ ਦੱਸੋ ਕਿ ਦੁਨਿਆਵੀ ਜ਼ਿੰਦਗੀ 'ਚ ਰਹਿਣ ਨਾਲ ਤੇ ਤੁਸੀਂ ਬੰਧਨ ਤੋਂ ਮੁਕਤ ਕਿਸ ਤਰ੍ਹਾਂ ਰਹਿ ਸਕਦੇ ਹੋ? ਬੰਧਨ ਤੋਂ ਮੁਕਤ ਕੰਪਲੀਟਲੀ ਨਹੀਂ ਹੋ ਸਕਦੇ ਵੀਰ ਜੀ, ਪਰ ਬੰਧਨ ਦੇ ਰਹਿੰਦਿਆਂ ਹੋਇਆਂ ਵੀ ਬੰਧਨ 'ਚ ਨਹੀਂ ਰਹੋਗੇ ਤੁਸੀਂ। ਭਾਵ ਨਿਰਲੇਪਤਾ ਦੀ ਜ਼ਿੰਦਗੀ ਤੁਹਾਨੂੰ ਮਿਲੇਗੀ, ਨਿਰਲੇਪ ਹੋ ਜਾਓਗੇ, ਤੇ ਨਿਰਲੇਪ ਹੋ ਜਾਣ ਨਾਲ ਬੰਧਨ ਤੋਂ ਮੁਕਤ ਹੋ ਜਾਂਦਾ ਬੰਦਾ। ਫੋਰ ਐਗਜ਼ਾਮਪਲ, ਤੁਹਾਡੇ ਵਾਈਫ, ਗੁਰੂਆਂ ਦੇ ਵੀ ਬੱਚੇ ਸਨ, ਵਾਈਫ ਵੀ ਸੀ, ਸਭ ਕੁਝ ਸੀ ਨਾਲ, ਹਾਂਜੀ। ਭਾਈ ਨੰਦ ਲਾਲ ਜੀ ਦੀ ਫੈਮਿਲੀ ਸੀ ਪੂਰੀ, ਕੋਈ ਐਸੀ ਗੱਲ ਨਹੀਂ ਹੈ। ਬਾਬਾ ਬੁੱਢਾ ਜੀ ਵਾਸ ਮੈਰਿਡ ਪਰਸਨ, ਉਹਨਾਂ ਦੀ ਪੂਰੀ ਫੈਮਿਲੀ ਸੀ ਨਾਲ, ਲੇਕਿਨ ਪ੍ਰਮਾਤਮਾ ਦਾ ਪਿਆਰ ਜਿਹੜਾ ਹੈ ਉਹ, ਨਾਲੇ ਇਹ ਵੀਰ ਜੀ ਹੁੰਦਾ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਕੋਈ ਤੁਹਾਨੂੰ ਕਵੇ ਯਾਰ ਮੈਨੂੰ ਕੋਈ ਨੌਲੇਜ ਨਹੀਂ ਹੈ, ਮੈਂ 4th ਗ੍ਰੇਡ ਵਿੱਚ ਆਇਆ, ਯਾਰ ਡਾਕਟਰ ਕਿੰਜ ਬਣੀਦਾ ਹੁੰਦਾ ਯਾਰ, ਇਹ ਮੈਡੀਕਲ ਸਕੂਲ 'ਚ ਕੀ ਸਿਖਾਉਂਦੇ ਨੇ, ਮੈਂ ਕਿੰਜ ਬਣ ਸਕਦਾ? ਕੋਈ ਸਿਆਣਾ ਕਹੇਗਾ ਯਾਰ ਪਹਿਲੇ ਤੂੰ 4th ਗ੍ਰੇਡ ਤੇ ਪਹਿਲੇ 5th ਜਾਏਗਾ, ਫਿਰ 6th ਵਿੱਚ ਜਾਏਗਾ, ਫਿਰ ਹਾਈ ਸਕੂਲ ਪਾਸ ਕਰੇਗਾ, ਫਿਰ ਕਾਲਜ ਜਾਏਗਾ, 4 ਸਾਲ ਦੀ ਡਿਗਰੀ ਲਏਗਾ, ਉਸ ਤੋਂ ਬਾਅਦ ਤੈਨੂੰ ਪਤਾ ਲੱਗੇਗਾ ਮੈਡੀਕਲ ਸਕੂਲ ਬਾਰੇ। ਤੁਸੀਂ ਵੀਰ ਜੀ ਇੱਕ ਕਦਮ ਪੁੱਟ ਕੇ ਦੇਖੋ ਇਸ ਪਾਸੇ, ਫਿਰ ਤੁਹਾਨੂੰ ਅੰਦਾਜ਼ਾ ਲੱਗੇਗਾ ਕਿ ਗੁਰੂ ਤੁਹਾਨੂੰ ਕਿਸ ਤਰ੍ਹਾਂ ਬੰਧਨ ਤੋਂ ਮੁਕਤ ਕਰਦਾ ਹੈ ਤੁਹਾਨੂੰ। ਇਹ ਤੁਹਾਡੇ ਐਫਰਟ ਨਾਲ ਨਹੀਂ ਹੁੰਦਾ ਸਾਰਾ ਕੁਝ, ਇਹ ਉਹਦੀ ਕਿਰਪਾ ਨਾਲ ਹੁੰਦਾ ਹੈ, ਪਰ ਹੁੰਦਾ ਤਾਂ ਜਦ ਪਹਿਲਾ ਇੱਕ ਸਟੈਪ ਬੰਦਾ ਲੈਂਦਾ ਤੇ
ਇਹ ਜ਼ਿੰਦਗੀ ਵਿੱਚ ਤੁਸੀਂ ਬੜੇ ਬੰਦੇ ਦੇਖੇ ਹੋਣੇ ਜਿਨ੍ਹਾਂ ਦੇ ਅੰਦਰ ਇਹ ਕੁਆਲਿਟੀਆਂ ਜਿਹੜੀਆਂ ਹਨ ਮੈਂ ਤਾਂ ਦੇਖੇ ਨੇ ਬੜੇ। ਬੰਧਨ ਤੇ ਮੁਕਤਾ ਦਾ ਮਤਲਬ ਨਹੀਂ ਹੈ ਕਿ ਮਾਪਿਓ ਨੂੰ ਛੋੜ ਕੇ ਘਰ-ਬਾਰ ਛੋੜ ਕੇ ਚਲਾ ਜਾਂਦਾ ਹੈ ਕਿਧਰੇ। ਬੰਧਨ ਤੇ ਮੁਕਤਾ ਮਤਲਬ ਇਹ ਹੈ ਕਿ ਇਹ ਜਿਹੜੇ ਬੰਧਨ ਹਨ ਜਿਹੜੇ ਪਰਿਵਾਰ ਦੇ, ਇਹ ਬੰਧਨ ਉਹਦੇ ਰਸਤੇ ਵਿੱਚ ਅੜਚਨ ਨਹੀਂ ਪਾਉਂਦੇ ਪ੍ਰਮਾਤਮਾ ਭਗਤੀ ਵਿੱਚ। ਇਹ ਬੰਧਨ ਉਹਨੂੰ ਰੋਕਦੇ ਨਹੀਂ ਹਨ ਉਸਨੂੰ। ਉਹਦੇ ਧੀਆਂ ਪੁੱਤਰ ਦਾ ਪਿਆਰ ਇਤਨਾ ਵੱਡਾ ਨਹੀਂ ਹੋਇਆ ਕਿ ਧੀਆਂ ਪੁੱਤਰਾਂ ਦੇ ਪਿਆਰ ਦੇ ਵਿੱਚ ਉਹਨੇ ਕੀਰਤਨ ਭੁਲਾ ਦਿੱਤਾ ਉਸਨੇ। ਪੈਸੇ ਦੇ ਪਿਆਰ ਦੇ ਵਿੱਚ ਉਸਨੇ ਗੁਰਬਾਣੀ ਦਾ ਵਿਚਾਰ ਭੁਲਾ ਦਿੱਤਾ ਉਸਨੇ। ਭਾਵ ਉਹ ਇੱਕ ਬੈਲੈਂਸਡ ਜ਼ਿੰਦਗੀ ਜੀਂਦਾ ਹੈ ਸਿੱਖ ਦੀ। ਉਹ ਇੱਕ ਗ੍ਰਹਿਸਥ ਵੀ ਹੈ, ਉਹ ਪੈਸੇ ਵੀ ਕਮਾਉਂਦਾ ਹੈ। ਤੁਹਾਡੇ ਵਰਗੇ ਡਾਕਟਰ ਵੀ ਹਨ ਜਿਹੜੇ honestly they put in a long days of work in there to make money and to support their families, ਪਰ ਇਤਨਾ ਕੁਝ ਕਰਦਿਆਂ ਹੋਇਆ ਵੀ ਪ੍ਰਮਾਤਮਾ ਨੂੰ ਭੁਲਾਉਂਦੇ ਨਹੀਂ ਹਨ। ਪ੍ਰਮਾਤਮਾ ਦੀ ਯਾਦ ਉਹਨਾਂ ਵਿੱਚ ਜ਼ਿੰਦਾ ਰਹਿੰਦੀ ਹੈ। ਉਹ ਸੱਚੇ ਹਨ, ਜ਼ਿੰਦਗੀ ਸੱਚੇ ਜੀਂਦੇ ਹਨ ਉਹ। ਤੇ ਇਹੋ ਜਿਹੇ ਇਨਸਾਨ ਜਿਹੜੇ ਹਨ ਉਹ ਬੰਧਨ ਤੋਂ ਮੁਕਤ ਹਨ। ਤੇ ਕੀ ਐਗਜ਼ਾਮਪਲ ਹੈ ਜਿਹੜੇ ਬੰਧਨ ਤੋਂ ਮੁਕਤ ਨਹੀਂ ਹੁੰਦੇ? ਜਿਹੜੇ ਬੰਧਨ ਤੋਂ ਮੁਕਤ ਨਹੀਂ ਹੁੰਦੇ ਉਹ ਪੂਰੀ ਜ਼ਿੰਦਗੀ ਫਿਰ ਆਪਣੇ ਪਰਿਵਾਰ ਦੀ ਪ੍ਰਤਪਾਲਨਾ ਕਰਦੇ ਹਨ, ਪ੍ਰਮਾਤਮਾ ਦੀ ਪ੍ਰਤਪਾਲਨਾ ਨਹੀਂ ਕਰ ਸਕਦੇ, ਉਹ ਸੇਵਾ ਨਹੀਂ ਕਰ ਸਕਦੇ, ਉਹ ਆਪਣੀ ਜ਼ਿੰਦਗੀ ਨੂੰ ਬੈਲੈਂਸ ਵਿੱਚ ਜੀ ਨਹੀਂ ਸਕਦੇ। ਸੋ ਇੱਥੇ ਬੰਧਨ ਤੋਂ ਮੁਕਤ ਦਾ ਇਹ ਮਤਲਬ ਨਹੀਂ ਹੈ ਕਿ ਆਪਣੇ ਮਾਪਿਓ ਦੇ ਸਿਰਫ ਪੈਰ ਫੇਰ ਲੈਣੇ ਜਾਂ ਧੀਆਂ ਪੁੱਤਰਾਂ ਕੋਲ ਜਾਂ ਹਸਬੈਂਡ ਵਾਈਫ ਨੂੰ ਅਲੱਗ ਕਰ ਲੈਣਾ। ਇਹਦਾ ਮਤਲਬ ਇੱਥੇ ਇਹ ਹੈ ਕਿ ਉਹ ਬੰਧਨ ਹੁੰਦਿਆਂ ਹੋਇਆਂ ਵੀ ਬੰਧਨ ਨਾ ਲੱਗੇ। ਭਾਵ ਇਹੋ ਜਿਹੀ ਬੈਲੈਂਸ ਜ਼ਿੰਦਗੀ ਹੋਵੇ ਤੁਹਾਡੀ, ਜਿਸ ਤਰ੍ਹਾਂ ਗੁਰੂਆਂ ਨੇ ਸਿਖਾਈ ਹੈ ਕਿ ਘਰ ਦੇ ਵਿੱਚ ਰਹਿ ਕੇ ਵੀ ਸੰਨਿਆਸ ਹੋਵੇ, ਘਰ ਦੇ ਵਿੱਚ ਰਹਿ ਕੇ ਵੀ ਪ੍ਰਮਾਤਮਾ ਯਾਦ ਆਵੇ, ਘਰ ਦੇ ਵਿੱਚ ਰਹਿ ਕੇ ਵੀ ਇਹ ਸਾਰੇ ਗੁਣ ਜਿਹੜੇ ਹਨ ਤੁਹਾਡੇ ਅੰਦਰ ਆਉਣ। ਇਹ ਕਿਸ ਤਰ੍ਹਾਂ ਹੁੰਦੇ ਹਨ? ਇਹ ਉਹ ਕਰਵਾਉਂਦਾ ਹੈ ਜਦੋਂ ਤੁਸੀਂ ਇੱਕ ਸਟੈਪ ਛੋਟਾ ਜਿਹਾ ਲੈਂਦੇ ਹੋ। ਪਰ ਵੀਰ ਜੀ ਹੁੰਦੇ ਹਨ। ਇਹ ਹੁਣ ਫਸਟ ਗ੍ਰੇਡ ਵਾਲਾ ਕੁਐਸਚਨ ਕੋਈ ਪੁੱਛੇ ਵੀ ਜਿਹਨੇ ਕੁਝ ਨਹੀਂ, ਉਹ ਕਦਮ ਪੁੱਟੇਗਾ ਤੇ ਪਤਾ ਲੱਗੇਗਾ ਉਸਨੂੰ ਅੱਗੇ। ਹੁੰਦੇ ਹਨ ਵੀਰ ਜੀ, ਮੈਂ ਆਪਣੀ ਜ਼ਿੰਦਗੀ ਦੇਖਿਆ ਹੋਇਆ ਹੁੰਦੇ ਬਿਲਕੁਲ ਹੁੰਦੇ। ਬੈਲੈਂਸ ਹੈ ਕ੍ਰੀਏਟ ਕਰਨਾ, ਆਪਣੇ ਆਪ ਨੂੰ ਸਮਝਾਉਣਾ ਕਿ ਠੀਕ ਮੈਂ ਇਹ ਕਰਨਾ ਇਹ ਨਹੀਂ ਕਰਨਾ। ਹਾਂਜੀ, ਐਨੀਬਡੀ ਐਲਸ ਹੈਜ਼ ਐਨੀ ਕੁਐਸਚਨ? ਇਟਸ ਅ ਵੈਰੀ ਕ੍ਰਿਟੀਕਲ ਕਨਸੈਪਟ ਹੈ ਵਾਲਾ ਹੁਕਮ ਰਜਾਈ ਚੱਲਣ ਵਾਲਾ। ਉਹ ਹੁਕਮ ਰਜਾਈ ਚੱਲਣ ਵਾਸਤੇ ਪ੍ਰਮਾਤਮਾ ਦੇ ਸੁਭਾਅ ਨੂੰ ਪਛਾਣਨਾ ਬਹੁਤ ਇੰਪੋਰਟੈਂਟ ਹੈ। ਉਹਦੀ ਮੈਨੀਫੈਸਟੇਸ਼ਨ ਕੀ ਹੈ, ਉਹ ਕਿਸ ਤਰ੍ਹਾਂ ਮੈਨੀਫੈਸਟ ਹੁੰਦਾ ਹੈ ਤੁਹਾਡੇ ਅੰਦਰ, ਕਿਹੋ ਜਿਹਾ ਸੁਭਾਅ ਉਸਨੂੰ ਪਸੰਦ ਹੈ, ਕਿ ਉਹ ਕੀ ਕਰਨਾ ਤੁਹਾਡੇ ਵਾਸਤੇ ਪਸੰਦ ਹੈ। ਔਰ ਹਰ ਇੱਕ ਦੇ ਅੰਦਰ ਹੁਕਮ ਹੈ, ਹਰ ਇੱਕ ਦੇ ਅੰਦਰ ਉਹ ਆਵਾਜ਼ ਹੈ। ਕਈ ਵਾਰੀ ਤੁਹਾਨੂੰ ਗੁਰਬਾਣੀ ਤੋਂ ਹੁਕਮ ਪਤਾ ਲੱਗ ਜਾਂਦਾ ਹੈ, ਕਈ ਵਾਰੀ ਆਪਣਾ ਮਨ ਤੁਹਾਨੂੰ ਆਪਣਾ ਹੁਕਮ ਦੱਸ ਦਿੰਦਾ ਹੈ। ਕਈ ਵਾਰੀ ਕੋਈ ਬੁਰਾ ਕੰਮ ਖਿਆਲ ਕਰਨ ਜਾਏ, ਮਨ 'ਚ ਖਿਆਲ ਆਉਂਦਾ ਯਾਰ ਮਨਾ ਨਾ ਕਰ ਇਹ ਗੱਲ, ਇਹ ਵੀ ਉਹ ਦਵਾਉਂਦਾ, ਇਹ ਥਾਟ ਪ੍ਰੋਸੈਸ ਉਹਦੇ ਅੰਦਰੋਂ ਆਉਂਦੀ ਹੈ। ਕਈ ਦਬਾ ਲੈਂਦੇ ਨੇ, ਕਈ ਨਹੀਂ ਦਬਾ ਸਕਦੇ ਆਪਣੀ ਗੱਲ। ਕਈ ਵਾਰੀ ਬਾਣੀ ਦੱਸ ਦਿੰਦੀ ਵੀ ਕੀ ਰਾਈਟ ਹੈ ਤੇ ਕੀ ਰੋਂਗ ਹੈ। ਹਾਂਜੀ, ਐਨੀਬਡੀ ਐਲਸ ਜੀ? Other than Virji's question, anybody else wants to say something or add to whatever I said? I will wait for a second though and make sure they get that. ਤੁਸੀਂ ਦੱਸਿਆ ਕਿ ਜਪਜੀ ਸਾਹਿਬ ਦੀ ਐਗਜ਼ਾਮਪਲ ਦਿੱਤੀ ਹੈ। ਮੈਂ ਕਿਤੇ ਸੁਣਿਆ ਸੀ ਕਿ ਸੁਖਮਨੀ ਸਾਹਿਬ ਜਪਜੀ ਸਾਹਿਬ ਦੀ ਵਿਆਖਿਆ ਹੈ, ਜਿੱਦਾਂ ਸਹਿਜ ਪ੍ਰਣਾਲੀ ਵਿੱਚ ਤੁਸੀਂ ਦੱਸਿਆ ਸੀ। ਇਹ ਕਿੱਥੋਂ ਤੱਕ ਠੀਕ ਹੈ ਗੱਲ? ਹਰ ਬਾਣੀ ਦੀ ਕੁਛ ਨਾ ਕੁਛ ਦੇਖੋ ਰਿਲੇਸ਼ਨਸ਼ਿਪ ਤੇ ਹਰ ਬਾਣੀ ਨਾਲ ਹੈ, ਸੋ ਜਪਜੀ ਸਾਹਿਬ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਹੈ। ਸੁਖਮਨੀ ਸਾਹਿਬ ਵਿੱਚ ਬੜੀਆਂ ਗੱਲਾਂ ਇਹੋ ਜਿਹੀਆਂ ਰੇਜ਼ ਕੀਤੀਆਂ ਜਿਹੜੀਆਂ ਜਪਜੀ ਦੇ ਟੌਪਿਕ ਪਾਰਟਿਕੂਲਰਲੀ ਉਹ ਰੇਜ਼ ਨਹੀਂ ਕੀਤਾ ਉਹਨਾਂ ਨੇ। Yeah, to large extent it's true, Virji. It's to a large extent it's true, but there's definitely other stuff that Japji might have touched that Sukhmani might not have touched or vice versa. ਮੈਂ ਇਸ ਤਰ੍ਹਾਂ ਕਦੀ ਕੰਪੇਅਰ ਐਂਡ ਕੰਟਰਾਸਟ ਨਹੀਂ ਕੀਤਾ ਦੋਨਾਂ ਬਾਣੀਆਂ ਨੂੰ ਕਦੀ, ਜਾਂ ਕਿਸੇ ਆਥਰ ਦੇ ਮੈਂ ਦੇਖਿਆ ਨਹੀਂ ਕਿਸੇ ਨੂੰ ਕੰਪੇਅਰ ਕੰਟਰਾਸਟ ਕਰਦੇ ਹਾਂ। ਪਰ ਸੁਖਮਨੀ ਦੀ ਜਿਹੜੀ ਫਲੋ ਜਿਹੜੀ ਹੈ, ਜਪਜੀ ਦੀ ਫਲੋ ਹੋਰ ਜ਼ਿਆਦਾ ਥੋੜੀ ਕੰਪਲੈਕਸ ਹੈ, ਉਹਦੀ ਫਲੋ ਹੋਰ ਜ਼ਿਆਦਾ ਸੁਖਮਨੀ ਨਾਲੋਂ। ਸੁਖਮਨੀ ਸੁਖੈਲੀ ਬਾਣੀ ਹੈ until we reach ਅਸ਼ਟਪਦੀ ਨੰਬਰ 16, 17, 18 ਤੱਕ। ਉਸ ਤੋਂ ਬਾਅਦ ਫਿਰ ਲੱਗਦਾ ਹੈ, ਪਿਆਰਾ ਸਿੰਘ ਪਦਮ ਆਪਣੀ ਬੁੱਕ 'ਚ ਲਿਖਦੇ ਨੇ ਕਿ ਲੱਗਦਾ ਜਿਸ ਤਰ੍ਹਾਂ ਕਿ 17ਵੀਂ 18ਵੀਂ ਅਸ਼ਟਪਦੀ ਤੋਂ ਬਾਅਦ ਆਥਰ ਹੀ ਬਦਲ ਗਿਆ, ਲੱਗਦਾ ਕੋਈ ਲਿਖਾਰੀ ਬਦਲ ਗਿਆ, ਲੱਗਦਾ ਕਿਸੇ ਕਲਮ ਬਦਲ ਗਈ ਹੈ, ਜਿਸ ਤਰ੍ਹਾਂ somebody else is writing, because then it suddenly takes a different route ਅੱਗੇ ਜਾ ਕੇ। ਨੋਟਿਸ ਕਰੋਗੇ 21, 22, 23 ਉਹਨਾਂ ਅਸ਼ਟਪਦੀਆਂ ਦੀ ਗਹਿਰਾਈ ਜਿਹੜੀ ਹੈ ਬਹੁਤ ਜ਼ਿਆਦਾ ਗਹਿਰਾਈ ਹੈ ਉਹਨਾਂ ਅਸ਼ਟਪਦੀਆਂ ਦੀ।
And even Brahmgyani wali Ashpati vi, as it moves along, you will see कि किस तरह maturity आंदी है, किस तरह different तरीके ਦੇ thought ਜਿਹੜਾ ਵੇ ਅੰਦਰ ਆਂਦਾ ਹੈ ਜਾ ਕੇ। ਤੇ ਇਸ ਤੋਂ ਅਗਲੀ ਜਿਹੜੀ ਅਪਰਸ ਵਾਲੀ ਸ਼ੁਰੂ ਹੁੰਦੀ ਹੈ ਜਦੋਂ ਮਿਥਿਆ ਨਾਈ ਰਸਨਾ ਪਰਸ ਮਨ ਮੇ ਪ੍ਰੀਤ ਨਿਰੰਜਨ ਦਰਸ, ਉਹਦੀ ਥਾਟ ਪ੍ਰੋਸੈਸ ਤੋਂ ਆਏਗੀ, ਉੱਥੇ ਫਿਰ ਕੰਪੇਅਰ ਕਰਾਂਗੇ ਬ੍ਰਹਮਗਿਆਨੀ ਵਾਲੀ ਅਸ਼ਪਤੀ ਨਾਲ। ਤੁਸੀਂ ਦੇਖੋਗੇ ਵੀ ਕਿਸ ਤਰ੍ਹਾਂ ਕਿਹੜੇ ਥਾਟ ਪ੍ਰੋਸੈਸ ਤੁਹਾਨੂੰ ਲੈ ਕੇ ਜਾਂਦੇ ਲੱਗੇ। Yeah, so to some extent, it's true, Viji. My answer is yes. Thank you. Thank you. Anybody else want to say something before I move forward? If not, then we will move forward to the second pada. The second pada which we owe quality ਬਿਆਨ ਕਰਦੇ, as if ਕਿਧਰੇ ਦੇਖਣ ਦੀ ਲੋੜ ਹੀ ਨਹੀਂ ਹੈ ਕਿ ਪ੍ਰਮਾਤਮਾ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ। ਬ੍ਰਹਮਗਿਆਨੀਆਂ ਦਾ ਸੁਭਾਅ ਜੋ ਹੈ ਉਹੀ ਪ੍ਰਮਾਤਮਾ ਦਾ ਸੁਭਾਅ ਹੈ। ब्रह्मज्ञानी निर्मल ते निर्मला जैसे मैल ना लागे जला। निर्मल कहते हैं पवित्र नूं, वो पवित्र है आप, जिस तरह जल पवित्र है, जिस तरह पानी पवित्र है। पानी है, ओदी केमिकल कंपोजिशन कोई फर्क नहीं पैंदा। मैल जिहड़ी लगदी है पानी नूं, जल आप मैला नहीं हुंदा, ओदी इंटरनल कंपोजिशन च कोई फर्क नहीं पैंदा कोई। हांजी, ਉਹ ਸਭ ਐਕਸਟਰਨਲ ਫਰਕ ਪੈਂਦਾ, ਉਹਦੇ ਇੰਟਰਨਲ ਉਹਦੇ ਉਹ ਬਦਲ ਨਹੀਂ ਜਾਂਦਾ। ਚਾਹੇ ਉਹ ਪਾਣੀ ਤੋਂ ਭਾਫ ਵੀ ਬਣ ਜਾਏ, ਨੀਲਾ ਕਰ ਲੋ, ਹਰਾ ਕਰ ਲੋ, ਉਸ ਨੂੰ ਪਵਿੱਤਰ ਹੈ ਪਾਣੀ, ਕਿਉਂਕਿ ਪਾਣੀ ਵਿੱਚ ਜੀਵ ਹੈ, ਪਾਣੀ ਵਿੱਚ ਨਿਮਰਤਾ ਹੈ, ਪਾਣੀ ਵਿੱਚ ਜ਼ਿੰਦਗੀ ਹੈ ਸਾਡੀ। ਆਸਾ ਦੀ ਵਾਰ ਚ ਲਾਈਨਾਂ ਆਈਆਂ, ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਈ, ਯੂ نو ਉਸ ਤੋਂ ਬਾਅਦ ਵੀ ਸਭ ਕੁਝ ਹੈ। ਉਹ ਤੇ ਪਾਣੀ ਨਿਰਮਲ ਹੈ ਬੜਾ, ਪਾਣੀ ਬੜਾ ਪਵਿੱਤਰ ਹੈ। ਇੱਕ ਤੇ ਜ਼ਰੀਆ ਹੈ ਜੀਣ ਦਾ, ਉਸ ਤੋਂ ਬਾਅਦ ਪਾਣੀ ਵਿੱਚ ਨਿਮਰਤਾ ਬੜੀ ਹੈ, ਨਿਵਾਨ ਨੂੰ ਚੜਦਾ ਹੈ, ਥੱਲੇ ਚੱਲਦਾ ਹੈ। ਪਾਣੀ ਵਿੱਚ ਇਹ ਬੜਾ ਵੱਡਾ ਗੁਣ ਹੈ ਕਿ ਪਾਣੀ ਵਿੱਚ ਰਲਾਣ ਦੀ ਸ਼ਕਤੀ ਬੜੀ ਹੈ, ਰਲ ਜਾਂਦਾ ਹੈ ਹਰ ਵਿੱਚ। ਹਾਂਜੀ, ਜੇ ਕਿਸੇ ਨੂੰ ਕਾਲਾ ਪਸੰਦ ਹੈ, ਉਹ ਕਹਿੰਦਾ ਮੇਰੇ ਨਾਲ ਰਲ ਜਾ ਤੂੰ, ਕੋਈ ਗੱਲ ਨਹੀਂ, ਮੈਂ ਮੈਲਾ ਹੋ ਜਾਵਾਂਗਾ ਤੇਰੇ ਨਾਲ, ਕਾਲਾ ਹੋ ਜਾਵਾਂਗਾ, ਤੂੰ ਮੇਰੇ ਨਾਲ ਆ ਜਾ, ਮੈਂ ਤੈਨੂੰ ਕੱਢ ਲਵਾਂ ਇੱਥੋਂ, ਮੈਂ ਬਾਹਰ, ਤੇਰੀ ਗੰਦਗੀ ਨੂੰ ਮੈਂ ਸਾਫ਼ ਕਰ ਸਕਦਾ ਹਾਂ, ਮੇਰੇ ਚ ਹਿੰਮਤ ਹੈ ਕਰਨ ਦੀ ਬੜੀ, ਹੈ ਨਾ। ਪਾਣੀ ਆਪਣੇ ਆਪ ਨੂੰ ਬਦਲਣ ਨੂੰ ਤਿਆਰ ਹੈ, ਆਪਣੇ ਰੰਗ ਨੂੰ ਬਦਲਣ ਨੂੰ ਤਿਆਰ ਹੈ, ਆਪਣੇ ਆਪ ਵਿੱਚ ਪਵਿੱਤਰ ਹੈ। ਕਦੀ ਪਾਣੀ ਨੂੰ ਇਹ ਸੰਕੋਚ ਨਹੀਂ ਆਇਆ ਕਿ ਮੈਂ ਇੱਥੇ ਨਾ ਜਾਵਾਂ, ਇੱਥੇ ਬੜਾ ਗੰਦ ਹੈ ਜੀ, ਬੜਾ, ਜੇ ਇਹਦੇ ਚ ਗੰਦ ਚ ਗਿਆ, ਇਸ ਫਿਲਥ ਵਿੱਚ ਗਿਆ ਤੇ ਮੈਂ ਆਪੇ ਫਿਲਥੀ ਹੋ ਜਾਵਾਂਗਾ। ਪਾਣੀ ਨੇ ਕਦੀ ਨਹੀਂ ਸੋਚਿਆ। ਉਂਝ ਨਿਰਲੇਪਤਾ ਵਾਲੀ, ਨਿਰਦੋਖਤਾ ਵਾਲੀ ਹਾਲਤ ਹੈ ਪਾਣੀ ਦੀ। ਨਿਰਮਲ ਹੈ ਪਾਣੀ, ਪਵਿੱਤਰ ਹੈ ਪਾਣੀ ਬੜਾ, ਉਹ ਕਦੀ ਅਪਵਿੱਤਰ ਨਹੀਂ ਹੋ ਸਕਦਾ। ਤੇ ਮੈਂ ਅੱਜ ਸੋਚਿਆ ਸੀ 9:34 ਹੋਏ ਐਂਡ 10 ਮਿੰਟਸ অর ਸੋ, ਇੱਕ ਸੰਸਕ੍ਰਿਤ ਦਾ ਸ਼ਲੋਕ ਹੈ, ਮੈਂ ਕਲਾਸ ਵਿੱਚ ਬੜੀ ਵਾਰ ਡਿਸਕਸ ਕੀਤਾ ਹੋਇਆ, ਬਟ ਆਈ ਵਾਂਟ ਟੂ ਡਿਸਕਸ ਦਿਸ ਸ਼ਲੋਕ ਇਨ ਦ ਕਲਾਸ ਹੇਅਰ ਟੂਡੇ, ਬਿਕਾਜ਼ ਉਸ ਸ਼ਲੋਕ ਵਿੱਚੋਂ ਤੁਹਾਨੂੰ ਬਹੁਤ ਇੱਕ ਬ੍ਰਹਮ ਗਿਆਨ ਮਿਲੇਗਾ ਇਸ ਗੱਲ ਦਾ ਕਿ ਜਿਹੜੇ ਪ੍ਰਮਾਤਮਾ ਤੱਕ ਜਿਹੜੇ ਪਹੁੰਚੇ ਬੰਦੇ ਹੁੰਦੇ ਆ, ਜਿਹੜੇ ਉਸ ਲੈਵਲ ਦੇ, ਉਹਨਾਂ ਨੂੰ ਇਹ ਜਿਹੜੀ ਮੈਲ ਵਾਲੀ ਅਵਸਥਾ ਜਿਹੜੀ ਸਾਨੂੰ ਬਾਦਰ ਕਰਦੀ ਹੈ, ਉਹਨਾਂ ਨੂੰ ਬਾਦਰ ਨਹੀਂ ਕਰਦੀ। Initially, when you walk on this path, you have to be very careful who do you talk to, who do you mix up with, what influences are you getting in your life. But there comes a point though in your life where the ਉੱਚੀ ਅਵਸਥਾ ਹੋ ਜਾਂਦੀ ਹੈ ਬ੍ਰਹਮ ਗਿਆਨੀ ਵਰਗੀ, ਫਿਰ ਫਰਕ ਨਹੀਂ ਪੈਂਦਾ ਉਸ ਬੰਦੇ ਨੂੰ। ਉਹ ਫਿਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਵਿੱਚ ਵਰਤਦਾ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ। He is able to keep himself away from there, even though it's within that thing, ਨਿਰਲੇਪ ਰਹਿੰਦਾ ਹੈ। ਤੇ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ, ਜੈਸੇ ਧਰ ਉੱਪਰ ਆਕਾਸ਼, ਬਾਹਰ ਜਾ ਕੇ ਅੱਖਾਂ ਉੱਪਰ ਜਾਣ, ਜਿੱਥੇ ਤੱਕ ਨਜ਼ਰ ਆਉਂਦਾ ਸਿਰਫ ਆਸਮਾਨ ਹੀ ਆਸਮਾਨ ਨਜ਼ਰ ਆਉਂਦਾ ਹੈ। ਬਾਹਰ ਚਲੇ ਜਾਓ, ਹੋਰ ਕੁਝ ਨਜ਼ਰ ਆਉਂਦਾ ਤੁਹਾਨੂੰ? ਕੁਝ ਨਜ਼ਰ ਨਹੀਂ ਆਉਂਦਾ। ਚੰਦ ਸੂਰਜ ਨਜ਼ਰ ਆਉਂਦੇ ਹਨ, ਲੇਕਿਨ ਉਹਨਾਂ ਵਿੱਚੋਂ ਜ਼ਿਆਦਾ ਜਿਹੜੀ ਦ੍ਰਿਸ਼ ਜਿਹੜੀ ਹੈ ਤੁਹਾਡੀ ਆਸਮਾਨ ਨਜ਼ਰ ਆਉਂਦੀ ਹੈ ਸਾਰਾ। ਉਹ ਕੁਝ ਵੀ ਹੋ ਜਾਏ ਉੱਤੇ ਉਸ ਆਸਮਾਨ ਹੀ ਹੈ, ਨੀਲਾ ਆਸਮਾਨ ਨਜ਼ਰ ਆਉਂਦਾ ਹੈ ਸਾਰਾ। ਯੂ ਸੀ ਦ ਬਲੂ ਸਕਾਈ। ਉਸੇ ਤਰ੍ਹਾਂ ਬ੍ਰਹਮ ਗਿਆਨੀ ਦੀ ਜ਼ਿੰਦਗੀ ਵਿੱਚ ਉਹਨਾਂ ਨੂੰ ਹਰ ਚੀਜ਼ ਵਿੱਚ ਪ੍ਰਮਾਤਮਾ ਦੀ ਝਲਕ ਨਜ਼ਰ ਆਉਂਦੀ ਹੈ, ਹਰ ਚੀਜ਼ ਵਿੱਚ। ਇਹ ਅਵਸਥਾ ਕਿਸ ਤਰ੍ਹਾਂ ਬਣਦੀ ਹੈ? ਇਹ ਅਵਸਥਾ ਕਿਉਂ ਪੈਦਾ ਹੁੰਦੀ ਹੈ? ਆਸਾ ਦੀ ਵਾਰ ਦੀਆਂ ਆਈ ਥਿੰਕ ਦੂਸਰੇ ਛੱਕੇ ਵਿੱਚ ਜਾਂ ਤੀਸਰੇ ਛੱਕੇ ਚ, ਆਈ ਡੋਂਟ ਰਿਮੈਂਬਰ, ਜਿੱਥੇ ਸੱਚੇ ਵਾਲੇ ਆਇਆ ਹੈ ਵਰਡ, ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ। ਅਗਰ ਉਸ ਸ਼ਲੋਕ ਨੂੰ ਧਿਆਨ ਨਾਲ ਬੰਦਾ ਪੜ੍ਹੇ, when you get a time, just go over that shloka one more time though. ਸੱਚੇ ਤੇਰੇ ਰੋਗ ਸੱਚੇ ਆਕਾਰ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਆਖੇ ਲੱਖ ਕਰੋੜ, ਸੱਚੇ ਸਬਦਾਨ। ਉਹਦੇ ਵਿੱਚ ਉਹਨਾਂ ਨੂੰ ਤੇ ਹਰ ਚੀਜ਼ ਸੱਚੀ ਨਜ਼ਰ ਆਈ, ਉਹਨਾਂ ਹਰ ਚੀਜ਼ ਵਿੱਚ ਉਹ ਨਜ਼ਰ ਆਇਆ ਹੈ।
ਹਰ ਜ਼ਰਰੇ ਜ਼ਰਰੇ ਵਿੱਚ ਉਹਦੀ ਪ੍ਰੈਜ਼ੈਂਸ ਮਹਿਸੂਸ ਹੋਈ ਉਹਨਾਂ ਨੂੰ ਉੱਥੇ, ਉਹਨਾਂ ਨੂੰ ਮਹਿਸੂਸ ਹੋਈ ਹੈ ਗੁਰੂ ਨਾਨਕ ਦੇਵ ਜੀ ਨੂੰ। ਤੇ ਜੇ ਤੁਹਾਨੂੰ ਨਹੀਂ ਮਹਿਸੂਸ ਹੋਈ, ਇਸ਼ੂ ਤੁਹਾਡੇ ਵਿੱਚ ਹੈ, ਇਹਨਾਂ ਚੀਜ਼ਾਂ 'ਚ ਇਸ਼ੂ ਨਹੀਂ ਹੈ ਕੋਈ। ਤੇ ਉਹਨਾਂ ਨੂੰ ਖਾਲੀ ਉਸ ਸੱਚੇ ਵਿੱਚ ਨਜ਼ਰ ਨਹੀਂ ਆਇਆ, ਸੱਚੇ ਨੂੰ ਦੇਖ ਕੇ ਸੱਚੇ ਦਾ ਸੁਭਾਵ ਅੰਦਰ ਪੈਦਾ ਹੋ ਕੇ ਵਿਸਮਾਦ ਵਾਲੀ ਵਿੱਚ ਉਹਨਾਂ ਹਰ ਚੀਜ਼ ਵਿੱਚ ਉਹਨਾਂ ਦੀ ਜ਼ਿੰਦਗੀ 'ਚ ਵਿਸਮਾਦ ਪੈਦਾ ਹੋਇਆ। ਆਸਾ ਦੀ ਆਵਾਜ਼, ਵਿਸਮਾਦ ਨਾਦ ਵਿਸਮਾਦ ਭੇਦ, ਵਿਸਮਾਦ ਜੀ ਵਿਸਮਾਦ ਭੇਦ, ਵਿਸਮਾਦ ਰੂਪ ਵਿਸਮਾਦ ਰੰਗ, ਵਿਸਮਾਦ ਨਾ ਗਏ ਫਿਰੇ ਜੰਦ। ਸਾਨੂੰ ਜਾਨਵਰ ਦਿਸਦੇ ਹਨ ਨੰਗੇ, ਸਾਡੇ ਅੰਦਰ ਤੇ ਵਿਸਮਾਦ ਕਦੇ ਨਹੀਂ ਪੈਦਾ ਹੋਇਆ। ਸਾਨੂੰ we see cats, we see dogs, we see cows, we see other squirrels, we see other animals, ਨੰਗੇ ਹੀ ਹੈ ਨਾ, ਕਿਸੇ ਨੇ ਕੱਪੜੇ ਤੇ ਨਹੀਂ ਪਾਏ ਹੋਏ। ਕਿਸ ਨੇ ਕਦੀ ਸੋਚਿਆ ਕਿ ਨੰਗੇ ਵੀ ਖੂਬਸੂਰਤ ਹਨ? ਇਨਸਾਨ ਨਹੀਂ ਨੰਗੇ, ਇਨਸਾਨਾਂ ਨੇ ਕੱਪੜੇ ਪਾਏ ਹੋਏ ਹਨ, ਪਰ ਜਾਨਵਰਾਂ ਨੇ ਕੱਪੜੇ ਨਹੀਂ ਪਾਏ ਹੋਏ। ਨਾ ਪਾਏ ਹੋਣ ਵੀ ਬੜੀ ਖੂਬਸੂਰਤੀ ਹੈ, ਬੜੀ ਦੇਖਣ 'ਚ ਕੋਈ ਖਰਾਬ ਨਹੀਂ ਲੱਗਦੇ, ਨਾ ਵੀ ਕੱਪੜੇ ਪਾਏ ਹੋਣ। ਤੁਹਾਡਾ ਮਨ ਕਦੀ ਵਿਸਮਾਦ 'ਚ ਗਿਆ ਇਸ ਬਾਰੇ? ਤੁਹਾਡਾ ਮਨ ਕਦੀ ਠਹਿਰਾਵ 'ਚ ਆ ਗਿਆ ਉੱਤੇ? ਦੋ ਅਥਰੂ ਵਿਰਾਗ ਦੇ ਗੇੜੇ ਹਨ, ਹੇ ਮੇਰੇ ਦਾਤਾ ਇਹ ਕੀ ਕੀਤਾ ਤੁਸੀਂ? ਸਾਨੂੰ ਕੱਪੜੇ ਪਵਾ ਕੇ ਇਹਨਾਂ ਨੂੰ ਨਹੀਂ ਪਵਾਏ, ਇਹਨਾਂ ਨੂੰ ਬਗੈਰ ਪਵਾਏ ਹੋਏ ਵੀ ਤੁਸੀਂ ਕਿਤਨਾ ਖੂਬਸੂਰਤ ਬਣਾ ਦਿੱਤਾ ਇਹਨਾਂ ਨੂੰ। ਇਹ ਤੇਰੀ ਦਾਤ ਹੈ ਮੇਰੇ ਦਾਤੇ। ਉਹਨਾਂ ਨੂੰ ਨਜ਼ਰ ਆਇਆ ਉਹ ਗੱਲ, ਵਿਸਮਾਦ ਨਾਗੇ ਫਿਰੇ ਜਦ। ਉਹਨਾਂ ਨੂੰ ਅਗਨੀ ਵਿੱਚ ਵਿਸਮਾਦ ਨਜ਼ਰ ਆਇਆ, ਉਹਨਾਂ ਨੂੰ ਪਾਵਨ ਵਿੱਚ ਵਿਸਮਾਦ ਨਜ਼ਰ ਆਇਆ, ਉਹਨਾਂ ਨੂੰ ਹਵਾ ਵਿੱਚ ਵਿਸਮਾਦ ਨਜ਼ਰ ਆਇਆ। ਉਹਨਾਂ ਨੂੰ ਨਜ਼ਰ ਆਇਆ, ਉਹਨਾਂ ਦੀਆਂ ਨਜ਼ਰਾਂ ਹੋਰ ਕਿਸਮ ਦੀਆਂ, ਉਹਨਾਂ ਨੂੰ ਨਜ਼ਰ ਆਇਆ, ਉਹਨਾਂ ਲਿਖ ਦਿੱਤਾ ਉਹਨਾਂ ਨੇ, ਸਾਡੀ ਨਜ਼ਰਾਂ 'ਚ ਨਹੀਂ ਆਇਆ। ਤੇ ਇਹ ਧਰ ਉੱਪਰ ਆਕਾਸ਼, ਬ੍ਰਹਮ ਗਿਆਨੀ ਦੀ ਨਜ਼ਰਾਂ ਵਿੱਚ ਹਰ ਬੰਦੇ ਦੇ ਅੰਦਰ ਬ੍ਰਹਮ ਹੈ, ਚਾਹੇ ਉਹ ਮਾੜਾ ਤੋਂ ਮਾੜਾ ਕਿਉਂ ਨਾ ਹੋਵੇ ਬੰਦਾ, ਚਾਹੇ ਉਹ ਫਿਰ ਔਰੰਗਜ਼ੇਬ ਹੀ ਕਿਉਂ ਨਾ ਹੋਵੇ। ਤੇ ਦੀਨਾ ਜਦੋਂ ਪਹੁੰਚੇ ਨਾ, ਜਦੋਂ ਮਹਾਰਾਜ, ਮੈਂ ਕਲਗੀਧਰ ਪਿਤਾ ਦੀ ਗੱਲ ਕਰਦਾ ਪਿਆ, ਕਲਗੀਧਰ ਪਿਤਾ ਜਦੋਂ ਦੀਨਾ ਪਹੁੰਚੇ ਹਨ, ਜਦੋਂ ਸਦਨ ਪੰਜਾਬ ਵਿੱਚ ਜਦੋਂ ਲਿਖਣਾ ਸ਼ੁਰੂ ਕੀਤਾ ਜ਼ਫਰਨਾਮਾ ਤੇ ਦਿੱਤਾ ਸਿੱਖਾਂ ਨੂੰ, ਜਾਓ ਪਹੁੰਚਾ ਕੇ ਆਓ, ਤਾਂ ਜ਼ਫਰਨਾਮੇ ਵਿੱਚ ਇੱਕ ਚੈਪਟਰ ਜਦੋਂ ਔਰੰਗਜ਼ੇਬ ਦੀ ਸਿਫਤ ਬਾਰੇ ਲਿਖਿਆ ਤੇ ਕਈਆਂ ਨੇ ਕੁਐਸਚਨ ਵੀ ਕੀਤਾ ਵੀ ਇਹ ਕੀ ਕੀਤਾ ਮਹਾਰਾਜ ਤੁਸੀਂ? ਇਹ ਤੇ ਤੁਹਾਡੇ 4 ਪੁੱਤਰਾਂ ਨੂੰ, ਇਤਨੇ ਸਿੱਖਾਂ ਦਾ ਕਤਲ, ਇਹਦੇ ਖੂਨ ਤੁਹਾਡੇ ਮਾਤਾ ਜੀ ਨੂੰ ਕਤਲ ਕਰਵਾਇਆ, ਤੁਹਾਡੇ 2 ਛੋਟੇ ਬੇਟਿਆਂ ਨੀਹਾਂ ਚੁਣਵਾਏ ਗਏ, 2 ਵੱਡੇ ਸ਼ਹੀਦ ਹੋਏ ਚਮਕੌਰ ਦੀ ਜੰਗ ਵਿੱਚ, ਇਤਨੇ ਤਸੀਹੇ ਦਿੰਦਾ ਹੈ। ਲੇਕਿਨ ਉਹਨਾਂ ਦੇ ਕਿਉਂਕਿ ਨਿਰਵੈਰ ਹਿਰਦਾ ਹੈ ਨਾ ਗੁਰੂ ਦਾ, ਬਸ ਇਹ ਫਰਕ ਹੈ ਉੱਥੇ ਬੜਾ ਵੱਡਾ। ਤੇ ਭਾਈ ਕਨ੍ਹਈਆ ਕੋਲ ਪੁੱਛ ਲਓ, ਉਹ ਤੇ ਗੁਰੂ ਵੀ ਨਹੀਂ ਹੈ, ਉਹਨਾਂ ਕੋਲ ਕਿਉਂ ਨਹੀਂ ਪੁੱਛਦੇ? ਹਾਂਜੀ ਵੀ ਇਹ ਤੁਹਾਨੂੰ ਨਜ਼ਰ ਨਹੀਂ ਆਏ, ਇਹ ਤੁਰਕ, ਇਹ ਮੁਸਲਮਾਨ, ਇਹ ਮੁਗਲ, ਇਹ ਜੰਮ ਤੁਹਾਨੂੰ ਨਜ਼ਰ ਨਹੀਂ ਆਏ? ਤੁਹਾਨੂੰ ਕਿਤਨਾ ਸਿੱਖਾਂ ਨੂੰ ਮਾਰਦੇ ਹਨ, ਕਿਉਂ ਪਾਇਆ ਪਲਾਣੀ ਨਾ ਪਵਾ ਇਹਨਾਂ ਨੂੰ? ਤੁਹਾਡੇ ਮਨ ਹੋਏ ਪ੍ਰਗਾਸ, ਤੁਹਾਨੂੰ ਕਿਉਂ ਇਹਨਾਂ ਚੋਂ ਬ੍ਰਹਮ ਨਜ਼ਰ ਆਇਆ ਤੁਹਾਨੂੰ ਇਹਨਾਂ ਨੂੰ? ਤੇ ਗੁਰੂ ਅਰਜਨ ਦੇਵ ਮਹਾਰਾਜ ਕੋਲ ਪੁੱਛੋ ਨਾ, ਤੁਹਾਨੂੰ ਹਜ਼ਰਤ ਮੀਆਂ ਮੀਰ ਵਿੱਚੋਂ ਕਿਉਂ ਪ੍ਰਗਟ ਮਿਲਿਆ ਨਜ਼ਰ, ਉਹ ਮਿਲਾਇਆ ਤੁਹਾਨੂੰ, ਕਿਉਂ ਬੁਲਾਇਆ ਤੁਸੀਂ ਲਾਹੌਰ ਨੂੰ ਉੱਥੋਂ ਉਹਨਾਂ ਨੂੰ ਨੀਂਹ ਰੱਖਣ ਵਾਸਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਹਰਮੰਦਰ ਸਾਹਿਬ ਦੀ ਨੀਂਹ ਰੱਖਣ ਵਾਸਤੇ। ਹੁਣ ਕਈ ਨਹੀਂ ਮੰਨਦੇ ਅੱਜ ਕੱਲ, ਹੁਣ ਨਵਾਂ ਇੱਕ ਥਾਟ ਪ੍ਰੋਸੈਸ ਸ਼ੁਰੂ ਹੋ ਗਿਆ ਜੀ, we don't agree with that, maybe that never happened, maybe it didn't happen, we don't know that, but ਜੋ ਪ੍ਰਚਲਿਤ ਗੱਲ ਹੈ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦਾ। I was not there to see whether it really happened or not. I'm just telling you what most historical books have written, on that point. ਤਾਰੂ ਉੱਪਰ ਆਕਾਸ਼, ਉਹਨਾਂ ਨੂੰ ਹਰ ਚੀਜ਼ ਵਿੱਚ ਪ੍ਰਮਾਤਮਾ ਦੀ ਛੋਹ ਪ੍ਰਾਪਤ ਹੁੰਦੀ ਉਹਨਾਂ ਨੂੰ। ਤੇ ਇਹ ਕਿਸ ਤਰ੍ਹਾਂ ਹੁੰਦਾ ਹੈ? ਇਹ ਹੁੰਦਾ ਤਾਂ ਜੋ ਹਜ਼ੂਰੀ ਵਾਲਾ ਜੀਵਨ ਗੁਰੂ ਬਖਸ਼ੇ, ਜਾਂ ਤੁਸੀਂ ਕੋਸ਼ਿਸ਼ ਕਰੋ ਜਦੋਂ ਤੁਹਾਨੂੰ ਮਹਿਸੂਸ ਹੋਏ ਮੇਰਾ ਗੁਰੂ ਹਮੇਸ਼ਾ ਮੇਰੇ ਨਾਲ। ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ, ਉਹਨਾਂ ਦੇ ਮਨ ਵਿੱਚ ਇਹ ਪ੍ਰਕਾਸ਼, ਇਹ ਪ੍ਰਗਾਸ ਹੁੰਦਾ ਉਸ ਤਰ੍ਹਾਂ ਹੈ ਕਿ ਹਮੇਸ਼ਾ ਹਰ ਜਗ੍ਹਾ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਹਨ, ਹਰ ਵਿੱਚੋਂ ਉਹ ਨਜ਼ਰ ਆਉਂਦਾ ਹੈ। ਕਿਉਂਕਿ ਜਿਸ ਤਰ੍ਹਾਂ ਜੈਸੇ ਧਰ ਉੱਪਰ ਆਕਾਸ਼, ਜਿਸ ਤਰ੍ਹਾਂ ਧਰਤੀ ਦੇ ਉੱਤੇ ਨਜ਼ਰਾਂ ਜਦੋਂ ਪੈਂਦੀਆਂ ਹਨ ਤਾਂ ਸਿਰਫ ਆਕਾਸ਼ ਨਜ਼ਰ ਆਉਂਦਾ ਹੈ, ਸਿਰਫ ਸਕਾਈ ਨਜ਼ਰ ਆਉਂਦੀ ਹੈ, ਹੋਰ ਕੁਝ ਨਜ਼ਰ ਨਹੀਂ ਆਉਂਦਾ। ਇਸ ਵਾਸਤੇ ਬ੍ਰਹਮ ਗਿਆਨੀ ਦੀ ਜ਼ਿੰਦਗੀ ਵਿੱਚ ਉਹ ਪ੍ਰਗਾਸ ਹੈ, ਹਮੇਸ਼ਾ ਉਹ ਜ਼ਿੰਦਗੀ ਵਿੱਚ ਹੈ। ਹੇਟਰੇਟ ਤੇ ਉਹਦੇ ਮਨ 'ਚ ਹੈ ਹੀ ਨਹੀਂ ਨਾ, ਚਾਹੇ ਔਰੰਗਜ਼ੇਬ ਵਰਗਾ ਵੀ ਹੋਵੇ ਤਾਂ ਵੀ ਹੇਟਰੇਟ ਨਹੀਂ। ਮੈਂ ਤੇ ਕਈ ਵਾਰੀ ਪਹਿਲੇ ਵੀ ਡਿਸਕਸ, ਕਈ ਵਾਰੀ ਕਿਹਾ ਮੈਂ ਤੇ ਅਰਦਾਸ ਤੇ ਉਹਨਾਂ ਵਰਡ ਤੇ ਮੈਂ ਹੈਰਾਨ ਹਾਂ, ਖਾਲੀ ਧੰਨ ਸਨ ਗੁਰਸਿੱਖ ਜਿਨ੍ਹਾਂ ਨੇ ਅਰਦਾਸ ਵਿੱਚ ਇਹ ਵਰਡ ਐਡ ਕਰਾਏ ਕਿ ਇੰਨਾ ਕੁਝ ਕਰਾਉਣ ਤੋਂ ਬਾਅਦ ਦਿਨਾਂ ਨੇ ਦੇਖ ਕੇ ਅਨਡਿਟ ਕੀਤਾ,
ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਇਤਨਾ ਕੁਝ ਹੋ ਗਿਆ, ਮਾਇਆਂ ਦੇ ਟੋਟੇ ਕਰਾਏ ਗਏ, ਬੱਚਿਆਂ ਦੇ ਇਤਨੇ ਸ਼ਹੀਦ ਹੋ ਗਏ, ਫਿਰ ਵੀ ਇਹ ਲਾਈਨਾਂ ਅਰਦਾਸ ਵਿੱਚ ਅੱਜ ਤੋਂ 300 ਸਾਲ ਪਹਿਲੇ ਐਡ ਕਰਾਈਆਂ ਗਈਆਂ, ਜਿਨ੍ਹਾਂ ਨੇ ਦੇਖ ਕੇ ਅੰਡਿਟ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ। ਕਿਉਂ ਦੇਖ ਕੇ ਅੰਡਿਟ ਕੀਤਾ ਜੀ? ਦੇਖ ਕੇ ਅੰਡਿਟ ਨਾ ਕਰਦੇ, ਦੇਖ ਕੇ ਦੁਸ਼ਮਣੀ ਪੈਦਾ ਕਰ ਲੈਂਦੇ। ਅੰਡਿਟ ਕਿਉਂ ਕੀਤਾ ਦੇਖ ਕੇ ਉਹਨਾਂ ਨੇ? ਕਿਉਂਕਿ ਉਹਨਾਂ ਦੀ ਅਵਸਥਾ ਇਸ ਅਵਸਥਾ ਵਿੱਚ ਸਨ ਕਿ ਬ੍ਰਹਮ ਗਿਆਨੀ ਕੇ ਹੋਏ ਪ੍ਰਗਾਸ ਵਾਲੀ ਅਵਸਥਾ ਵਿੱਚ ਸਨ। ਇਸ ਵਾਸਤੇ ਉਹਨਾਂ ਨੇ ਦੇਖ ਕੇ ਅੰਡਿਟ ਕਰਨ ਦੀ ਇਹ ਹਜ਼ੂਰੀ ਵਾਲੇ ਜੀਵਨ ਜਿਨ੍ਹਾਂ 'ਚ ਹੈ, ਜਿਨ੍ਹਾਂ ਦਾ ਇਹ ਉਹਨਾਂ ਨੂੰ ਪਤਾ ਹੈ, ਜਿਹੜੇ ਜੀਂਦੇ ਹਨ ਇਸ ਦੁਨੀਆਂ ਵਿੱਚ, ਜਿਨ੍ਹਾਂ ਦੇ ਮਨ 'ਚ ਕਿਸੇ ਦੀ ਤਰਫ ਹੇਟਰੇਡ ਨਹੀਂ ਹੁੰਦੀ। ਹਾਂ, ਜੇ ਕੋਈ ਮਾੜਾ ਕੰਮ ਕਵੇ ਤਾਂ ਉਹਨੂੰ ਮਾੜਾ ਕਹਿੰਦੇ ਹਨ, ਉਹ ਹੇਟਰੇਡ ਨਹੀਂ ਹੈ, ਉਹਨੂੰ ਚੰਗੀ ਤਰਫ ਲਗਾਉਣ ਵਾਸਤੇ। ਪਰ ਕਿਸੇ ਦੇ ਦਿਲ ਦੇ ਅੰਦਰ ਉਹ ਹੇਟਰੇਡ ਨਹੀਂ ਪੈਦਾ ਕਰਦੇ, ਕਿਸੇ ਨੂੰ ਹੇਟ ਨਹੀਂ ਕਰਦੇ। ਹਰ ਇੱਕ ਵਿੱਚ ਪ੍ਰਮਾਤਮਾ ਦਾ ਰੂਪ ਦੇਖਦੇ ਹਨ। ਬ੍ਰਹਮ ਗਿਆਨੀ ਕੇ ਅਗਲੀ ਵਰਡ ਵਿੱਚ ਹੋਰ ਕਲੈਰਿਟੀ ਹੋ ਜਾਏਗੀ ਇਸ ਪ੍ਰਗਾਸ ਦੇ ਕਨਸੈਪਟ ਨੂੰ ਕਿ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ। ਮਨ ਕਹਿਣ ਦੀ ਲੋੜ ਹੀ ਨਹੀਂ ਮੈਨੂੰ ਕੁਝ ਹੋਰ। ਉਹ ਫਿਰ ਭਾਈ ਕਨਈਆ ਕੋਲੋਂ ਪੁੱਛ ਸਕਦੇ ਆ ਕਿ ਉਹਨਾਂ ਨੂੰ ਕਿਉਂ ਮਿੱਤਰ ਸਤਰ ਸਮਾਨ ਲੱਗੇ, ਉਹਨਾਂ ਨੂੰ ਕਿਉਂ ਉਹਨਾਂ ਦੇ ਵਾਸਤੇ, ਤੇ ਚਾਹੇ ਉਹ ਕੋਈ ਦੋਸਤ ਆਏ ਚਾਹੇ ਦੁਸ਼ਮਣ ਆਏ, ਉਹਨਾਂ ਨੂੰ ਉਹ ਇੱਕੋ ਜਿਹਾ ਉਹਨਾਂ ਨੇ ਦੇਣਾ ਉਪਦੇਸ਼। ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਕਿਤੇ। ਉਹਨਾਂ ਨੇ ਕਿਧਰੇ ਮਨ 'ਚ ਆਪਣੇ ਕੁਝ ਰੱਖਣੀ ਨਹੀਂ ਗੱਲ। ਉਹ ਚਾਹੇ ਕੋਡੇ ਰਾਖਸ਼ ਕੋਲ ਚਲੇ ਜਾਣ, ਚਾਹੇ ਭੂਮੀਏ ਚੋਰ ਕੋਲ ਚਲੇ ਜਾਣ, ਉੱਥੇ ਵੀ ਉਹੀ ਹਾਲ ਹੈ। ਤੇ ਚਾਹੇ ਭਾਈ ਝੰਡਾ ਜੀ ਕੋਲ ਜਾਂਦੇ ਹਨ ਤਾਂ ਵੀ ਉੱਥੇ ਹੀ ਹੋਈ ਹਾਲ। ਉੱਥੇ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ। ਮਾੜਿਆਂ ਕੋਲ ਜਾ ਕੇ ਵੀ ਮਾੜਿਆਂ ਨਾਲ ਘਿਰਣਾ ਨਹੀਂ ਹੈ। ਤੇ ਜੇ ਪ੍ਰਮਾਤਮਾ ਨਾਲ ਮਿਲੇ ਹੋਏ ਬੰਦੇ ਹਨ, ਜੇ ਉਹ ਵਿਛੜੇ ਹੋਏ ਹਨ, ਤਾਂ ਉਹਨਾਂ ਨੂੰ ਵਿਛਾੜਨ ਵਾਸਤੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਉਸ ਬਾਰੇ ਵਿੱਚ। ਬੜੀ ਉੱਚੀ ਅਵਸਥਾ ਹੈ, ਬੜੀ ਉੱਚੀ ਕੌਨਸ਼ੀਅਸਨੈਸ ਹੈ ਲੈਵਲ ਸੋਚਣ ਦੀ। ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ, ਉਹਨਾਂ ਵਾਸਤੇ ਮਿੱਤਰੂ ਤੇ ਸ਼ਤਰੂ, ਮਿੱਤਰ ਤੇ ਸ਼ਤਰ, ਦੋਸਤ ਤੇ ਦੁਸ਼ਮਣ ਸਮਾਨ ਹਨ। ਤੇ ਬ੍ਰਹਮ ਗਿਆਨੀ ਕੇ ਨਾ ਹੀ ਅਭਿਮਾਨ, ਉਹਨਾਂ ਵਿੱਚ ਈਗੋਇਸਟਿਕ ਬਿਹੇਵੀਅਰ ਬਿਲਕੁਲ ਨਹੀਂ। ਤੇ ਈਗੋਇਸਟਿਕ ਬਿਹੇਵੀਅਰ ਇਸ ਵਾਸਤੇ ਨਹੀਂ ਹੈ ਕਿਉਂਕਿ ਉਹ ਜਾਣਦੇ ਹਨ ਕੌਣ ਹਨ। ਉਹ ਜਾਣਦੇ ਹਨ ਮੇਰੇ ਪ੍ਰਮਾਤਮਾ ਨੂੰ ਕੀ ਪਸੰਦ ਹੈ, ਉਹ ਜਾਣਦੇ ਹਨ ਉਹਦੀ ਪਸੰਦ ਕੀ ਹੈ। ਉਹਨੂੰ ਪਸੰਦ ਨਹੀਂ ਹੈ ਤੂੰ ਹਉਮੈ ਵਿੱਚ ਜਾਂ ਅਹੰਕਾਰ ਵਿੱਚ ਰਵੇਂ, ਤਾਂ ਉਸਦੇ ਹੁਕਮ ਨੂੰ ਮੰਨਦੇ ਹਨ, ਆਪਣੇ ਈਗੋ ਨੂੰ ਦੂਰ ਕਰਦੇ ਨਹੀਂ, ਆਪਣੇ ਆਪ ਨੂੰ ਨੀਵਾਂ ਸਮਝਦੇ ਹਨ ਬੜਾ। ਬ੍ਰਹਮ ਗਿਆਨੀ ਊਚ ਤੇ ਉੱਚਾ, ਪਰ ਮਨ ਆਪਣੇ ਹੈ ਸਭ ਤੇ ਨੀਚਾ। ਹੁਣ ਇੱਥੇ ਭਾਈ ਗੁਰਦਾਸ, next time I'll bring that war I'm going to discuss with you. ਭਾਈ ਗੁਰਦਾਸ ਦੀ ਇੱਕ ਵਾਰ ਹੈ ਜਿਹਦੇ ਵਿੱਚ ਭਾਈ ਗੁਰਦਾਸ ਨਿਮਰਤਾ ਦੀ ਡੈਫੀਨੇਸ਼ਨ ਦਿੰਦੇ ਹਨ ਕਿ ਨਿਮਰਤਾ ਕੀ ਹੈ। ਮਨ ਨੀਵਾ ਤੇ ਮਤ ਉੱਚੀ ਕੀ ਹੈ? ਮਨ ਨੀਵਾ ਤੇ ਮਤ ਉੱਚੀ ਹੈ, ਪੜਿਆ ਤੋਂ ਪੜਿਆ ਲਿਖਿਆ ਬੰਦਾ ਹੋਵੇ, ਹਾਰਵਰਡ ਐਜੂਕੇਟਡ ਹੋਵੇ। ਮੈਂ ਕਹਿੰਦਾ ਇਹੋ ਜਿਹੀਆਂ ਡਿਗਰੀਆਂ ਹੋਣ ਜਿਹੜੀਆਂ ਇਤਨਾ ਪੜਿਆ ਲਿਖਿਆ ਹੋਵੇ, ਇਤਨਾ ਸਿਆਣਾ ਹੋਵੇ, ਤੇ ਇਤਨਾ ਸਿਆਣਾ ਹੋ ਕੇ ਵੀ ਆਪਣੇ ਆਪ ਨੂੰ ਚਰਨਾਂ ਦੀ ਧੂਲ ਸਮਝੇ, ਆਪਣੇ ਆਪ ਨੂੰ ਨੀਵਾਂ ਗਿਣੇ, ਆਪਣੇ ਆਪ ਨੂੰ ਕੁਛ ਨਾ ਜੜਾਵੇ। ਉਹ ਹੈ ਨਿਮਰਤਾ। ਤੇ ਇੱਕ ਨਿਮਰਤਾ ਹੁੰਦੀ ਹੈ ਜਿਹੜੀ ਕਿ ਕੋਈ ਚੋਇਸ ਹੀ ਨਹੀਂ ਹੈ, ਵਿਚਾਰੇ ਕੋਲ ਗਰੀਬ ਹੈ ਹੀ ਨਹੀਂ, ਉਹਦੇ ਕੋਲ ਪੜਿਆ ਲਿਖਿਆ ਨਹੀਂ ਹੈ, ਪੈਸੇ ਵੀ ਨਹੀਂ ਹਨ ਬਹੁਤੇ ਉਹਦੇ ਕੋਲ, ਉਹ ਵਿਚਾਰਾ ਕੀ ਕਰੇਗਾ? ਉਹ ਨਿਮਰਤਾ ਹੀ ਰਹਿਣਾ ਹੈ ਨਾ ਉਹਨੇ, ਤੇ ਉਹ ਕੀ ਕਰੇਗਾ? ਉਹ ਅਭਿਮਾਨੀ ਥੋੜੀ ਨਾ ਹੋ ਸਕਦਾ ਕੋਈ। ਨਿਮਰਤਾ ਦੀ ਅਸਲੀ ਡੈਫੀਨੇਸ਼ਨ ਉਹ ਹੈ ਜੋ ਸਭ ਕੁਝ ਹੁੰਦਿਆਂ ਸੁਣਦਿਆਂ ਇਸ ਸੰਸਾਰ 'ਚ ਰਹਿ ਕੇ ਹਰ ਚੀਜ਼ ਮੰਨਦਿਆਂ, ਹਰ ਚੀਜ਼ ਮਿਲਦਿਆਂ ਵਿੱਚ ਵੀ ਸਮਝੇ ਕਿ ਨਹੀਂ ਹੈ ਕੁਝ ਮੇਰੇ ਕੋਲ, ਮੈਂ ਸਭ ਤੋਂ ਨੀਵਾਂ। ਆਪਣੀ ਮਤ ਉੱਚੀ ਹੋਵੇ, ਸਿਆਣਪ ਹੋਵੇ, ਬਹੁਤ ਸਿਆਣਾ ਹੋਵੇ, ਭਾਈ ਨੰਦ ਲਾਲ ਵਰਗਾ ਸਿਆਣਾ ਹੋਵੇ, ਭਾਈ ਗੁਰਦਾਸ ਵਰਗਾ ਸਿਆਣਾ ਹੋਵੇ। ਤੇ ਲੇਕਿਨ ਜਦੋਂ ਉਹ ਭਾਈ ਨੰਦ ਲਾਲ ਜੀ ਦੀ ਸਾਖੀ ਆਉਂਦੀ ਹੈ ਨਾ, ਜਦੋਂ ਇੱਕ ਵਾਰੀ ਮਹਾਰਾਜ, ਜਦੋਂ ਕਲਗੀਧਰ ਪਿਤਾ ਜਦੋਂ ਲੰਗਰ ਤੋਂ ਬਾਹਰ ਜਦੋਂ ਝੂਠ ਜਿਹੜਾ ਹੈ, ਲੰਗਰ ਦਾ ਝੂਠ ਜਿਹੜਾ ਹੈ, ਉਹ ਜਾਨਵਰਾਂ ਨੂੰ ਖਿਲਾਉਂਦੇ ਸਨ, ਕੁੱਤਿਆਂ ਨੂੰ ਖੜੇ ਹੋ ਵਿਚਾਰੇ ਪਾਉਂਦੇ ਸਨ ਉਹਨਾਂ ਨੂੰ ਵੀ ਝੂਠ ਜਿਹੜਾ ਹੈ। ਤੇ ਇੱਕ ਵਾਰੀ ਭਾਈ ਨੰਦ ਲਾਲ ਉਹਨਾਂ ਲਾਈਨ 'ਚ ਖੜੇ ਹੋ ਗਏ ਉੱਥੇ, ਤੇ ਕਹਿੰਦੇ ਹਨ ਇੱਕ ਵਾਰੀ ਇਤਿਹਾਸ ਲਿਖਿਆ ਹੈ ਕਿ ਖੜੇ ਹੋ ਗਏ ਤੇ ਕਹਿਣ ਲੱਗੇ ਜਿਸ ਤਰ੍ਹਾਂ ਇਹਨਾਂ ਦੇ ਮੂੰਹ 'ਚ ਝੂਠ ਪਾਉਂਦੇ ਹੋ, ਮੇਰੇ ਮੂੰਹ 'ਚ ਝੂਠ ਪਾਓ, ਮੈਂ ਵੀ ਗੁਰੂ ਘਰ ਦਾ ਕੂਕਰ ਹਾਂ। ਉਹਨਾਂ ਵਰਗਾ ਕੋਈ ਪੜ੍ਹਿਆ ਲਿਖਿਆ ਬੰਦਾ, ਉਹਨਾਂ ਵਰਗਾ ਕੋਈ ਫਾਜ਼ਲ ਬੰਦਾ, ਉਹਨਾਂ ਵਰਗਾ ਕੋਈ ਆਲਮ ਬੰਦਾ ਉਸ ਵੇਲੇ 'ਚ ਦੁਨੀਆ 'ਚ ਕੋਈ
शायद ना मौजूद होवे उस वाले। संस्कृत फारसी दे जाणू सन, आप मीर मुंशी रहे हैं, सब तो उच्ची पोस्ट है, सिविल पोजीशन सी मुगल गवर्नमेंट च उस वाले। जस्ट इमेजिन ਉਹ ਵੀ ਹਿੰਦੂ ਸਨ ਨਾਲ ਪੈਦਾਇਸ਼ੀ, कितना मुश्किल होना है उस वेले नॉन मुस्लिम नो टू रीच दैट पोजीशन इन द मुगल गवर्नमेंट। जस्ट इमेजिन कितनी काबिलियत होनी है उन्हां विच, ताकि मुगल एम्परर उस वेले हैड डिसाइडेड कि नहीं, यू नो, औरंगजेब दे गवर्नमेंट दे विच उन्हां नु उस पोजीशन मिली। जस्ट इमेजिन कितने सियाणे होने ना आप, यू नो। ते उस बंदे विच कि उन्हां च कितनी निम्रता सी अंदर अपने। ए है मन अपने है, मन अपने है कि ब्रह्म ज्ञानी ऊंचे ऊंचा होवे, लेकिन मन अपने ते सब मन जड़ा है ओदा नीवा होवे ते मत बड़ी उच्ची होवे। ये परमात्मा दे गुणां दियां डेफिनेशन जड़ियां देंदे पे हैं तां कि तुसी भी अडॉप्ट करो। जे हुक्म रजाई चलना चाहते हो तो ये वालियां कंडीशन जड़ियां अपनी लाइफ च अडॉप्ट करो सारी। मन अपने है सबते नीचा, ब्रह्म ज्ञानी से जन भय, नानक जिन प्रभ आप करे। ते ਇਹੋ ਜੀ ਕੰਡੀਸ਼ਨ ਵਾਲੇ ਬੰਦੇ ਪ੍ਰਮਾਤਮਾ ਦੀ ਕਿਰਪਾ ਨਾਲ ਬਣਦੇ ਹਨ। ਆਪ ਨਹੀਂ ਬਣ ਸਕਦੇ, ਆਪ ਕੋਸ਼ਿਸ਼ ਕਰ ਸਕਦੇ ਹਨ, ਥੋੜੀ ਜੀ ਉਦਮ ਕਰ ਸਕਦੇ ਹਨ। ਦੇਣ ਵਾਲੇ ਗੁਣ ਉਹ ਹੈ, ਦੇਣ ਵਾਲਾ ਸੇ ਸਿਮਰੇ ਜਿਨ ਆਪ ਸਿਮਰਾਏ ਹੈ। ਉਹ ਤੁਸੀਂ ਇੱਕ ਕਦਮ ਪੁੱਟ ਸਕਦੇ ਹੋ ਛੋਟਾ, ਅੱਗੋਂ ਫਿਰ ਉਹ ਹੈਲਪ ਕਰਦਾ ਹੈ, ਅੱਗੋਂ ਫਿਰ ਉਹਦੀ ਮਿਹਰ ਹੁੰਦੀ ਹੈ। ਉਹਦਾ ਮਿਹਰ ਦਾ ਖੰਡ ਹੀ ਕਰਮ ਖੰਡ ਹੈ। ਜਦੋਂ ਉਹਦੀ ਮਿਹਰ ਹੁੰਦੀ ਹੈ, ਉਸ ਮਿਹਰ ਨਾਲ ਬੰਦਾ ਅੱਗੇ ਜਾ ਸਕਦਾ ਹੈ। ਤੁਹਾਡਾ ਬ੍ਰੇਨ ਕਿਸੇ ਹੱਦ ਤੱਕ ਕੰਮ ਕਰਦਾ ਹੈ, ਉਹ ਕੰਪਰੀਹੈਂਸ਼ਨ, ਉਸ ਲੈਵਲ ਦੀ ਕੰਪਰੀਹੈਂਸ਼ਨ ਤੁਹਾਡੇ ਚ ਮੇਰੇ ਚ ਨਹੀਂ ਆ ਸਕਦੀ, ਫਿਰ ਉਹ ਅੱਗੇ ਸਹਾਈ ਹੁੰਦਾ, ਫਿਰ ਅੱਗੇ ਆ ਕੇ ਫਿਰ ਜਦੋਂ ਮਿਹਰ ਮਿਲਦੀ ਹੈ ਉਹਦੇ ਨਾਲ, ਤੇ ਇਹ ਸਾਰੀਆਂ ਕੁਆਲਿਟੀਆਂ ਜਿਹੜੀਆਂ ਹਨ ਸੁੱਤੇ ਹੀ ਤੁਹਾਡੇ ਅੰਦਰ ਅਵਸਥਾ ਚ ਆ ਜਾਂਦੀਆਂ ਹਨ ਸਾਡੀਆਂ। ਤੇ ਇਹ ਬ੍ਰਹਮ ਗਿਆਨੀਆਂ ਦੀਆਂ ਹੁਣ ਤੱਕ ਜਿਹੜੀਆਂ ਕੁਆਲਿਟੀਆਂ ਆਈਆਂ, ਇਫ ਆਈ ਵਾਂਟ ਟੂ ਮੇਕ ਅ ਲਿਸਟ ਆਊਟ ਆਫ ਦੈਟ, ਕਲਾਸ ਵਿੱਚ ਮੇਰੇ ਕੋਲ ਵਾਈਟ ਬੋਰਡ ਹੁੰਦਾ ਸੀ, ਆਈ ਯੂਜ਼ਡ ਟੂ ਰਾਈਟ ਦੈਟ, ਯੂ ਨੋ। निर्लेप है, निर्दोख है, दृश्य समान है, धीरज है, पवित्र है, पावक दी है तरह, अग दी तरह पवित्र है, निर्मल है, जल दी तरह, ज्ञान होए प्रगास है, भाव हर एक विच देखण वाला है, उसनु दृश्य समान है, मित्र सत्र समान है, उदे अंदर अभिमान नहीं है, मन उदा है नीवा है, मत बड़ी उच्ची है उसदी। ਇਹੋ ਜੇ ਮਹਾਪੁਰਖ, ਇਹੋ ਜੇ ਬੰਦੇ, ਇਹੋ ਜੇ ਬਿਰਤੀ ਦੇ ਮਾਲਕ ਜਿਹੜੇ ਹਨ, ਇਹ ਪ੍ਰਮਾਤਮਾ ਦੇ ਸੇਵਕ ਹਨ, ਇਹ ਪ੍ਰਮਾਤਮਾ ਦੇ ਭਗਤ ਹਨ, ਇਹ ਪ੍ਰਮਾਤਮਾ ਦੇ ਜੁੜੇ ਹੋਏ ਹਨ। ਤੇ ਇਨਕਰੇਜਮੈਂਟ ਕੀ ਹੈ ਇਸ ਅਸ਼ਪਦੀ ਤੋਂ? ਇਸ ਅਸ਼ਪਦੀ ਤੋਂ ਇਨਕਰੇਜਮੈਂਟ ਇਹ ਹੈ ਕਿ ਤੁਸੀਂ ਵੀ ਇਹਨਾਂ ਅੱਗੇ ਬਣੋ, ਇਹਨਾਂ ਦੀ ਸ਼ਰਨ ਲਵੋ, ਇਹ ਕੁਆਲਿਟੀਜ਼ ਆਪਣੇ ਜੀਵਨ ਦੇ ਵਿੱਚ ਅਡਾਪਟ ਕਰੋ ਇਹਨਾਂ ਨੂੰ। ਹਾਂਜੀ ਵੀਰ ਜੀ, ਯੂ ਹੈਵ ਅ ਕੁਐਸਚਨ। ਹਾਂਜੀ, ਮਿੱਤਰ ਸੱਤਰ ਸਮਾਨ ਦੀ ਐਗਜ਼ਾਮਪਲ ਅੱਜ ਵੀ ਸਿੱਖਾਂ ਨੇ ਦਿੱਤੀ ਹੈ। ਜਿਨ੍ਹਾਂ ਨੂੰ 84 ਵਿੱਚ ਮਾਰਿਆ, ਉਹਨਾਂ ਨੂੰ ਲੰਗਰ ਛਕਾਇਆ। ਬਿਲਕੁਲ ਬਿਲਕੁਲ ਠੀਕ ਹੈ, 100% ਕਰੈਕਟ ਹੈ। ਸਿੱਖ ਨੇ ਸੇਵਾ ਕਰਨ ਵੇਲੇ ਕਦੀ ਵਿਤਕਰਾ ਨਹੀਂ ਕਰਨਾ। ਹਾਂਜੀ, ਸਿੱਖ ਨੇ ਕਦੀ ਇਹ ਨਹੀਂ ਸੋਚਣਾ ਮੈਂ ਕਿਹਨੂੰ ਲੰਗਰ ਛਕਾਇਆ ਹੈ ਤੇ ਕਿਹਨੂੰ ਨਹੀਂ ਕਰਨਾ ਹੈ ਤੇ ਕੌਣ ਸਾਡੇ ਨਾਲ ਕੀ ਕਰ ਆਇਆ ਹੈ ਉਸ ਵੇਲੇ। ਇਹ ਵਿਤਕਰਾ ਜਿਹੜਾ ਕਰੇਗਾ ਉਹ ਫਿਰ ਸਿੱਖ ਨਹੀਂ ਹੈ। ਫਿਰ ਉਹ 100% ਰਾਈਟ ਵੀਰ ਜੀ ਤੁਹਾਡੇ। ਤੇ ਔਰ ਆਮ ਗਲੈਡ ਕਿ ਵਿਤਕਰਾ ਨਹੀਂ ਕੀਤਾ, ਵਿਤਕਰਾ ਨਹੀਂ ਹੋਣਾ ਚਾਹੀਦਾ ਕਦੀ ਵੀ, ਕਿਉਂਕਿ ਫॉरगिवनेस ਵਾਲੀ ਕੁਆਲਿਟੀ ਬ੍ਰਹਮ ਗਿਆਨੀ ਵਿੱਚ ਹੈ ਤੇ ਫॉरगिवनेस ਵਾਲੀ ਕੁਆਲਿਟੀ ਹਰ ਸਿੱਖ ਵਿੱਚ ਹੋਣੀ ਚਾਹੀਦੀ ਹੈ। ਇਹੋ ਜੀ ਵੱਡੀ, ਇਹ ਬਹੁਤ ਵੱਡੀ ਕੁਆਲਿਟੀ ਹੈ ਫॉरगिवनेस ਵਾਲੀ। ਔਰ ਯਾਦ ਰੱਖਣਾ ਕਬੀਰ ਸਾਹਿਬ ਮਹਾਰਾਜ ਦਾ ਸ਼ਲੋਕ ਹੈ ਕਬੀਰ ਜੀ ਦਾ ਕਿ ਜੈ ਖਿਮਾ ਤਹਿ ਆਪ, ਯੂ ਨੋ, ਜਿੱਥੇ ਖਿਮਾ ਹੈ ਸਮਝ ਲਓ ਆਪ ਖੜਾ ਹੋਇਆ ਹੈ, ਜਿੱਥੇ ਫॉरगिवनेस ਹੈ ਸਮਝ ਲਓ ਆਪ ਨਾਲ ਖੜਾ ਹੋਇਆ। ਤੇ ਖਿਮਾ ਫॉरगिवनेस ਜਿਹੜੀ ਹੈ ਇਹ ਵੀ ਉਹਦਾ ਦੇਣ ਹੈ ਬਹੁਤ ਵੱਡਾ। ਕਿਸੇ ਕਿਸੇ ਚ ਆਂਦੀ ਹੈ, ਬਹੁਤ ਮੁਸ਼ਕਿਲ ਹੈ ਕਿਸੇ ਨੂੰ ਖਿਮਾ ਕਰਨੀ, ਕਿਸੇ ਨੂੰ ਮਾਫ ਕਰ ਦੇਣਾ ਕਿਸੇ ਨੂੰ। ਨਹੀਂ ਤੇ ਬੰਦਾ ਕਈ ਵਾਰੀ ਜਨਰੇਸ਼ਨਸ ਟੂ ਜਨਰੇਸ਼ਨਸ ਕਿਸੇ ਦਾ ਕਿਹਾ ਹੋਇਆ ਉਹ ਭੁੱਲਦਾ ਨਹੀਂ ਕਦੀ ਵੀ ਕਿ ਹਾਂਜੀ ਫਲਾਣੇ ਨੇ ਫਲਾਣੀ ਗੱਲ ਫਲਾਣੇ ਦਿਨ ਹੈ ਕਹੀ ਸੀ ਜੀ, ਫਿਰ ਉਹ ਦਿਨ ਰਾਤ ਫਿਰ ਉਹਦੇ ਉੱਤੇ ਕੁੜਦਾ ਸੜਦਾ ਹੈ, ਉਹਦੇ ਨਾਲ ਗੱਲ ਨਹੀਂ ਕਰਦਾ। ਇਹ ਗੁਰਸਿੱਖਾਂ ਦੇ ਲੱਛਣ ਨਹੀਂ ਹਨ। ਇਹ ਵਾਲੇ ਗੁਰਸਿੱਖ ਦੇ ਲੱਛਣ ਹੈ ਕਿ ਉਸਨੂੰ ਖਿਮਾ ਕਰ ਦੇਵੇ ਤੇ ਆਪਣੇ ਆਪ ਨੂੰ ਵੀ ਖਿਮਾ ਕਰਨ ਦੀ ਹਿੰਮਤ ਹੋਵੇ। ਜੇ ਗਲਤੀ ਹੋ ਗਈ ਹੋਵੇ ਕੋਈ ਅਣਜਾਣੇ ਵਿੱਚ, ਤੇ ਆਪਣੇ ਗੁਰੂ ਕੋਲ ਜਾ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਜਾ ਕੇ ਮਾਫੀ ਮੰਗ ਕੇ ਆਪਣੇ ਆਪ ਨੂੰ ਵੀ ਖਿਮਾ ਕਰ ਲਵੇ, ਆਪਣੇ ਆਪ ਨੂੰ ਵੀ ਦੁਖੀ ਨਾ ਕਰੇ, ਆਪਣੇ ਆਪ ਨੂੰ ਵੀ ਰੋਗ ਰਹਿਤ ਕਰ ਲਵੇ। ਇਹ ਬ੍ਰਹਮ ਗਿਆਨੀ ਦੀਆਂ ਅਸ਼ਪਦੀਆਂ ਵਿੱਚ ਇਹ ਬ੍ਰਹਮ ਗਿਆਨੀ ਦੀ ਇੱਕ ਤਸਵੀਰ ਖਿੱਚਦੇ ਹਨ
ਤੇ ਇਹ ਤਸਵੀਰ ਖਿੱਚਣ ਦਾ ਇੱਕੋ ਹੀ ਮਤਲਬ ਹੈ ਕਿ ਤੁਸੀਂ ਇਹਨਾਂ ਕੋਲੋਂ ਸਿੱਖੋ ਕੁਝ ਤੇ ਇਹ ਤਸਵੀਰ ਆਪਣੇ ਅੰਦਰ ਲੈ ਕੇ ਆਓ। ਹਾਂਜੀ, I'm going to stop for a second and see if anybody else has any questions on ਜਿਹੜਾ thought process ਚੱਲਦਾ ਪਿਆ ਬ੍ਰਹਮ ਗਿਆਨੀ ਵੱਲੋਂ। ਜੀ ਵੀਰ ਜੀ, ਕੁਇਕ ਕੁਐਸਚਨ, ਇਹ ਖਿਮਾ ਕਰਨਾ ਤੇ ਜਿਹੜੇ ਅਸੀਂ ਪਹਿਲੇ ਅਰਦਾਸ ਵਿੱਚ ਕਹੀ ਸੀਗੀ ਦੇਖ ਕੇ ਅੰਡਿਟ ਕੀਤਾ, is that the same thing or that those are two different things? No, no, same thing ਹੈ ਵੀਰ ਜੀ। ਦੇਖ ਕੇ ਅੰਡਿਟ ਕੀਤਾ ਮੈਨੇ ਦੇਖਿਆ ਫਿਰ ਨਹੀਂ ਦੇਖਿਆ, ਦੇਖਿਆ ਪਰ ਨਜ਼ਰ ਹਟਾ ਲਿੱਤੀ, ਭਾਵ ਦੇਖ ਕੇ ਵੀ ਨਹੀਂ ਦੇਖਿਆ, ਭਾਵ ਜੋ ਕੀਤਾ ਠੀਕ ਹੈ ਪਰ isn't ਖਿਮਾ ਕਰਨਾ then really ਜੋ ਹੋ ਗਿਆ ਅਸੀਂ ਮਤਲਬ ਕਿ ਅਸੀਂ ਕੋਈ ਮਨ ਚ ਗੱਲ ਰੱਖੀ ਨਹੀਂ ਉਹਦੇ ਬਾਰੇ। ਜੇ ਤੁਸੀਂ ਸਾਡੇ ਬੱਚਿਆਂ ਦੇ ਟੋਟੇ ਟੋਟੇ ਵੀ ਕੀਤੇ ਤਾਂ ਵੀ ਅਸੀਂ ਮਨ ਚ ਤੁਹਾਡੀ ਗੱਲ ਰੱਖਿਆ, ਤੁਹਾਨੂੰ ਹੇਟਰੇਡ ਨਹੀਂ ਹੈ ਸਾਡੀ ਤੁਹਾਡੇ ਨਾਲ। ਜੇ ਵੱਡੇ ਘੱਲੂਘਾਰੇ ਵਿੱਚ ਜੇ ਤੁਸੀਂ 50,000 70,000 ਸਿੰਘ ਸ਼ਹੀਦ ਕਰ ਦਿੱਤੇ 2 ਘੰਟਿਆਂ ਵਿੱਚ ਤੁਸੀਂ ਸਾਡੇ, ਤਾਂ ਵੀ ਇਹ ਨਹੀਂ ਵੀ ਜਿੱਥੇ ਕੋਈ ਪਠਾਨ ਨਜ਼ਰ ਆਇਆ ਤੇ ਅਸੀਂ ਉਸ ਪਠਾਨ ਨਾਲ ਉਹਨੂੰ ਅਸੀਂ ਨਫ਼ਰਤ ਦੀ ਨਜ਼ਰ ਨਾਲ ਦੇਖਾਂਗੇ, ਅਸੀਂ ਉਹਨੂੰ ਬਿਲਕੁਲ ਨਹੀਂ ਹੈ ਇਹ ਗੱਲ। ਅਸੀਂ ਦੇਖ ਕੇ ਐਡਿਟ ਕਰ ਦਿੱਤਾ, ਕੋਈ ਗੱਲ ਨਹੀਂ ਸਣ ਪਤਾ ਤੁਸੀਂ ਕੀ ਕਰ, ਇੱਕ ਬੰਦਾ ਮਾੜਾ ਹੈ ਦਾ ਮਤਲਬ ਸਾਰੇ ਮਾੜੇ ਨਹੀਂ, ਦੇਖ ਕੇ ਐਡਿਟ ਕਰਤਾ ਅਸੀਂ ਉਹਨਾਂ ਨੂੰ। ਔਰ ਸਿੱਖ ਨੂੰ ਹੁਕਮ ਹੈ ਦੇਖ ਕੇ ਐਡਿਟ ਕਰਨਾ। ਹਾਂਜੀ, khima karna, is there this may be rhetorical, is there any exception, is there something that is, you know, yeah, on a scale of 1 to 10 ਕੋਈ ਇਹੋ ਜਿਹਾ ਗੁਨਾਹ ਹੋ ਸਕਦਾ ਕਿਸੇ ਕੋਲੋਂ? ਸ਼ਲੋਕ ਸੰਸਕ੍ਰਿਤੀ ਵਿੱਚ ਇੱਕ ਸ਼ਲੋਕ ਹੈ, ਮੈਨੂੰ ਯਾਦ ਨਹੀਂ ਆ ਰਿਹਾ ਹੁਣ, ਪੰਡਤਾਂ ਨੇ ਵੀ ਸੇਮ ਕੁਐਸਚਨ ਪੁੱਛਿਆ, ਮਹਾਰਾਜ ਜੇ ਕੋਈ ਕਰੋੜਾਂ ਹੱਤਿਆ ਕਰ ਦੇਵੇ ਕਿਸੇ ਦੀ, ਕੋਟ ਹੱਤਿਅੰਗ ਵਰਡ ਆਏ ਹਨ ਉੱਥੇ, ਜੇ ਕਰੋੜਾਂ ਬੰਦਿਆਂ ਦਾ ਮਰਡਰ ਕੀਤਾ ਹੋਵੇ ਕਿਸੇ ਨੇ, ਤੇ ਫਿਰ ਵੀ ਪ੍ਰਮਾਤਮਾ ਉਹਨੂੰ ਮਾਫ ਕਰ ਸਕਦਾ ਉਸਨੂੰ ਜੇ ਸਿੱਧੇ ਰਸਤੇ ਤੇ ਚੱਲੇ ਤੇ। ਅਨੇਕ ਹੱਤਿਅੰਗ ਆਏ ਹਨ ਵਰਡ ਉੱਥੇ, ਮੇਰੇ ਖਿਆਲ ਮੈਨੂੰ ਮੇਰਾ ਸ਼ਲੋਕ ਮੈਨੂੰ ਯਾਦ ਨਹੀਂ, ਮੈਨੂੰ ਲੈਟ ਮੀ ਸੀ ਇਫ ਆਈ ਕੈਨ ਫਾਈਂਡ ਇਟ। ਹਾਂ, ਕੀ ਵਰਸ ਫਰਸਟ ਲਾਈਨ ਕੀ ਹੈ ਰਿਤੂ, ਯਾਦ ਹੈ? ਅਨੇਕ ਹੱਤਿਅੰਗ, if anybody can pull it up on their phone though, anik hatyang mahabikhadyang, something like that word, kor dukhyang anik hatyang janam daridyang, a ayen word, je ਕਰੋੜਾਂ ਹੱਤਿਆ ਕੀਤੀਆਂ ਹੋਵਣ, ਇੱਕ ਨਹੀਂ ਹਜ਼ਾਰਾਂ ਨੂੰ ਕਰੋੜਾਂ ਨੂੰ ਮਾਰਿਆ ਹੋਵੇ, ਮਹਾਰਾਜ ਜੇ ਇਤਨਾ ਵੱਡਾ ਕੋਈ ਪਾਪੀ ਹੋਵੇ, ਫਿਰ ਕਹਿੰਦੇ ਨੇ ਫਿਰ ਵੀ ਜੈਸੇ ਪਾਵਕ ਕਾਸ਼ ਭਸਮੰ ਕਰੋਤ ਵਰਡ ਆਏ ਹਨ ਉੱਥੇ, ਮਿਟਨ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ ਭਸਮੰ ਕਰੋਤ। ਮੈਨੂੰ ਸ਼ਲੋਕ ਯਾਦ ਆ ਗਿਆ, ਗੁਰੂ ਨੇ ਮਹਾਰਾਜ ਦਾ ਉਚਾਰਿਆ ਹੋਇਆ ਸ਼ਲੋਕ, ਸੰਸਕ੍ਰਿਤੀ ਵਿੱਚ ਸ਼ਲੋਕ ਹੈ। ਬੋਲੋ ਇਤਨੇ ਪਾਪ ਵੀ ਕੀਤੇ ਹੋਵਣ ਜਿਸ ਬੰਦੇ ਨੇ, ਜੇ ਪ੍ਰੇਮਾ ਭਗਤੀ ਵਾਲੇ ਪਾਸੇ ਟੁਰ ਗਿਆ ਨਾ, ਜੇ ਮਾਫੀ ਮੰਗ ਕੇ ਇਸ ਪਾਸੇ ਟੁਰ ਗਿਆ, ਤੇ ਜਿਸ ਤਰ੍ਹਾਂ ਅੱਗ ਪਵਨ ਪਾਵਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ, ਕਾਸ਼ਟ ਕਹਿੰਦੇ ਲੱਕੜ ਨੂੰ, ਜਿਸ ਤਰ੍ਹਾਂ ਲੱਕੜ ਨੂੰ ਬਿਲਕੁਲ ਰਾਖ ਵਿੱਚ ਮਿਲਾ ਸਕਦੀ ਹੈ, ਐਸ਼ੇਸ ਹੋ ਸਕਦੀਆਂ ਉਸ ਲੱਕੜ ਦੀਆਂ, ਉਸੇ ਤਰ੍ਹਾਂ ਲੱਕੜ ਵਰਗੇ ਕਠੋਰ ਪਾਪ ਕੀਤੇ ਹੋਏ ਵੀ ਪ੍ਰਮਾਤਮਾ ਦੀ ਭਗਤੀ ਨਾਲ ਉਹ ਮਿਟ ਜਾਂਦੇ ਹਨ ਸਾਰੇ। ਭਾਵ ਪ੍ਰਮਾਤਮਾ ਮਾਫ ਕਰ ਦਿੰਦਾ ਹੈ ਉਹਨਾਂ ਨੂੰ, ਘੋਰ ਤੋਂ ਘੋਰ ਵੱਡਾ ਪਾਪ ਕੀਤਾ ਹੋਇਆ। ਪ੍ਰੀਤ ਜੀ, ਮੈਂ ਤੁਹਾਨੂੰ ਇੱਕ ਗੁਰੂ ਇਤਿਹਾਸ ਤੋਂ ਐਗਜ਼ਾਮਪਲ ਦੇਣਾ ਚਾਹੁੰਦਾ ਬਿਫੋਰ ਐਨੀਬਡੀ ਸਪੀਕਸ। ਤੋਂ ਸੱਤੇ ਬਲਵੰਡ ਨੇ ਗੁਰੂ ਕੀ ਨਿੰਦਿਆ ਕੀਤੀ ਹੈ, ਵਿਆਹ ਦੇ ਵਾਸਤੇ ਪੈਸੇ ਮੰਗੇ ਨਹੀਂ ਮਿਲੇ, ਉਸ ਵੇਲੇ ਲੋਕ ਨਹੀਂ ਆਏ, ਮੌਸਮ ਖਰਾਬ ਹੋ ਗਿਆ, ਕੀਰਤਨੀਏ ਦੇ ਕੀਰਤਨ ਭੇਟਾ ਨਹੀਂ ਚੜੀ ਉਸ ਦਿਨ, ਤੇ ਦੋਸ਼ ਗੁਰੂ ਤੇ ਲਾਇਆ। ਮਹਾਰਾਜ ਨੇ ਬੁਲਾਇਆ, ਕੀਰਤਨ ਕਰਨ ਨਹੀਂ ਆਏ, ਭਾਈ ਗੁਰਦਾਸ ਜੀ ਨੂੰ, ਬਾਬਾ ਬੁੱਢਾ ਜੀ ਨੂੰ ਘਰ ਭੇਜਿਆ ਤਾਂ ਕੀਰਤਨ ਕਰਨ ਨਹੀਂ ਆਏ। ਇਤਿਹਾਸ ਲਿਖਿਆ ਆਪ ਗਏ ਫਿਰ ਬੁਲਾਉਣ ਵਾਸਤੇ, ਤੇ ਕੀਰਤਨ ਦੀ ਗੱਲ ਤੇ ਸ਼ੁਰੂ ਸੀ, ਕੀਰਤਨ ਕਰਨ ਦੀ ਗੱਲ ਤੇ ਹੋ ਰਹੀ, ਗੁਰੂਆਂ ਦੇ ਖਿਲਾਫ ਮੂੰਹ ਚੋਂ ਬਚਨ ਨਿਕਲੇ। ਪਹਿਲੇ ਪਿਤਾ ਗੁਰੂ ਰਾਮਦਾਸ ਬਾਰੇ ਬਚਨ ਉਚਾਰੇ ਉਹਨਾਂ ਨੇ, ਅਪਸ਼ੁਕਨ ਬਚਨ ਉਚਾਰੇ, ਫਿਰ ਗੁਰੂ ਅਮਰਦਾਸ ਬਾਰੇ ਕਿਹਾ, ਫਿਰ ਗੁਰੂ ਅੰਗਦ ਦੇਵ ਮਹਾਰਾਜ ਬਾਰੇ ਕਿਹਾ, ਆਪਣੇ ਬਾਰੇ ਵੀ ਉਹਨਾਂ ਨੇ ਸੁਣੇ ਬਚਨ। ਫਿਰ ਜਦੋਂ ਗੁਰੂ ਨਾਨਕ ਤੇ ਗੱਲ ਆਈ ਜਦੋਂ, ਤੇ ਗੁਰੂ ਨਾਨਕ ਬਾਰੇ ਜਦੋਂ ਅਪਸ਼ੁਕਨ ਕਹੇ ਤੇ ਉਹਨਾਂ ਨੇ ਕਿਹਾ ਬਸ ਹੁਣ, ਬਸ ਇੱਥੇ ਬਸ ਹੈ ਹੁਣ, ਗੁਰੂ ਨਾਨਕ ਬਾਰੇ ਮੈਂ ਨਹੀਂ ਸੁਣ ਸਕਦਾ ਕੁਝ ਵੀ। ਤੇ ਮੂੰਹ ਤੇ ਸੂਰਜ ਪ੍ਰਕਾਸ਼ ਬਚਨ ਆਏ ਹਨ ਕਿ ਕਹਿੰਦੇ ਤੁਸੀਂ ਫਿੱਟ ਗਏ ਹੋ। ਇਹ ਘੋਰ ਅਪਰਾਧ ਹੈ ਆਪਣੇ ਗੁਰੂ ਜਨ ਦੀ ਨਿੰਦਿਆ ਕਰਨਾ।
घोर अपराध है ਇਹ ਵਾਲਾ। ਪ੍ਰੀਤ ਜੀ ਤੁਸੀਂ ਸੋਚ ਕੇ ਦੇਖੋ, ਇਤਨੇ ਵੱਡੇ ਘੋਰ ਅਪਰਾਧੀ ਨੂੰ ਜਦੋਂ ਭਾਈ ਲੱਦਾ ਖੋਤੇ ਤੇ ਬੈਠ ਕੇ ਮੂੰਹ ਕਾਲਾ ਕਰਕੇ ਪਿੱਛੇ ਬੈਠ ਕੇ ਆਂਦੇ ਹਨ ਲਾਹੌਰ ਤੋਂ, ਮਾਫ ਕਰਾਉਂਦੇ ਹਨ ਉਸਨੂੰ, ਗੁਰੂ ਕੀ ਨਿੰਦਕਾਂ ਦੇ ਵਿੱਚੋਂ ਫਿਰ ਉਹਨਾਂ ਨਿੰਦਕਾਂ ਦੇ ਮੂੰਹੋਂ ਸੱਤੇ ਬਲਵੰਡ ਦੀ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਥਾਂ ਦਿੱਤੀ ਉਸ ਵਾਰ ਨੂੰ। ਗੁਰੂਆਂ ਕੇ ਨਿੰਦਕ ਨੂੰ ਵੀ ਇਤਨੀ ਉੱਚੀ ਅਵਸਥਾ ਪ੍ਰਾਨ ਕੀਤੀ ਕਿ ਜਿੱਥੇ ਅੱਜ ਜਪਜੀ ਸਾਹਿਬ ਨੂੰ ਮੱਥਾ ਟੇਕਦੇ ਹੋ, ਸੁਖਮਨੀ ਨੂੰ ਮੱਥਾ ਟੇਕਦੇ ਹੋ, ਆਸਾ ਕੀ ਵਾਰ ਦੀ ਬਾਣੀ ਨੂੰ ਮੱਥਾ ਟੇਕਦੇ ਹੋ, ਉੱਥੇ ਸੱਤੇ ਬਲਵੰਡ ਦੀ ਵਾਰ ਜਿਹੜੀ ਰਾਗ ਰਾਮਕਲੀ ਵਿੱਚ ਦਰਜ ਹੈ, ਉਸ ਵਾਰ ਨੂੰ ਵੀ ਮੱਥਾ ਟੇਕਦੇ ਹੋ ਨਾਲ। ਗੁਰੂ ਕੇ ਨਿੰਦਕ ਦੇ ਮੂੰਹੋਂ ਉਹਨਾਂ ਨੇ ਗੁਰੂ ਦੀ ਸਿਫਤ ਕਢਾ ਕੇ ਮਾਫ ਕਰਵਾਇਆ। ਇੱਥੋਂ ਸਿੱਖਿਆ ਲਵੋ ਤੁਸੀਂ, ਕਿਤਨਾ ਵੱਡਾ ਦਿਲ ਹੋਣਾ ਹੈ ਮੇਰੇ ਗੋਬਿੰਦ ਮਹਾਰਾਜ ਦਾ। ਹੋਰ ਕੋਈ ਹੁੰਦਾ ਤੇ ਕਹਿੰਦਾ ਤੂੰ ਮੇਰੇ ਸੰਤਾਂ ਦੀ, ਮੇਰੇ ਗੁਰੂ ਜਨਾਂ ਦੀ ਕੀਤੀ, ਤੂੰ ਨੇੜੇ ਨਾ ਆ, ਤੂੰ ਜੋ ਮਰਜ਼ੀ ਕਰ, ਤੂੰ ਤੈਨੂੰ ਅਸੀਂ ਨੇੜੇ ਨਹੀਂ ਟੁਕਣ ਦੇਣਾ। ਅਸੀਂ ਬਾਣੀ ਉਚਾਰਨ ਦੀ ਗੱਲ ਤੇ ਬਹੁਤ ਦੂਰ ਦੀ ਗੱਲ ਰਹਿ ਗਈ। ਲੇਕਿਨ ਇਹ ਅਵਸਥਾ ਪ੍ਰੀਤ ਜੀ ਇੰਨੀ ਜਲਦੀ ਆਂਦੀ ਨਹੀਂ ਹੈ, ਇਹ ਬੜੀ ਮਿਹਨਤ ਕਰਨੀ ਪੈਂਦੀ ਹੈ ਇਹਦੇ ਉੱਤੇ। ਇਹ ਆਸਾਨ ਨਹੀਂ ਹੈ ਕਰਨਾ, ਬਹੁਤ ਮੁਸ਼ਕਿਲ ਹੈ, ਬਹੁਤ। ਇਹ ਕੋਈ ਕਰ ਸਕਦਾ, ਸਾਰੇ ਨਹੀਂ ਕਰ ਸਕਦੇ। ਜਿਹੜੇ ਉੱਥੇ ਰਸਤੇ ਚੱਲਦੇ ਹਨ ਤਾਂ ਕੀ ਕਰੇ ਬੰਦਾ, ਫਿਰ ਬੇਬੀ ਸਟੈਪਸ ਲਵੇ। on a scale of 1 or 3 ਤੱਕ ਗਲਤੀਆਂ ਤੇ ਮਾਫ ਕਰ ਸਕਦਾ ਹੈ ਨਾ, 4 ਲੈਵਲ ਦੀਆਂ ਗਲਤੀਆਂ ਮਾਫ ਕਰ ਸਕਦਾ ਹੈ। ਬੇਬੀ ਸਟੈਪਸ ਲੈ ਕੇ ਮਾਫ ਕਰੇ, ਫਿਰ ਵੱਡੀਆਂ ਗਲਤੀਆਂ ਤੇ ਸੋਚੇ। So ਹਾਂਜੀ, somebody wanted to say something, I forgot. Narinder Vijay, you wanted to say something? ਵੀਰ ਜੀ ਮੈਂ ਅੱਜ ਪਹਿਲੇ ਦਿਨ ਅਟੈਂਡ ਕੀਤੀ ਕਲਾਸ, ਬੜਾ ਆਨੰਦ ਆਇਆ। ਇਸ ਤੋਂ ਪਹਿਲਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਿਆਖਿਆ ਪ੍ਰਣਾਲੀਆਂ ਡਿਸਕਸ ਕੀਤੀਆਂ ਨੇ। ਹਾਂਜੀ, ਮੈਂ ਡਾਕਟਰ ਤਾਰਨ ਸਿੰਘ ਦੀ ਕਿਤਾਬ ਪੜ੍ਹੀ ਹੈ। ਹਾਂਜੀ, ਮੈਂ ਉਸ ਬੁੱਕ ਚੋਂ ਬਹੁਤ ਕੁਝ ਲਿੱਤਾ। ਜਿਹੜੀ ਮੇਰੀ ਟਾਕ ਸੀ ਉਹ ਕਾਫੀ ਹੱਦ ਤੱਕ ਮੈਨੇ that was I use ਉਸ ਬੁੱਕ ਨੂੰ ਮੈਂ ਰੈਫਰੈਂਸ ਲੈ ਕੇ ਬਾਕੀ ਕਿਤਾਬਾਂ ਤੋਂ ਵੀ ਕੰਸਲਟ ਕੀਤਾ ਹੈ, ਲੇਕਿਨ ਉਸ ਬੁੱਕ ਨੂੰ ਵੀ ਮੈਂ ਕੰਸਲਟ ਕੀਤਾ ਹੈ ਬਹੁਤ। ਉਹਨਾਂ ਨੇ 8 ਪ੍ਰਣਾਲੀਆਂ ਲਿਖੀਆਂ ਨੇ। ਮੈਂ ਹਾਂਜੀ 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 ਬਿਲਕੁਲ ਹਾਂਜੀ। Viji, can you repeat the first line of the shlok so we can take it out for ourselves also, please? घोर दुख्यं अनिक हत्यं जन्म द्रारिद्यं महाबिखाद्यं मिटन सगल सिमरंत हर नाम नानक। मन याद आ गया श्लोक। मिटन सगल सिमरंत हर नाम नानक, जैसे पावक काष्ठ भस्मं करो। अंग 1355 1355 अंग ते ये श्लोक हाकम सिंह वीर जी ने कहना, I send the snapshot of it in the WhatsApp group। ਇਹ ਸ਼ਲੋਕ ਇਹ ਗੁਰੂਗੋਬਿੰਦ ਮਹਾਰਾਜ ਦਾ ਉਚਾਰਿਆ ਹੋਇਆ ਸ਼ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਦਰਜ ਹੈ ਸ਼ਲੋਕ। ਹਾਂਜੀ, ਇਸ ਗੱਲ ਤੋਂ ਪਤਾ ਲੱਗ ਸਕਦਾ ਹੈ ਕਿ ਪ੍ਰੇਮਾ ਭਗਤੀ ਦੀ ਤਾਕਤ ਕੀ ਹੈ। I mean ਇਹ ਕੁਆਲਿਟੀ ਦੀ ਤਾਕਤ ਕੀ ਹੈ ਬਹੁਤ। ਤਾਂ ਇੱਥੇ ਕੋਈ ਵੱਡੇ ਤੋਂ ਵੱਡੇ ਪਾਪ ਕੀਤੇ ਹੋਏ ਵੀ ਅੱਗੇ ਆ ਕੇ ਖਤਮ ਹੋ ਸਕਦੇ ਹਨ ਸਾਰੇ। ਹਾਂਜੀ, anybody else has any questions though? Any issues so far though? It's 10 o'clock right now. I want to discuss this other shlok from shlok Sanskrit ਤੇ ਕੋਕਸ਼ਰ। ਮੈਂ ਵੀ ਸ਼ਾਇਦ ਪਹਿਲੇ ਕਲਾਸ ਵਿੱਚ ਡਿਸਕਸ ਕੀਤਾ ਹੋਇਆ ਬੜੀ ਵਾਰੀ, ਬਟ ਇਹ ਸ਼ਲੋਕ ਤੋਂ ਬਹੁਤ ਆਥਰ ਕੋਟ ਕਰਦੇ ਹਨ ਇਸ ਸ਼ਲੋਕ ਨੂੰ। ਤੇ I just want to go and over it once again, get an idea of what ਕੀ ਬ੍ਰਹਮ ਗਿਆਨੀਆਂ ਦੀ ਅਵਸਥਾ ਕੀ ਹੁੰਦੀ ਹੈ, ਜਿਹਨੂੰ ਕਿ ਉਹ ਕਿਸ ਤਰ੍ਹਾਂ ਨਿਰਲੇਪ ਰਹਿੰਦੇ ਹਨ, ਉਹ ਕਿਸ ਤਰ੍ਹਾਂ ਇਹ ਕਾਮ ਕ੍ਰੋਧ ਲੋਭ ਅਹੰਕਾਰ ਦੇ ਵਿੱਚ ਵਿਚਰਨ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਅਸਰ ਨਹੀਂ ਪੈਂਦਾ ਇਸ ਗੱਲ ਦਾ। ਇਹ ਕਿਹੋ ਜਿਹੀ ਮਾਨਸਿਕ ਅਵਸਥਾ ਹੈ ਉਹਨਾਂ ਦੀ। ਤੇ ਸ਼ਲੋਕ ਜਿਹੜਾ ਵੈ ਇਹ ਪੇਜ ਨੰਬਰ 1356 ਅੰਗ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ 1356 ਤੇ ਇਹ ਸ਼ਲੋਕ ਦਰਜ ਹੈ। ਤੇ ਸੈਨਾ ਸਾਧ ਸਮੂਹ ਸੂਰ ਅਜਿਤਯੰ, ਸੱਸਾ 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 ਤੇ ਐੜਾ। There's 4 sassas and 1 adas. If you type it in, I think you will get it in. But let me read the shlok and get at the essence out of this shlok in the Sanskrit series, which class is discussed kita hai, so some repetition hoegi, but still it's good to then again revisit this. Sena sad samu sur ajityam. Je kidre ਇਹਨਾਂ ਸਾਧੂਆਂ ਦੀ ਬ੍ਰਹਮ ਗਿਆਨੀ ਦੀ ਸੈਨਾ ਕਿਧਰੇ ਬਣ ਜਾਏ ਨਾ, ਕਿਧਰੇ ਗੁਰੂ ਅਰਜਨ ਦੇਵ ਮਹਾਰਾਜ ਦਾ ਉਚਾਰਿਆ ਹੋਇਆ ਸ਼ਲੋਕ ਹੈ ਮਹੱਲੇ 5ਵੇਂ ਦਾ। ਜੇ ਕਿਧਰੇ ਇਹਨਾਂ ਦੀ ਸੈਨਾ ਬਣ ਜਾਵੇ ਨਾ ਕਿਧਰੇ ਕੋਈ,
ਜੇ ਇਹਨਾਂ ਦੀ ਕੋਈ ਬ੍ਰਹਮ ਗਿਆਨੀ ਕੋਈ ਆਰਮੀ ਬਣ ਜਾਏ, ਕੋਈ ਜੇ ਸਾਰੇ ਕਿਧਰੇ ਇਕੱਠੇ ਹੋ ਜਾਣ ਇੱਕ ਜਗ੍ਹਾ, ਤੇ ਫਿਰ ਇਹਨਾਂ ਨੂੰ ਕੋਈ ਨਹੀਂ ਹਰਾ ਸਕਦਾ। ਇਹ ਅਜਿੱਤਯੰ ਹਿੰਸੈਨਾ ਹੈ। ਪੰਡਤਾਂ ਨੇ ਪੁੱਛਿਆ ਮਹਾਰਾਜ ਕਿਉਂ ਹੈ ਇਹ ਗੱਲ? ਕਹਿੰਦੇ ਨੇ ਕਿਉਂਕਿ ਇਹਨਾਂ ਕੋਲ ਬੜੇ ਸਾਧਨ ਹਨ, ਬੜੇ ਵੈਪਨ ਚੁੱਕੇ ਨੇ ਇਹਨਾਂ ਨੇ ਆਪਣੇ ਕੋਲ। ਕਹਿੰਦੇ ਕਿਉਂ? ਕਹਿੰਦੇ ਸਭ ਤੋਂ ਪਹਿਲਾ ਵੈਪਨ ਤੇ ਇਹ ਚੁੱਕਿਆ ਹੋਇਆ ਹੈ ਕਿ ਸਨਾਹੰ ਤਨ ਨਿਮਰਤਾ, ਆਰਮਰ ਹੈ ਇਹਨਾਂ ਕੋਲ। ਸਨਾਹੰ ਕਹਿੰਦੇ ਹਨ, ਜਿਹੜੇ ਆਰਮਰ ਪਾਉਂਦੇ ਸਨ, ਲੋਹੇ ਦਾ ਆਰਮਰ ਪਾਉਂਦੇ ਸਨ ਲੋਕ, ਤਾਂ ਕਿ ਪੀਅਰਸ ਨਾ ਕਰ ਸਕੇ ਕੋਈ ਵੈਪਨ ਤੁਹਾਡੇ ਅੰਦਰ। ਤੇ ਕਹਿੰਦੇ ਨੇ ਕਿਹੜਾ ਆਰਮਰ ਪਹਿਨਿਆ ਹੋਇਆ ਹੈ? ਕਹਿੰਦੇ ਨੇ ਨਿਮਰਤਾ ਦਾ ਆਰਮਰ ਪਹਿਨ ਕੇ ਆਉਂਦੇ। ਤੇ ਜੇ ਕੋਈ ਇਹਨਾਂ ਨੂੰ ਮਾੜੀ ਗੱਲ ਕਹਿ ਵੀ ਦਵੇ ਨਾ, ਕੋਈ ਸਾਡੇ ਵਰਗੇ ਨਹੀਂ ਕਿ ਨਿਮਰਤਾ ਹੈ ਤੇ ਕੋਈ ਦੋ ਬਚਨ ਖਰਾਬ ਬੋਲੇ ਤੇ ਗੁੱਸੇ ਨਾਲ ਭੌਂਕ ਕੇ ਅੱਗੋਂ ਪੈ ਜਾਵੇ, ਉਹ ਮੇਰੇ ਵਰਗੇ ਨਹੀਂ ਹੈ। ਇਹ ਨਿਮਰਤਾ ਨਾਲ ਹੈ, ਜੋ ਕਹੇ ਕਹਿ ਕੇ ਦੇਖੋ ਤਾਂ ਵੀ ਨਿਮਰ ਹੀ ਰਹਿੰਦੇ, ਅੱਗੋਂ ਕੁਝ ਬੋਲਦੇ ਨਹੀਂ ਹੈ। ਸਨਾਹੰ ਤਨ ਨਿਮਰਤਾ, ਉਹਨੇ ਨਿਮਰਤਾ ਦਾ ਕਵਚ ਪਹਿਨਿਆ ਹੋਇਆ, ਨਿਮਰਤਾ ਦਾ ਆਰਮਰ ਹੈ। ਪੰਡਤਾਂ ਨੇ ਕਿਹਾ ਮਹਾਰਾਜ ਇਹ ਸਿਰਫ ਆਰਮਰ ਹੀ ਪਹਿਨਦੇ ਨੇ ਕਿ ਇਹਨਾਂ ਕੋਲ ਹਥਿਆਰ ਵੀ ਹਨ ਕੋਈ ਲੜਨ ਵਾਲੇ? ਜੇ ਇਤਨੀ ਵੱਡੀ ਸੈਨਾ ਹੈ ਇਹਨਾਂ ਦੀ, ਕਹਿੰਦੇ ਨੇ ਹਥਿਆਰ ਹਨ। ਕਿਹੜੇ ਹਥਿਆਰ ਹਨ? ਆਵਦ ਗੁਣ ਗੋਬਿੰਦ ਰਮਣ। ਆਵਦ ਸੰਸਕ੍ਰਿਤ ਦਾ ਵਰਡ ਹੈ which means weapons, ਜਾਂ ਤਲਵਾਰ ਕਹਿ ਲੋ ਜਾਂ ਕੁਝ ਕਹਿ ਲੋ। ਇਹਨਾਂ ਕੋਲ ਰਮਣ ਗੁਣ ਗੋਬਿੰਦ ਰਮਣੰ, ਇਹਨਾਂ ਕੋਲ ਪ੍ਰਮਾਤਮਾ ਸਿਮਰਨ, ਪ੍ਰਮਾਤਮਾ ਪ੍ਰੇਮਾ ਭਗਤੀ ਦਾ ਬਹੁਤ ਵੱਡਾ ਹਥਿਆਰ ਹੈ ਇਹਨਾਂ ਕੋਲ। ਆਵਦ ਗੁਣ ਗੋਬਿੰਦ ਰਮਣ, ਗੁਰੂ ਗੋਬਿੰਦ ਰਮਣ, ਰਮਣ ਯਾਦ ਕਰਨਾ, ਪ੍ਰਮਾਤਮਾ ਦੀ ਯਾਦ, ਪ੍ਰੇਮਾ ਭਗਤੀ, ਇਹਨਾਂ ਕੋਲ ਇੱਕ ਬਹੁਤ ਵੱਡਾ ਵੈਪਨ ਹੈ ਇਹਨਾਂ ਕੋਲ ਜਿਹੜਾ ਯੂਜ਼ ਕਰਦੇ ਹਨ। ਜਿਹੜੇ ਉਹ ਜਦੋਂ ਚਾਹੇ ਇਹ ਵੈਪਨ ਯੂਜ਼ ਕਰ ਲੈਂਦੇ ਹਨ। ਆਵਦ ਗੁਣ ਗੋਬਿੰਦ ਰਮਣੰ, ਮਹਾਰਾਜ ਜੇ ਇਹਨਾਂ ਤੇ ਕੋਈ ਵਾਰ ਕਰ ਲਏ ਫਿਰ ਤੇ ਰੋਕਦੇ ਕਿਸ ਹਨ ਉਹਦੇ ਵਾਰ ਨੂੰ? ਓਟ ਗੁਰ ਸ਼ਬਦ ਕਰ ਚਰਮਣ, ਤੇ ਗੁਰੂ ਦੇ ਸ਼ਬਦ ਦੀ ਓਟ ਹੈ, ਆਸਰਾ ਹੈ ਇਹਨਾਂ ਕੋਲ। ਚਰਮਣਾ ਕਹਿੰਦੇ ਹਨ ਢਾਲ ਨੂੰ, ਢਾਲ ਦੇ ਜਿਹੜੇ ਗੈਂਡੇ ਦੇ ਢਾਲ ਤੋਂ ਚਰਮਣ, ਜਿਹੜੇ ਢਾਲ ਜਿਹੜੀ ਬਣਾਉਂਦੇ ਸਨ, ਜਿਸ ਢਾਲ ਨਾਲ ਰੋਕਿਆ ਜਾਂਦਾ ਸੀ ਵਾਰ, ਤੇ ਸ਼ੀਲਡ ਜਿਹੜੀ ਹੁੰਦੀ ਸੀ, ਦੈਟ ਸ਼ੀਲਡ ਜਿਹੜੀ ਚਰਮਣਾ ਦੀ ਬਣੀ ਹੋਈ ਹੈ। ਓਟ ਗੁਰ ਸ਼ਬਦ ਕਰ ਚਰਮਣਾ, ਪ੍ਰਮਾਤਮਾ ਦੇ ਗੁਰੂ ਦੇ ਸ਼ਬਦ ਦੀ ਓਟ ਦਾ ਆਸਰਾ ਹੈ ਬੜਾ। ਉਹ ਢਾਲ ਰੋਕ ਲੈਂਦੇ ਹਨ ਵਾਰ। ਭਾਵ ਮਾੜਾ ਤੋਂ ਮਾੜਾ ਵੀ ਕੋਈ ਬੰਦਾ ਬੋਲ ਜਾਏ, ਮਾੜੀ ਤੋਂ ਮਾੜੀ ਸਿਚੁਏਸ਼ਨ ਵੀ ਲਾਈਫ ਵਿੱਚ ਆ ਜਾਵੇ, ਤੇ ਇਹ ਗੁਰੂ ਦੇ ਸ਼ਬਦ ਨੂੰ ਆਸਰਾ ਲੈ ਕੇ ਉਸ ਮਾੜੀ ਤੋਂ ਮਾੜੀ, ਨੀਵੀਂ ਤੋਂ ਨੀਵੀਂ ਥਾਟ ਪ੍ਰੋਸੈਸ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਨਹੀਂ ਆਣ ਦਿੰਦੇ ਇਹ ਗੱਲ, ਕਿਉਂਕਿ ਸ਼ਬਦ ਦਾ ਆਸਰਾ ਬਹੁਤ ਵੱਡਾ ਹੈ ਇਹਨਾਂ ਦੇ ਅੰਦਰ। ਆਵਦ ਗੁਣ ਗੋਬਿੰਦ ਰਮਣੰ, ਓਟ ਗੁਰ ਸ਼ਬਦ ਕਰ ਚਰਮਣਾ, ਤੇ ਗੁਰੂ ਦੇ ਸ਼ਬਦ ਦੀ ਓਟ ਹੈ ਬਹੁਤ ਵੱਡੀ ਇਹਨਾਂ ਕੋਲ। ਚਰਮਣਾ ਢਾਲ ਦੀ ਤਰ੍ਹਾਂ ਯੂਜ਼ ਕਰਦੇ ਹਨ ਮਹਾਰਾਜ। ਇਹ ਫਿਰ ਉਹਨਾਂ ਕੋਲ ਤੇ ਘੋੜੇ ਹਾਥੀ ਹਨ, ਤੇ ਇਹ ਕੀ ਕਰਦੇ ਹਨ? ਆਰੂੜ ਤੇ ਅਸਵਨਾਗਾ, ਬੁਝੰਤੇ ਪ੍ਰਭ ਮਾਰਗਾ। ਜਿਸ ਤਰ੍ਹਾਂ ਉਹਨਾਂ ਕੋਲ ਘੋੜੇ ਤੇ ਹਾਥੀ ਹਨ, ਇਹ ਵੀ ਦੁਨੀਆ ਦੇ ਹਰ ਕੋਨੇ ਵਿੱਚ ਜਾ ਕੇ ਸੱਚ ਦਾ ਵਪਾਰ ਕਰਦੇ ਹਨ, ਸੱਚ ਨੂੰ ਫੈਲਾਉਂਦੇ ਹਨ। ਇਹ ਜਿੱਥੇ ਜਾਂਦੇ ਹਨ ਸੱਚ ਇਹਨਾਂ ਦੇ ਨਾਲ ਚੱਲਦਾ ਹੈ। ਜਿਸ ਤਰ੍ਹਾਂ ਉਹ ਘੋੜਿਆਂ ਤੇ ਅਸਵ, ਆਰੂੜ ਤੇ ਅਸਵ ਰਥ ਨਾਗਾ, ਰਥ ਤੇ ਹਾਥੀਆਂ ਤੇ ਬੈਠ ਕੇ, ਘੋੜਿਆਂ ਤੇ ਬੈਠ ਕੇ, ਰਥਾਂ ਤੇ ਬੈਠ ਕੇ ਯੁੱਧ ਲੜਦੇ ਹਨ, ਤੇ ਇਹ ਵੀ ਥਾਂ ਥਾਂ ਤੇ ਜਾ ਕੇ ਸੱਚ ਦਾ ਵਪਾਰ ਕਰਦੇ ਹਨ। ਇਹ ਵੀ ਥਾਂ ਥਾਂ ਤੇ ਜਾ ਕੇ ਸੱਚ ਨੂੰ ਟੋਲਦੇ ਹਨ। ਇਹ ਵੀ ਥਾਂ ਥਾਂ ਤੇ ਜਾ ਕੇ ਸੱਚ ਨੂੰ ਲੋੜਦੇ ਹਨ ਤੇ ਸੱਚ ਨੂੰ ਵੰਡਦੇ ਹਨ। ਪ੍ਰਮਾਤਮਾ ਦੇ ਪਾਸੇ ਭਗਤਾਂ ਨੂੰ, ਪ੍ਰਮਾਤਮਾ ਦੇ ਭਗਤਾਂ ਨੂੰ ਬਣਨ ਵਾਸਤੇ, ਉਸ ਵਰਗਾ ਬਣਨ ਵਾਸਤੇ ਇਨਕਰੇਜ ਕਰਦੇ ਹਨ ਉਹਨਾਂ ਨੂੰ। ਬੜੀ ਤਾਕਤ ਹੈ ਇਹਨਾਂ ਵਿੱਚ। ਅਰੂੜ ਤੇ ਅਸਵਨਾਗਾ, ਬੁਝੰਤੇ ਪ੍ਰਭ ਮਾਰਗਾ, ਵਿਚਰਤੇ ਨਿਰਭਯੰ ਸਤਰ ਸੈਨਾ। ਦੇਖੋ ਕਿਆ ਵਰਡ ਆਏ, ਵਿਚਰਤੇ ਨਿਰਭਯੰ ਸਤਰ ਸੈਨਾ। ਇਹ ਸ਼ਤਰੂਆਂ ਦੀ ਸੈਨਾ ਵਿੱਚ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਆਰਮੀ ਵਿੱਚ ਵਿਚਰਤੇ ਨਿਰਭਯੰ, ਕਿਸੇ ਡਰ ਤੋਂ ਬਿਨਾ, ਨਿਰਭਯੰ ਜਿਹਦੇ ਕੋਈ ਡਰ ਨਾ ਹੋਵੇ, ਵਿਚਰਨਾ, ਚਲੇ ਜਾਣਾ ਅੰਦਰ। ਵਿਚਰਤੇ ਨਿਰਭਯੰ ਸਤਰ ਸੈਨਾ, ਇਹ ਸ਼ਤਰੂਆਂ ਦੀ ਸੈਨਾ ਵਿੱਚ ਕਿਸੇ ਬਗੈਰ ਡਰ ਤੋਂ ਵਿਚਰਦੇ ਹਨ, ਪਰਵਾਹ ਨਹੀਂ ਕਰਦੇ ਹਨ। ਹਾਂਜੀ, ਇਹ ਫਿਰ ਮਾੜੇ ਤੋਂ ਮਾੜੇ ਬੰਦੇ ਕੋਲ ਜਾ ਕੇ ਉਹਨਾਂ ਦਾ ਅਸਰ ਇਹਨਾਂ ਤੇ ਨਹੀਂ ਲੱਗਦਾ। ਸਾਡਾ ਅਸਰ ਲੱਗੇ ਕਿਉਂਕਿ ਇਹ ਸਾਡੀ ਬਿਗਨਿੰਗ ਸਟੇਜ ਹੈ। ਗਿਆਨ ਖੰਡ ਵਿੱਚ ਅਸਰ ਹੈ ਇਸ ਗੱਲ ਦਾ, ਲੇਕਿਨ ਕਰਮ ਖੰਡ ਵਿੱਚ ਅਸਰ ਨਹੀਂ ਹੈ ਇਹਦਾ। ਹਾਂਜੀ, ਧਰਮ ਖੰਡ ਵਿੱਚ ਅਸਰ ਹੈ, ਗਿਆਨ ਖੰਡ ਵਿੱਚ ਅਸਰ ਘਟ ਜਾਂਦਾ ਹੈ ਇਸ ਚੀਜ਼ ਦਾ।
ਇਹ ਨਹੀਂ ਅਸਰ ਕਬੂਲਦਾ ਮਨ ਇਹਨਾਂ ਦੇ ਉੱਤੇ। ਹਾਂਜੀ, ਮਨ ਜਿਹੜਾ ਵੈ ਉਹ ਫਿਰ ਇਹਨਾਂ ਵਿੱਚ ਰਹਿ ਕੇ ਵੀ ਇਹਨਾਂ ਵਰਗਾ ਨਹੀਂ ਬਣ ਪਾਉਂਦਾ, ਭਾਵ ਨਿਰਲੇਪਤਾ ਦੀ ਅਵਸਥਾ ਵਿੱਚ ਆਉਂਦਾ ਹੈ। ਵਿਚਰਤੇ ਨਿਰਭੈਂਗ ਸੈਨਾ ਛਤਰ ਸੈਨਾ ਤੇ ਧਾਇਨ ਤੇ ਗੋਪਾਲ ਕੀਰਤਨ। ਇੱਕ ਹੋਰ ਬੜੀ ਵੱਡੀ ਇਹਨਾਂ ਕੋਲ ਵੈਪਨ ਹੈ, ਉਹ ਹੈ ਕੀਰਤਨ ਵਾਲਾ। ਕੀਰਤਨ ਦਾ ਵੈਪਨ ਵੀ ਬੜਾ ਵੱਡਾ ਹੈ ਇਹਨਾਂ ਕੋਲੋਂ ਗੋਪਾਲ ਦਾ ਕੀਰਤਨ ਦੀ ਇੱਕ ਬੜਾ ਵੱਡਾ ਵੈਪਨ ਚੁੱਕਿਆ ਹੋਇਆ ਹੈ। ਜੇ ਕਿਧਰੇ ਹੋਲ ਗੜ ਨਾ ਬਣੇ ਤੇ ਇਹ ਫਿਰ ਕੀਰਤਨ ਕਰਕੇ ਉਹਨੂੰ ਢਾ ਲੈਂਦੇ ਹਨ ਥੱਲੇ, ਉਸਨੂੰ ਮਿਟਾ ਲੈਂਦੇ ਹਨ ਥੱਲੇ। ਮੈਨੂੰ ਯਾਦ ਕਰਾਇਓ ਨੈਕਸਟ ਟਾਈਮ ਭਵਰਾਜ, ਮੇਬੀ ਯੂ ਕੈਨ ਰਿਮਾਈਂਡ ਮੀ। ਗੁਰੂ ਨਾਨਕ ਚਮਤਕਾਰ ਚ ਇੱਕ ਸਾਖੀ ਆਈ ਹੈ, ਮੈਂ ਪਤਾ ਨਹੀਂ ਉਹ ਸਾਖੀ ਕਿਤਨੀ ਵਾਰੀ ਪੜ੍ਹੀ ਹੋਣੀ ਹੈ। ਇਜ਼ ਵਨ ਆਫ ਮਾਈ ਫੇਵਰੇਟ ਵਨਸ ਦੈਟ ਆਈ ਰੀਡ। ਜੋ ਮਹਾਰਾਜ ਜਦੋਂ ਜਗਨਨਾਥ ਪੁਰੀ ਜਾਂਦੇ ਹਨ ਤੇ ਉੱਥੇ ਸਾਖੀ ਮੈਂ ਤੁਹਾਨੂੰ I will probably try to remember though, but ਸਾਖੀ ਉੱਥੇ ਇੱਕ ਸਾਧੂ ਸੀ ਉੱਥੇ ਜਿਹੜਾ ਦੁਨੀਆ ਨੂੰ ਲੁੱਟਦਾ ਸੀ ਬੜਾ, ਤੇ ਬੜੀ ਡਿਟੇਲ ਚ ਆਈ ਹੈ ਗੁਰੂ ਨਾਨਕ ਚਮਤਕਾਰ ਦੇ ਪਹਿਲੇ ਵੋਲਿਊਮ ਚ ਆਈ ਹੈ ਸਾਖੀ। ਉਹ ਮੈਂ ਬਹੁਤ ਪਹਿਲੇ ਪੜ੍ਹੀ ਸੀ ਔਰ ਕਿਤਨੀ ਵਾਰੀ ਪੜ੍ਹ ਚੁੱਕੇ ਹਾਂ, ਬਿਕਾਜ਼ every time I read I just enjoy reading that part। ਤੋ ਸਾਧੂ ਪਖੰਡੀ ਸਾਧੂ ਸੀ, ਪਰਮਾਤਮਾ ਨਾਲ ਪਿਆਰ ਕਰਨ ਵਾਲਾ ਸਾਧੂ ਨਹੀਂ ਸੀ। ਅੱਜ ਕੱਲ ਦੇ ਜਿਸ ਤਰ੍ਹਾਂ ਹੈਨ, ਜਿਸ ਤਰ੍ਹਾਂ ਕਈ ਪਖੰਡ ਕਰਦੇ ਹਨ ਜਿਹੜੇ, ਤੇ ਉਹ ਪਖੰਡੀ ਸਾਧੂ ਸਮੁੰਦਰ ਦੇ ਕਿਨਾਰੇ ਥੱਲੇ ਉਹ ਮਿੱਟੀ ਤੇ ਲੇਟ ਕੇ ਉੱਪਰ ਦੇਖਦਾ ਸੀ, ਤੇ ਅੱਖਾਂ ਬੰਦ ਕਰਕੇ ਉੱਪਰ ਦੇਖਦਾ ਸੀ, ਤੇ ਦੇਖ ਕੇ ਫਿਰ ਉਹ ਅੱਖਾਂ ਬੰਦ ਕਰਕੇ ਦੱਸਦਾ ਸੀ ਵੀ ਥੱਲੇ ਕੀ ਹੋ ਰਿਹਾ ਹੈ। ਹਾਂਜੀ, ਉਹ ਸ਼ਿਵ ਜੀ ਇਸ਼ਨਾਨ ਕਰਦੇ ਪਏ, ਵਿਸ਼ਨੂੰ ਜੀ ਇਹ ਕਰ ਰਹੇ, ਫਲਾਣਾ ਇਹ ਕਰ ਰਿਹਾ ਹੈ, ਫਲਾਣੀ ਦੇਵੀ ਇਹ ਕਰਦੀ ਪਈ ਹੈ। ਮਹਾਰਾਜ ਗਏ ਉੱਥੇ ਨਾਲ, ਦੇਖਿਆ ਤੇ ਪਾਖੰਡ ਦੇਖਿਆ ਤੇ ਮੁਸਕਰਾਏ, ਤੇ ਮਰਦਾਨੀ ਨੂੰ ਕਿਹਾ ਕਿ ਇਸ਼ਾਰਾ ਕੀਤਾ ਕਿ ਇਹਦੇ ਜਿਹੜੇ ਪੈਸਿਆਂ ਦੀ ਪੰਡ ਹੈ ਨਾ, ਜਿਹੜੇ ਲੋਕ ਪੈਸੇ ਦਿੰਦੇ ਹਨ ਇਹਦੇ, ਇਹ ਪੰਡ ਚੁੱਕ ਕੇ ਉਹਦੇ ਪਿੱਛੇ ਰੱਖ ਦੇ ਇਹਦੇ, ਔਰ ਕੁਛ ਨਾ ਕਰੀ। ਤੇ ਮਰਦਾਨਾ ਹੁਕਮਬੱਧ ਹੈ। ਮਰਦਾਨੇ ਨੇ ਅੱਖਾਂ ਬੰਦ, ਵਿਚਾਰਿਆਂ ਨੂੰ ਪਤਾ ਤੇ ਨਹੀਂ ਨਾ ਉੱਤੇ ਦਾ ਹਾਲ ਦਿਖਦਾ ਪਿਆ, ਪਖੰਡ ਸਾਰਾ ਐਵੇਂ ਕ੍ਰੀਏਟ ਕਰਦਾ ਪਿਆ ਜਿਹੜਾ ਕੋਈ ਮਤਲਬ ਨਹੀਂ ਉਹਦੇ ਚ। ਤੇ ਉਹਨੇ ਉਹ ਪੰਡ ਪੈਸਿਆਂ ਦੀ ਚੁੱਕ ਕੇ ਤੇ ਉਹਦੇ ਪਿੱਛੇ ਰੱਖ ਦਿੱਤੀ। ਉਹ ਹਾਲ ਸੁਣਾਈ ਜਾਵੇ, ਲੋਕ ਵੀ ਹੈਰਾਨ ਵੀ ਨੂੰ, ਤੇ ਜੋ ਅੱਖਾਂ ਖੋਲੀਆਂ ਤੇ ਬੜਾ ਲੋਕਾਂ ਨੇ ਨਮਸਕਾਰ ਕੀਤਾ, ਦੇਖਿਆ ਤਾਂ ਪੈਸੇ ਦੀ ਪੰਡ ਤੇ ਗਾਇਬ ਹੈ। ਤੇ ਜੋ ਬੜਾ ਉਹਨੂੰ ਲੱਗਿਆ ਵੀ ਉਹ ਕਿੱਥੇ ਗਈ, ਤਾਂ ਚਾਰਾ ਬਿਲਬਲਾ ਪਿਆ, ਉਹ ਕਿੱਥੇ ਗਏ ਮੇਰੇ ਪੈਸੇ। ਤੇ ਮਹਾਰਾਜ ਨੇ ਜਵਾਬ ਦਿੱਤਾ ਕਿ ਸਾਧ ਜੀ, ਤੁਸੀਂ ਤੇ ਉੱਪਰ ਦੀਆਂ ਗੱਲਾਂ ਜਾਣਦੇ ਹੋ, ਵਿਸ਼ਨੂੰ ਕੀ ਕਰ ਰਹੇ ਹਨ, ਸ਼ਿਵ ਜੀ ਕਦੋਂ ਇਸ਼ਨਾਨ ਕਰਦੇ ਹਨ, ਹੁਣ ਕੀ ਹੋ ਰਿਹਾ ਉੱਤੇ, ਤੇ ਪੈਸੇ ਦੀ ਪੰਡ ਤੁਹਾਨੂੰ ਪਤਾ ਨਹੀਂ ਕਿੱਥੇ ਗਈ। ਭਾਵ ਉਹਦਾ ਪਖੰਡ ਤੋੜਨਾ ਸੀ ਉਹਦਾ। ਮੈਂ ਇਸ ਗੱਲ ਤੇ ਇਸ਼ਾਰਾ ਨਹੀਂ ਕਰਦਾ ਪਿਆ, ਮੈਂ ਇਸ ਸਾਖੀ ਦਾ ਇਹ ਬਿਗਨਿੰਗ ਪੁਆਇੰਟ ਹੈ। ਸਾਖੀ ਬੜੀ ਲੰਬੀ ਹੈ ਇਸ ਤੋਂ। ਤੇ ਉਹ ਸਾਧੂ ਬੜਾ ਨਾਰਾਜ਼ ਹੋ ਗਿਆ, ਬੜੀ ਉਹਦੀ ਪਹੁੰਚ ਸੀ ਬੜੀ ਰਾਜੇ ਤੱਕ। ਤੇ ਉੱਥੇ ਮਹਾਰਾਜ ਨੇ ਉੱਤੋਂ ਫਿਰ ਉਹ ਮਾਰਨ ਵਾਸਤੇ ਬੰਦੇ ਭੇਜੇ, ਬੜੇ ਡੰਡੇ, ਬੜੇ ਖੂੰਖਾਰ ਬੰਦੇ ਆਏ ਉੱਥੇ। ਤੇ ਉੱਥੇ ਇੱਕ ਸ਼ਬਦ ਉਚਾਰਿਆ ਡਰ ਬਾਰੇ। ਮੈਂ ਮੇਬੀ ਨੈਕਸਟ ਟਾਈਮ I'll try to find that ਸ਼ਬਦ ਡਰ ਬਾਰੇ। I think ਮਲਹਾਰ ਰਾਗ ਵਿੱਚ ਉਹ ਸ਼ਬਦ ਹੈ ਮਹਾਰਾਜ ਦਾ। ਤੇ ਉੱਥੇ ਕੀਰਤਨ ਕੀਤਾ ਉਹਨਾਂ ਨੇ ਉਸ ਸ਼ਬਦ ਦਾ। ਗੁਰੂ ਨਾਨਕ ਚਮਤਕਾਰ ਚ ਲਿਖਿਆ ਹੋਇਆ ਹੈ, ਉਹ ਜਨਮ ਸਾਖੀਆਂ ਚ ਲਿਖਿਆ ਹੋਇਆ ਹੈ, ਸੂਰਜ ਪ੍ਰਕਾਸ਼ ਚ ਲਿਖਿਆ ਹੋਇਆ ਹੈ ਕਿ ਕੀਰਤਨ ਨਾਲ ਉਹਨਾਂ ਦੇ ਡੰਡੇ ਹੀ ਗਿਰ ਗਏ ਥੱਲੇ ਸਾਰੇ। ਉਹ ਅਚਿਤ ਚੰਤ ਹੋ ਗਏ, ਬਿਲਕੁਲ ਸਮਝ ਨਾ ਆਇਆ ਉਹਨਾਂ ਨੂੰ ਕੀ ਹੋ ਰਿਹਾ ਉਹਦੇ ਨਾਲ। ਤੇ ਇੱਥੇ ਵੀ ਮਹਾਰਾਜ ਇਹ ਗੱਲ ਕਹਿੰਦੇ ਹਨ ਕਿ ਧਾਇਨ ਤੇ ਗੋਪਾਲ ਕੀਰਤਨ। ਗੋਪਾਲ ਦਾ ਕੀਰਤਨ, ਸੰਗੀਤ ਵਿੱਚ ਬੜੀ ਤਾਕਤ ਹੈ। ਸੰਗੀਤ ਦੀ ਤਾਕਤ ਦਾ ਅੰਦਾਜ਼ਾ ਤੁਸੀਂ ਲਗਾ ਨਹੀਂ ਸਕਦੇ। ਸੰਗੀਤ ਦੀ ਤਾਕਤ ਦਾ, ਸੰਗੀਤ ਦੀ ਤਾਕਤ ਨਾਲ ਬੜਾ ਕੁਝ ਹੋ ਸਕਦਾ ਹੈ, ਫੁੱਲ ਖਿੜ ਸਕਦੇ ਹਨ ਬੜੇ। ਤੇ ਧਾਇਨ ਤੇ ਗੋਪਾਲ ਕੀਰਤਨ, ਗੋਪਾਲ ਦੇ ਕੀਰਤਨ ਭਾਵ ਕੀਰਤਨ ਦੀ ਸ਼ਕਤੀ ਨਾਲ ਦੂਸਰੇ ਸ਼ਤਰੂ ਸੈਨਾ ਨੂੰ ਢਾ ਲੈਂਦੇ ਹਨ। ਇੱਕ ਪ੍ਰਤੱਖ ਐਗਜ਼ਾਮਪਲ ਗੁਰੂ ਨਾਨਕ ਚਮਤਕਾਰ ਚ ਇਹ ਵਾਲੀ ਆਈ ਹੈ, which I'll try to remember that ਸ਼ਬਦ and bring it and share it with everybody। ਡਰ ਦੇ ਉੱਤੇ ਹੈ। ਸਾਰੇ ਡਰ ਕਿਉਂ ਜਿਹੇ ਹਨ, ਤੇ ਡਰ ਵਿੱਚੋਂ ਕਿਹੜਾ ਡਰ ਸਭ ਤੋਂ ਵੱਡਾ ਹੈ। ਤੇ ਸਾਰੇ ਫੀਅਰ ਮਾੜੇ ਨਹੀਂ ਹੈ, ਕਈ ਸੁੱਚੇ ਡਰ ਹਨ ਤੇ ਕਈ ਜਿਹੜੇ ਖੋਟੇ ਡਰ ਹਨ। ਕਈ ਤੇ ਖੋਟੇ ਡਰ ਕਿਹੜੇ ਹਨ ਤੇ ਸੱਚੇ ਡਰ ਕਿਹੜੇ ਹਨ, ਉਸ ਬਾਰੇ ਮਹਾਰਾਜ ਨੇ ਕਿਹਾ। ਤੇ ਇਹ ਸ਼ਬਦ ਦਾ ਕੀਰਤਨ ਉੱਥੇ ਕਰਕੇ ਤੇ ਉਹਨਾਂ ਨੂੰ ਢਾ ਲਿੱਤਾ ਥੱਲੇ। ਧਾਇਨ ਤੇ ਗੋਪਾਲ ਕੀਰਤਨਾ, ਜਿਤ ਤੇ ਵਿਸ਼ਵ ਸੰਸਾਰਾ, ਨਾਨਕ ਵਸਿਅੰ ਕਰੋਚ ਪਦ ਤਸਕਰ। ਇਸ ਤਰ੍ਹਾਂ ਹੈ ਪੰਡਤੋ, ਹੈ ਪੰਡਿਤ ਗੋਪਾਲ ਦੱਤ,
ਜਿੱਤਤੇ ਵਿਸ਼ਵ ਸੰਸਾਰਾ, ਸੰਸਾਰ ਦੇ ਵਿਸ਼ਵ ਨੂੰ ਜਿੱਤ ਲੈਂਦੇ ਹਨ, ਭਾਵ ਪ੍ਰੇਮਾ ਭਗਤੀ ਦੇ ਗੁਣ ਨੂੰ ਅਪਣਾ ਲੈਂਦੇ ਹਨ, ਆਪਣੇ ਗੁਰੂ ਜਨਾਂ ਦੀ ਗੱਲ ਨੂੰ ਮੰਨ ਲੈਂਦੇ ਹਨ। ਨਾਨਕ ਵਸਿਅੰ ਕਰੋਚਪਨ ਤਸਕਰ, ਤਸਕਰ ਕਹਿੰਦੇ ਹਨ ਚੋਰਾਂ ਨੂੰ। हे ਨਾਨਕ, ਉਹ ਆਪਣੇ ਇਹ ਜਿਹੜੇ ਪੰਜ ਜਿਹੜੇ ਜੁੜੇ ਹੋਏ ਹਨ ਨਾਲ, ਇਹਨਾਂ ਨੂੰ ਜੋ ਇਹ ਜਿਹੜੀਆਂ ਆਪਣੀਆਂ ਇੰਦਰੀਆਂ ਨੂੰ ਕਾਬੂ ਕਰ ਲੈਂਦੇ ਹਨ। ਇਹ ਫਿਰ ਅੱਖਾਂ ਜੇ ਬੁਰਾ ਦੇਖਣ ਚਾਹਵੇ ਵੀ ਨਾ, ਨਹੀਂ ਦੇਖ ਸਕਦੀਆਂ। ਦੇ ਭਾਈ ਗੁਰਦਾਸ ਜੀ ਦਾ ਇੱਕ ਕਵਿਤ ਹੈ ਜਿਹਦੇ ਵਿੱਚ ਮਇਆ ਕੀਜੇ ਮਹਾਰਾਜ ਸ਼ਬਦ ਪੜ੍ਹਦੇ, ਉਹਦੇ ਵਿੱਚ ਲਾਈਨ ਆਂਦੀ ਹੈ ਕਿ ਦ੍ਰਿਗਨ ਕੋ ਦੇਖਣ ਚਾਹੇ, ਦ੍ਰਿਗਨ ਜੋ ਦੇਖਣ ਚਾਹੇ, ਦ੍ਰਿਗਨ ਹੋ ਜੋ ਦੇਖਣ ਚਾਹੇ। ਇਹ ਅੱਖਾਂ ਬੜਾ ਕੁਝ ਦੇਖਣੀਆਂ ਚਾਹੁੰਦੀਆਂ ਹਨ, ਇਹ ਅੱਖਾਂ ਬੜਾ ਕੁਝ ਵੇ, ਪਰ ਮਹਾਰਾਜ ਇਹਨਾਂ ਨੂੰ ਦਿਖਾਓਗੇ ਹੀ ਨਾ ਤੁਸੀਂ ਕੁਝ ਹੋ ਤਾਂ ਆਪਣੇ ਰੂਪ ਤੋਂ ਸਿਵਾਏ। ਬੰਦ ਕਰ ਦਿਓ ਦਿਖਾਣਾ, ਇਹਨਾਂ ਦੀ ਸ਼ਕਤੀ ਲਾ ਲਓ ਤੁਸੀਂ ਵਾਪਸ। श्रवण जो सुनिए चाहे, इस ਕੰਨ ਬੜਾ ਕੁਝ ਸੁਣਨਾ ਚਾਹੁੰਦੇ ਹਨ ਮਹਾਰਾਜ, ਪਰ ਇਹਨਾਂ ਨੂੰ ਸਿਰਫ ਆਪਣੀ ਬਾਣੀ ਦਾ ਰੂਪ ਕੰਨ ਦੀ ਪਾਵਰ ਹੀ ਲਾ ਲਓ ਤੁਸੀਂ, ਇਹਨਾਂ ਨੂੰ ਨਿੰਦਿਆ ਸੁਣਨ ਹੀ ਨਾ ਦਿਓ ਤੁਸੀਂ। ਇੱਕ ਉਹ ਅਰਦਾਸ ਅਵਸਥਾ ਹੈ, ਤੇ ਇੱਕ ਅੱਗੇ ਜਾ ਕੇ ਇਸ ਅਸ਼ਪਦੀ ਵਿੱਚ, ਅਗਲੀ ਅਸ਼ਪਦੀ ਚ ਆਏਗੀ, ਕਰਨ ਨਾ ਸੁਨੇ ਕਾਉ ਕੀ ਨਿੰਦਾ, ਸਭ ਤੇ ਜਾਣੇ। ਕਰਨ ਨਾ ਸੁਨੇ ਕਾਹੂ ਕੀ ਨਿੰਦਾ ਵਾਲੀ ਅਵਸਥਾ ਜਿਹੜੀ ਹੈ ਉਹ ਖੁਦ ਬਖੁਦ ਪ੍ਰਾਪਤ ਹੋ ਜਾਂਦੀ ਹੈ ਪਰਸਨ ਬ੍ਰਹਮ ਗਿਆਨੀ ਨੂੰ। ਉਹਦੇ ਕੰਨ ਨਿੰਦਿਆ ਹੁੰਦੀਆਂ ਵੀ ਨਹੀਂ ਸੁਣਦੇ ਉਹਦੇ। ਤੇ ਇਸ ਮਹਾਨ ਗੁਰੂ ਦੀ ਮਹਾਨ ਬਾਣੀ ਸੁਖਮਨੀ ਦੀ ਇਹਨਾਂ ਅਸ਼ਟਪਦੀਆਂ ਵਿੱਚ ਪ੍ਰਮਾਤਮਾ ਦੇ ਗੁਣ ਨਿਰੂਪਣ ਕਰਕੇ ਇਹ ਸਮਝਾਉਂਦੇ ਪਏ ਹਨ ਕਿ ਤੁਸੀਂ ਇਹਨਾਂ ਕੁਆਲਿਟੀਜ਼ ਨੂੰ ਅਡਾਪਟ ਕਰੋ। ਹਾਂਜੀ, ਐਨੀ ਕੁਐਸਚਨ ਸੋ ਫਾਰ ਜੀ ਸ਼ਲੋਕ ਦੇ ਉੱਤੇ? To me it's a fascinating thought process, whereby the Guru really gives a very clear description of what happens to such a person, or kyun itna inni taakat inna ch kyun aa jandi hai, Hanji, anybody has any questions? It's 10:13. I'm going to stop the class in a few minutes. If nobody has any questions though, because I don't think so we have time to discuss one full pada. Hanji. No questions at all, ji? ਤੇ ਇਸ ਪਦੇ ਤੋਂ ਬਾਅਦ ਤੁਸੀਂ ਦੇਖੋਗੇ ਕਿ ਅਗਲੀਆਂ ਪਦਿਆਂ ਵਿੱਚ ਵੀ ਉਸ ਬ੍ਰਹਮ ਗਿਆਨੀ ਦੀ ਉਸਤਤੀ ਚਲਦੀ ਰਹੇਗੀ। ਸਗਲ ਕੀ ਰੀਨਾ, ਸਭ ਉਪਰ ਮਇਆ, ਕੁਛ ਬੁਰਾ ਨਾ ਭਇਆ, ਸਦਾ ਸਮਦਰਸੀ, ਦ੍ਰਿਸ਼ਟ ਅੰਮ੍ਰਿਤ ਬਰਸੀ, ਬੰਧਨ ਤੇ ਮੁਕਤਾ, ਨਿਰਮਲ ਜੁਗਤਾ, ਭੋਜਨ ਗਿਆਨ, ਇਹ ਸਾਰੇ ਉਹਦੀਆਂ ਕੁਆਲਿਟੀਆਂ ਚਲਦੀਆਂ ਪਈਆਂ ਹਨ ਸਾਰੀਆਂ। ਤੇ ਇਹ ਕੁਆਲਿਟੀ ਨੂੰ ਅਗੇਨ ਐਜ਼ ਆਈ ਸੈਡ ਬਿਫੋਰ, ਇਹ ਕੋਈ ਥਿਓਰੀਟੀਕਲ ਕੁਆਲਿਟੀਜ਼ ਨਹੀਂ ਹਨ ਕਿ ਹਾਂਜੀ ਪੜ੍ਹ ਲਿੱਤੀਆਂ ਜੀ ਬੜੀ ਚੰਗੀ ਗੱਲ ਹੈ ਜੀ ਭੋਜਨ ਗਿਆਨ, ਵੀ ਸਾਡਾ ਗਿਆਨ ਵੀ ਭੋਜਨ ਬਣੇ। ਕਿੰਨਿਆਂ ਦੇ ਮਨ 'ਚ ਇਹ ਖਿਆਲ ਆਉਂਦਾ ਹੈ ਕਿ ਵਾਟ, ਇਹ ਮਰਨ ਤੋਂ ਪਹਿਲੇ ਇਹ ਸਾਰੇ 67 ਜਾਂ 57 57 ਜਿਹੜੇ ਸ਼ਲੋਕ ਦੇ ਸੰਸਕ੍ਰਿਤੀ ਦੇ ਹਨ, ਇਹ ਮੈਂ ਪੜ੍ਹ ਕੇ ਜਾਵਾਂ ਯਾਰ, ਇਹ ਅਕੰਠ ਕਰ ਲਵਾਂ ਇਹਨਾਂ ਸ਼ਲੋਕਾਂ ਨੂੰ। ਕੰਠ ਨਾ ਵੀ ਕਰ ਸਕਾਂ ਤੇ ਐਟਲੀਸਟ ਦਾ ਭਾਵ ਤੇ ਕਲੀਅਰ ਹੋ ਜਾਏ ਇਹਨਾਂ ਸ਼ਲੋਕਾਂ ਦਾ। ਕਿੰਨਿਆਂ ਦੇ ਮਨ 'ਚ ਇਹ ਭਾਵ ਪੈਦਾ ਹੁੰਦਾ ਹੈ ਕਿ ਇਹ ਗਿਆਨ ਦਾ ਭੋਜਨ ਜਿਹੜਾ ਵੇ ਮੈਂ ਛੱਕ ਕੇ ਜਾਵਾਂ ਇੱਥੋਂ। ਹਾਂਜੀ, ਇਹ ਪੜ੍ਹ ਕੇ ਜਾਵਾਂ ਕਲਗੀਧਰ ਚਮਤਕਾਰ, ਨਾ ਜਾਵਾਂ ਇਸ ਸੰਸਾਰ ਤੋਂ ਬਗੈਰ ਕਲਗੀਧਰ ਚਮਤਕਾਰ ਪੜ੍ਹੇ ਹੋਏ। ਕਿ ਬ੍ਰਹਮ ਗਿਆਨੀਆਂ ਦੇ ਮਨ 'ਚ ਇਹ ਖਿਆਲ ਆਉਂਦਾ ਹੈ ਹਮੇਸ਼ਾ, ਉਹਨਾਂ ਨੂੰ ਜਲਦੀ ਹੁੰਦੀ ਹੈ ਵੀ ਹਾਂਜੀ ਕਿਤਨੀ ਕੋਈ ਅਵਸਥਾ ਬਾਕੀ ਹੈ ਸਾਡੀ। ਹਾਂਜੀ ਵੀਰ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਵੀਰ ਜੀ, ਪਹਿਲੀ ਗੱਲ ਤੇ ਇਹ ਹੈ ਕਿ ਇਹਦਾ ਪ੍ਰੋਨਾਂਸੀਏਸ਼ਨ ਹੀ ਥੋੜਾ ਜਿਹਾ ਬਾਕੀ ਬਾਣੀ ਨਾਲੋਂ ਮੁਸ਼ਕਲ ਹੈ। ਪੜ੍ਹਨਾ ਠੀਕ ਆ ਜਾਏ ਤੇ ਫਿਰ ਅਰਥ ਥੋੜੇ ਸਮਝ ਲੱਗ ਜਾਂਦੇ। ਪ੍ਰੋਨਾਂਸੀਏਸ਼ਨ ਮੁਸ਼ਕਿਲ ਹੈ ਤੇ ਭਾਵ ਵੀ ਜਿਹੜੇ ਹਨ, ਪਰ ਆਪਣੀ ਫਿਰ ਜਿੱਥੇ ਬੰਦਾ ਅਰਦਾਸ ਕਰਕੇ ਬੈਠੇ ਵੀਰ ਜੀ, ਕਈਆਂ ਦੀ ਉਹਦੀ ਬਾਣੀ ਦਾ ਪਾਠ ਕਈਆਂ ਨੇ ਸ਼ੁੱਧ ਕੀਤਾ ਹੋਇਆ, ਜਿਹੜੀਆਂ ਇੰਟਰਨੈਟ ਤੇ ਅਵੇਲੇਬਲ ਹੈ, ਤੁਸੀਂ ਉਹ ਸੁਣ ਕੇ ਗੁਟਕਾ ਅੱਗੇ ਰੱਖ ਕੇ ਸੁਣ ਕੇ ਕਰ ਸਕਦੇ ਹੋ। ਉਹਦੇ ਬੜੇ ਤਰੀਕੇ ਬੜੇ ਹਨ ਜੇ ਬੰਦਾ ਕਰਨਾ ਚਾਹੇ ਤੇ, is what I'm saying, ਮਨ ਵਿੱਚ ਇਹ ਉਤਸ਼ਾਹ ਪੈਦਾ ਹੋਵੇ ਅਗਰ ਕਰਨ ਦਾ। ਪਰ ਇਹ ਤਾਂ ਹੁੰਦਾ ਹੈ ਜਦੋਂ ਜਿਸ ਤਰ੍ਹਾਂ ਹੁਣ ਭੁੱਖ ਲੱਗੀ ਹੋਵੇ ਕਿਸੇ ਨੂੰ, ਤੇ ਜੇ ਭੁੱਖ ਲੱਗੀ ਹੋਵੇ ਤੇ ਬਹੁਤ ਜ਼ਿਆਦਾ, ਤੇ ਫਿਰ ਬੰਦਾ then you feel like eating something, or ਕਈ ਵਾਰੀ you feel like eating something that you don't even like, if you are very hungry. If you are not that hungry, then I'm not saying that, but if you are hungry, then you will eat something that is not you're not a favorite food, ਗਜ਼ਲੇ ਭੁੱਖ ਲੱਗੀ ਹੋਵੇ। ਤੇ ਬ੍ਰਹਮ ਗਿਆਨੀਆਂ ਦੇ ਮਨ ਵਿੱਚ ਭੁੱਖ ਹੈ ਪ੍ਰਮਾਤਮਾ ਨੂੰ ਜਾਣਨ ਦੀ। ਹਾਂਜੀ, ਉਹਨਾਂ ਦਾ ਭੋਜਨ ਹੈ। ਤਾਂ ਜਿਸ ਤਰ੍ਹਾਂ ਤੁਹਾਨੂੰ ਭੁੱਖ ਲੱਗਦੀ ਹੈ, ਤੁਸੀਂ ਖਾਣਾ ਖਾਂਦੇ ਹੋ,
ਤੇ ਉਹਨਾਂ ਨੂੰ ਭੋਜਨ ਲੱਗਦੀ ਹੈ, ਉਹਨਾਂ ਨੂੰ ਭੁੱਖ ਲੱਗਦੀ ਹੈ, ਉਹ ਕਹਿੰਦੇ ਨੇ ਕਿ ਮੈਂ ਸਿੱਧ ਗੋਸ਼ ਬਗੈਰ ਪੜ੍ਹੇ ਜਾਣਾ ਨਹੀਂ ਇੱਥੋਂ ਜੀ, ਮੈਂ ਸਿੱਧ ਗੋਸ਼ ਸਾਰੀ ਪੜ੍ਹਨੀ ਹੈ ਜੀ, ਮੈਂ ਹਾਂਜੀ ਮੈਂ ਨਹੀਂ ਜਾਣਾ ਇੱਥੋਂ ਬਗੈਰ ਉਹਦੇ ਪੜ੍ਹੇ ਹੋਏ, ਮੈਂ ਵਿਚਿੱਤਰ ਨਾਟਕ ਸਮਝ ਕੇ ਜਾਣਾ ਹੈ, ਮੈਂ ਅਕਾਲ ਉਸਤਤ ਪੜ੍ਹਨੀ ਹੈ, ਮੈਂ ਸੁਖਮਨੀ ਸਾਹਿਬ ਦੀ ਬਾਣੀ ਨੂੰ ਅਧਿਐਨ ਕਰਨਾ ਹੈ, ਉਸ ਗੱਲ ਦਾ ਇਹ ਮੇਰਾ ਭੋਜਨ ਹੈ। ਤੇ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਹੈ, ਬ੍ਰਹਮ ਗਿਆਨੀ ਦਾ ਭੋਜਨ ਗਿਆਨ ਤੇ ਹੈ ਜ਼ਰੂਰ, ਪਰ ਸਾਡਾ ਭੋਜਨ ਕੀ ਹੈ, ਸਾਨੂੰ ਕਿਸ ਗੱਲ ਤੋਂ ਭੁੱਖ ਲੱਗਦੀ ਹੈ। ਤੇ ਇਹ ਸਾਰੀ ਅਸ਼ਪਦੀ ਵਿੱਚ ਇਸ ਗੱਲ ਦੇ ਨਿਰੂਪਣ ਕਰਾਉਂਦੇ ਪਏ ਨੇ, ਇਸ ਗੱਲ ਦੀ ਗਿਆਨ ਦਿੰਦੇ ਪਏ ਹਨ ਕਿ ਜੇ ਤੂੰ ਪ੍ਰਮਾਤਮਾ ਨਾਲ ਦੋਸਤੀ ਕਰਨੀ ਹੈ, ਤੂੰ ਅਗਰ ਤੂੰ ਫਰੈਂਡਸ਼ਿਪ ਆਪਣੀ, ਜੇ ਜਿਤਨੇ ਨਹੀਂ ਫਰੈਂਡਸ਼ਿਪ ਕਰਨੀ ਉਹ ਗੱਲ ਅਲੱਗ ਹੈ। ਦੇਖੋ ਮੋਸਟ ਬੰਦੇ, ਬੁਰਾ ਨਾ ਮਨਾਣਾ ਇਸ ਗੱਲ ਦਾ ਮੇਰਾ, ਮੋਸਟ ਬੰਦੇ ਦਾ ਗੁਰਦੁਆਰੇ ਆਉਣ ਦਾ, ਬਾਣੀ ਪੜ੍ਹਨ ਦਾ ਮਕਸਦ ਬਿਲਕੁਲ ਡਿਫਰੈਂਟ ਹੈ। 90% ਆਫ ਅਸ ਔਰ ਮੇਬੀ ਮੋਰ ਦੈਨ ਦੈਟ, ਅਸੀਂ ਬਾਣੀ ਪੜ੍ਹਦੇ ਹਾਂ ਇਸ ਵਾਸਤੇ ਕੋਈ ਚੀਜ਼ ਦੀ ਲੋੜ ਹੈ ਜਾਂ ਕੋਈ ਚੀਜ਼ ਬਾਦਰ ਕਰਦੀ ਪਈ ਹੈ ਨਾ। ਕਈ ਚਾਰ ਪਦਾਰਥ, ਜੇ ਕੋਈ ਚਾਰ ਪਦਾਰਥ ਵਾਸਤੇ ਕਾਮ ਕ੍ਰੋਧ ਮਿਲ ਜਾਏ, ਮੈਨੂੰ ਇਹ ਮਟੀਰੀਅਲ ਚੀਜ਼ਾਂ ਮਿਲ ਜਾਣ, ਜਾਂ ਕੋਈ ਬਿਮਾਰੀ ਆ ਗਈ ਹੈ ਘਰ, ਜਾਂ ਕੋਈ ਇਸ਼ੂ ਆ ਗਿਆ ਹੈ ਘਰ, ਜਾਂ ਕੋਈ ਪੈਸੇ ਚਾਹੀਦੇ ਹਨ ਜਾਂ ਕੋਈ ਪ੍ਰਮੋਸ਼ਨ ਚਾਹੀਦੀ ਹੈ, ਉਸ ਵਾਸਤੇ ਕਈ ਕਰ ਲੈਂਦੇ ਹਨ ਕੰਮ। ਉਹ ਪ੍ਰਮਾਤਮਾ ਦੀ ਭਗਤੀ ਨਹੀਂ ਹੈ, ਉਹ ਸਿਰਫ ਲੈਣ ਵਾਸਤੇ ਹੈ ਕਿ ਮੈਂ ਸੁਖਮਨੀ ਸਾਹਿਬ ਦੇ ਪਾਠ ਕਰ ਲਿੱਤੇ ਹਨ ਬਿਕਾਜ਼ ਆਈ ਵਾਂਟ ਸਮਥਿੰਗ ਇਨ ਰਿਟਰਨ, ਆਈ ਵਿਸ਼ ਦਿਸ ਹੈਪਨਸ ਟੂ ਮੀ। ਗੁਰਦੁਆਰੇ ਜਾ ਰਿਹਾ ਮੈਂ ਸੇਵਾ ਕਰਦਾ ਪਿਆ ਵੀ ਕਿਸੇ ਮੰਗ ਦੀ ਖਾਤਰ, ਕੋਈ ਮੰਗ ਹੈ ਅੰਦਰ ਤੁਹਾਡੇ, ਮੰਗਣਾ ਖਰਾਬ ਨਹੀਂ ਹੈ ਹਾਂਜੀ, ਮੰਗਣਾ, ਪਰ ਹਮੇਸ਼ਾ ਆਪਣੀ ਮੰਗ ਵਾਸਤੇ ਹੀ ਉਸਨੂੰ ਮੰਗਣਾ ਖਾਲੀ, ਉਹ ਠੀਕ ਨਹੀਂ। ਤੇ ਕਈਆਂ ਨੂੰ ਮੌਤ ਦਾ ਡਰ ਬੜਾ ਹੁੰਦਾ ਹੈ ਨਾ, ਜੇ ਕੋ ਜਨਮ ਮਰਨ ਤੇ ਡਰ ਹੈ, ਉਹ ਵੀ ਆਏ, ਉਹ ਵੀ ਬੜੇ ਹਨ, ਉਹਨੂੰ ਜਨਮ ਮਰਨ ਤੋਂ ਡਰ। ਕਈਆਂ ਨੂੰ ਇਹ ਸ਼ੌਕ ਹੁੰਦਾ ਕਿ ਮੇਰੀ ਥੋੜੀ ਸੋਭਾ ਹੋਵੇ, ਥੋੜੀ ਜੇ ਕੋ ਆਪਣੀ ਸੋਭਾ ਲੋੜ ਹੈ, ਉਹ ਵੀ ਹਨ ਬੜੇ, ਕਿਉਂਕਿ ਕਈਆਂ ਨੂੰ ਹੁੰਦਾ ਕਿ ਮੇਰੀ ਪ੍ਰਸ਼ੰਸਾ ਹੋਵੇ, ਥੋੜੀ ਮੇਰੀ ਵਾਹ ਹੋਵੇ ਹਰ ਜਗ੍ਹਾ ਥੋੜੀ, ਹਾਂਜੀ। ਉਸ ਵਾਸਤੇ ਵੀ ਪ੍ਰਮਾਤਮਾ ਨਾਲ ਬਣਾ ਕੇ ਰੱਖੋ ਜੀ, ਮੇਰਾ ਸਭ ਕੁਝ ਠੀਕ ਠਾਕ ਬਣਿਆ ਰਵੇ, ਮੇਰਾ ਪਰਿਵਾਰ ਨਾਲ। ਪਰ ਇਹ ਬਹੁਤ ਘੱਟ ਇਹੋ ਜਿਹੇ ਹਨ ਬੰਦੇ ਜਿਹੜੇ ਬਾਣੀ ਪੜ੍ਹਦੇ ਹਨ ਇਸ ਵਾਸਤੇ ਕਿ ਪ੍ਰਮਾਤਮਾ ਨਾਲ ਬਣ ਆਏ, ਉਹਦੀ ਪ੍ਰੇਮਾ ਭਗਤੀ ਮੈਨੂੰ ਮਿਲੇ, ਮੇਰੀ ਦਾਨ ਚ ਮਿਲੇ, ਉਹ ਬਹੁਤ ਘੱਟ ਹਨ। ਵੈਰੀ ਉਹ ਬਹੁਤ ਇੱਕ ਛੋਟੀ ਗਿਣਤੀ ਹੈ ਬਹੁਤ ਉਹਨਾਂ ਦੀ, ਜਿਨ੍ਹਾਂ ਦੇ ਅੰਦਰ ਮਨ ਚ ਇਹ ਇੱਛਾ ਹੁੰਦੀ ਹੈ ਕਿ ਹੇ ਮੈਂ ਆਇਆ ਤੇਰੇ ਕੋਲ ਅੱਜ, ਮੈਂ ਕੋਈ ਪੈਸੇ ਲੈਣ ਨਹੀਂ ਆਇਆ, ਮੈਂ ਆਪਣੀ ਸਿਹਤ ਲੈਣ ਨਹੀਂ ਆਇਆ, ਮੈਂ ਆਪਣੇ ਪਰਿਵਾਰ ਦੇ ਪੁੱਤਰਾਂ ਧੀਆਂ ਦੇ ਵਿਆਹ ਕਰਾਉਣ ਨਹੀਂ ਆਇਆ, ਮੈਂ ਆਪਣੇ ਪੋਤਰੇ ਪੋਤਰੀਆਂ ਉਹ ਕਰਨ ਨਹੀਂ ਆਇਆ, ਮੈਂ ਕੋਈ ਪ੍ਰਮੋਸ਼ਨ ਲੈਣ ਨਹੀਂ ਆਇਆ, ਮੈਨੂੰ ਆਪਣਾ ਕੋਈ ਮਤਲਬ ਨਹੀਂ, ਕੋਈ ਮਤਲਬ ਨਾ ਆਇਆ ਕਿ ਤੇਰੀ ਮੇਰੀ ਤੂੰ ਚਾਹੀਦਾ ਹੈ, ਮੈਨੂੰ ਤੂੰ ਮਿਲ ਜਾਏ ਬਸ। ਜੀ ਇੱਕ ਲਾਈਨ ਇਹ ਵੀ ਆਈ ਹੈ ਨਾ ਕਿ काम पड़े हर सिमरिए ऐसा सिमरे नित, ਇਹ ਵੀ ਤਾਂ ਲਾਈਨ ਆਈ ਹੈ ਨਾ, ਲਾਈਨ। ਲੇਕਿਨ ਉਹ ਲਾਈਨਾਂ ਜਿਹੜੀਆਂ ਹਨ ਵੱਡੀਆਂ, ਜਿਹੜੀਆਂ ਹਰ ਇੱਕ ਲੈਵਲ ਦੇ ਅਨੁਭਵ ਹਨ ਨਾ ਵੀਰ ਜੀ। ਸੁਖਮਨੀ ਸਾਹਿਬ ਦੀ ਵਿੱਚ ਵੀ ਇਹ ਜਿਹੜੀਆਂ ਚਾਰ ਲਾਈਨ ਹਰ ਇੱਕ ਲੈਵਲ ਦੇ ਅਨੁਭਵ, ਹਾਂ ਵੀ ਲੈਣ ਵਾਸਤੇ ਵੀ ਉੱਥੋਂ ਹੀ ਜਾਓਗੇ, ਉਹਨੂੰ ਨਹੀਂ ਮਨਾ ਕੀਤਾ ਉਹਨਾਂ ਨੇ, ਪਰ ਬੰਦਾ ਪੂਰੀ ਉਮਰ ਇਹੀ ਕਰਦਾ ਰਹੇ, ਉਹ ਗੱਲ ਮਾੜੀ ਹੈ। ਇੱਥੇ ਇਹ ਨਹੀਂ ਕਿਹਾ ਕਿ ਨਾ ਲਵੋ ਚੀਜ਼ਾਂ, ਸਭ ਕੁਝ ਦੇਣ ਵਾਲਾ ਹੋਏ, ਜੋ ਆਪਣੇ ਠਾਕੁਰ ਤੋਂ ਮੰਗਦਾ ਮਿਲਦਾ ਉਹਨੂੰ ਸਭ ਕੁਝ, ਔਰ ਮੰਗੇਗਾ ਵੀ ਉੱਥੋਂ ਹੀ ਮੰਗੇਗਾ। ਇਹ ਮਾੜੀ ਗੱਲ ਨਹੀਂ ਹੈ। ਮਾੜੀ ਗੱਲ ਹੈ ਕਿ ਹੁਣ 90 ਸਾਲ ਦਾ ਹੋ ਗਿਆ ਤੇ ਹੁਣ ਵੀ ਉਹੀ ਮੰਗਦਾ ਪਿਆ, ਹੁਣ ਉਹਨੂੰ ਨਹੀਂ ਮੰਗਿਆ ਉਸਨੇ, ਉਹ ਮਾੜਾ ਹੈ ਵੀਰ ਜੀ। ਉਹਦੇ ਉੱਤੇ ਧਿਆਨ ਦੇਵੇ, ਉਹਦੇ ਕੋਲ ਮੰਗਣਾ ਮਾੜਾ ਨਹੀਂ, ਪਰ ਆਪਣੀਆਂ ਮੰਗਾਂ ਹੀ ਖਾਲੀ ਨਾ ਮੰਗੀ ਜਾਏ ਨਾ, ਉਹਨੂੰ ਵੀ ਤੇ ਮੰਗੇ ਨਾ, ਉਹਦੇ ਨਾਲ ਵੀ ਤੇ ਪਿਆਰ ਕਰੇ ਨਾ, ਆਪਣੀਆਂ ਮੰਗਾਂ ਹੀ ਨਾ ਉੱਤੇ ਫੋਕਸ ਕਰੇ ਨਾ, ਖਾਲੀ ਮੰਗ ਲਵੇ ਚੀਜ਼ਾਂ, ਮੰਗਣ ਉੱਥੋਂ ਹੀ ਮੰਗਣ ਜਾਏਗਾ, ਕਿੱਥੋਂ ਮੰਗਣ ਜਾਏਗਾ, ਪਰ ਇਤਨਾ ਖੁਦਗਰਜ਼ ਨਾ ਹੋਵੇ ਕਿ ਪੂਰੀ ਉਮਰ ਉਹ ਹੀ ਮੰਗਦਾ ਹੀ ਰਵੇ ਚੀਜ਼ਾਂ ਖਾਲੀ, ਤੇ ਉਹਨੂੰ ਮੰਗੇ ਹੀ ਨਾ। ਸੁਖਮਨੀ ਦੇ ਉਹਨਾਂ ਲਾਈਨਾਂ ਵਿੱਚ ਚਾਰ ਪਦਾਰਥ ਜੇ ਕੋ ਮੰਗੇ ਤੇ ਜੇ ਕੋ ਆਪਣੀ ਸੋਭਾ ਲੋੜੇ, ਜੇ ਕੋ ਜਨਮ ਮਰਨ ਤੇ ਡਰੇ, ਇਹਨਾਂ ਵਾਸਤੇ ਵੀ ਇਹ ਚੀਜ਼ਾਂ ਮਾੜੀਆਂ ਨਹੀਂ ਹੈ। ਪਰ ਲਾਸਟ ਲਾਈਨ ਕਿਹੜੀ ਹੈ? ਜਿਸ ਪ੍ਰਭ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਾਸਾ ਹੈ। ਪਰ ਜਿਸਨੂੰ ਉਸ ਪ੍ਰਭੂ ਦੇਖਣ ਦੀ ਇੱਛਾ ਪੈਦਾ ਹੋਈ ਹੈ, ਜਿਹਨੂੰ ਉਸ ਪ੍ਰਮਾਤਮਾ ਨੂੰ ਮਿਲਣ ਦੀ ਇੱਛਾ ਪੈਦਾ ਹੋਈ ਹੈ, ਨਾਨਕ ਉਹਨਾਂ ਤੋਂ ਬਲ ਬਲ ਜਾਂ ਨਾਨਕ ਉਹਨਾਂ ਤੋਂ ਬਲ ਬਲ ਨਹੀਂ ਜਾਂਦੇ ਜਿਹੜੇ ਚਾਰ ਪਦਾਰਥ ਮੰਗਣ ਆਉਂਦੇ ਹਨ। ਨਾਨਕ ਉਹਨਾਂ ਤੋਂ ਬਲ ਬਲ ਨਹੀਂ ਜਾਂਦੇ ਜਿਹੜੇ
ਜਿਹੜੇ ਆਪਣਾ ਦੁੱਖ ਮਿਟਾ, ਜੇ ਕੋ ਆਪਣਾ ਦੁੱਖ ਮਿਟਾਵੇ, ਜਿਹੜੀਆਂ ਪ੍ਰੋਬਲਮਸ ਘਰ ਆਈਆਂ ਤੇ ਦੌੜਦਾ ਜਾਏ ਹਮੇਸ਼ਾ। ਜਾਓ ਪ੍ਰੋਬਲਮ ਲੈ ਕੇ ਵੀ ਜਾਓ, ਇੱਕ ਸੈਕਿੰਡ ਵੀਰ ਜੀ, ਜਾਓ ਪ੍ਰੋਬਲਮ ਲੈ ਕੇ, ਆਪਣੀਆਂ ਪ੍ਰੋਬਲਮ ਲੈ ਕੇ ਜਾਣੀਆਂ, ਕਿੱਥੇ ਜਾਓਗੇ ਹੋਰ? ਪਰ ਸਿਰਫ ਪ੍ਰੋਬਲਮ ਨਾ ਲੈ ਕੇ ਜਾਓ, ਉਸ ਨੂੰ ਵੀ ਮੰਗੋ ਨਾਲ। ਸਿਰਫ ਹਮੇਸ਼ਾ ਆਪਣੀਆਂ ਦੁੱਖ ਦਰਦੀ ਨਾ ਲੈ ਕੇ ਜਾਓ, ਉਸ ਨੂੰ ਵੀ ਉਹ ਪ੍ਰੇਮਾ ਭਗਤੀ ਵਾਲਾ ਦਾਨ, ਉਹ ਨਾਮ ਦਾ ਦਾਨ ਵੀ ਨਾਲ ਮੰਗੋ। ਹਾਂਜੀ, ਅਰਦਾਸ ਵਿੱਚ ਕਿਤਨੇ ਦਾਨ ਹਨ, ਹੈ ਨਾ, ਵਿਸਾਹ ਦਾਨ, ਭਰੋਸਾ ਦਾਨ, ਵਿਵੇਕ ਦਾ ਦਾਨ, ਪਰ ਸਭ ਤੋਂ ਵੱਡਾ ਕਿਹੜਾ ਹੈ? दाना सिर दान है नाम दान। श्री अमृतसर साहब जी के दर्शन इशनान है। ये जड़ा वड्डे दान है नाम दा, ये भी ते मंगो ना नाल। ये क्यों नहीं मंगदे? इस वास्ते उस लाइन विच सुखमनी विच उन्हां दे बल बल जांदे हन जिहड़े परमात्मा नूं। एक गल मैं होर क्लैरिटी दस दियां बिफोर वीर जी स्पीक्स दो। ये ना समझियो कि जिहड़ा उहदा प्रेमा भगती मंगदा है ते उसनूं कुछ होर कुछ नहीं मिलदा। उसनूं ਉਹ ਪ੍ਰਮਾਤਮਾ ਸਿਰਫ ਪ੍ਰੇਮਾ ਭਗਤੀ ਦੇ ਦਿੰਦੇ ਤੇ ਫਿਰ ਉਹ ਗਰੀਬ ਹੋ ਜਾਂਦਾ ਜੀ ਬੜਾ। ਉਹਦੇ ਪੁੱਤਰ ਧੀਆਂ ਪੜ੍ਹਦੇ ਨਹੀਂ ਹਨ, ਜਾਂ ਉਹ ਤਰੱਕੀ ਨਹੀਂ ਕਰ ਪਾਉਂਦੇ, ਜਾਂ ਉਹਨਾਂ ਚ ਜ਼ਿੰਦਗੀ 'ਚ ਕੋਈ ਪ੍ਰੋਬਲਮ ਆ ਜਾਂਦੀ ਬੜੀ, ਫਿਰ ਉਹਨਾਂ ਨੂੰ ਸਿਰਫ ਪ੍ਰੇਮਾ ਭਗਤੀ ਮਿਲਦੀ ਹੈ, ਉਹ ਬਿਲਕੁਲ ਬਸ ਖਤਮ ਹੋ ਜਾਂਦੇ। ਦੈਟ ਇਜ਼ ਨਾਟ ਟਰੂ ਐਟ ਆਲ। ਯੂ ਨੋ, ਉਹ ਮਾਲਕ ਤਾਂ ਕਿ ਪਿੱਛੇ ਫਿਰੇ ਮਤ ਭੁੱਖਾ ਰਹਿ, ਮਨੇ ਕਿ ਉਹ ਭੁੱਖਾ ਨਾ ਕਿਧਰੇ ਰਹਿ ਜਾਏ, ਉਹਦੇ ਪਿੱਛੇ ਫਿਰਦਾ ਉਹਦੀ ਹਾਲਤ ਹੋ ਜਾਂਦੀ ਹੈ। ਉਹਨੂੰ ਸਭ ਕੁਝ ਮਿਲਦਾ ਹੈ ਉਸ ਬੰਦੇ ਨੂੰ। ਹਾਂਜੀ ਵੀਰ ਜੀ, ਕੁਝ ਕਹਿਣਾ ਚਾਹੁੰਦੇ ਸੀ ਤੁਸੀਂ? ਮੈਂ ਕਹਿਣਾ ਸੌਖੀ ਜੀ ਗੱਲ ਹੈ ਜੀ, ਦਤਾਰ ਨੂੰ ਹੀ ਮੰਨ ਲਓ, ਸਾਰਾ ਕੁਝ ਵਿੱਚ ਹੀ ਆ ਜਾਏਗਾ। ਬਿਲਕੁਲ, ਦਾਤਾ ਵਿੱਚ ਹੀ ਹੈ। ਬਿਲਕੁਲ, ਜਿਹੜਾ ਸੋਰਸ ਨੂੰ ਮੰਗੇਗਾ ਫਿਰ ਉਸ ਸੋਰਸ ਵਿੱਚ ਉਹ ਸੋਰਸ ਆ ਹੀ ਜਾਏਗੀ ਨਾ। ਜਿਹੜਾ ਜਿਸ ਚੀਜ਼ ਤੋਂ ਸਭ ਚੀਜ਼ਾਂ ਮਿਲਦੀਆਂ ਹਨ, ਅਗਰ ਉਹ ਸੋਰਸ ਤੁਹਾਡੇ ਕੋਲ ਹੈ ਤੇ ਫਿਰ ਉਹ ਸੋਰਸ ਦੇ ਵਿੱਚ ਸਾਰੀਆਂ ਚੀਜ਼ਾਂ ਦੀ ਮੁੱਲ ਉਹਦੇ ਵਿੱਚ ਪੈ ਜਾਂਦਾ ਉਹਦਾ। ਪਰ ਔਖਾ ਹੈ ਕਰਨਾ ਨਾ ਕੰਮ, ਆਪਣੇ ਮਨ ਨੂੰ ਸਮਝਾਉਣਾ ਇਸ ਵਾਸਤੇ ਇੰਪੋਰਟੈਂਟ ਹੈ। ਬਾਰ-ਬਾਰ ਬਾਣੀ ਪ੍ਰੇਰਦੀ ਹੈ ਇਸ ਚੀਜ਼ ਨੂੰ, ਬਾਣੀ ਬਾਰ-ਬਾਰ ਪ੍ਰੇਰਦੀ ਹੈ ਵੀ ਇਹ ਚੀਜ਼ਾਂ ਨਾ ਕਰੋ, ਇਹ ਚੀਜ਼ਾਂ ਕਰੋ, ਇਸ ਤਰ੍ਹਾਂ ਕਰੋ ਤੁਸੀਂ ਕੰਮ। ਕਿਸ ਤਰ੍ਹਾਂ ਕਰਨ ਨੂੰ ਅਸੀਂ ਸਫਲ ਹਾਂ, ਦੈਟ ਇਜ਼ ਡਿਫਰੈਂਟ। ਯੂ ਨੋ, ਉਹ ਡਿਪੈਂਡ ਕਰਦਾ ਤੁਹਾਡੀ ਰਿਲੇਸ਼ਨਸ਼ਿਪ ਗੁਰਬਾਣੀ ਨਾਲ ਕਿੰਨੀ ਸਟਰੋਂਗ ਹੈ। ਜਿਹੜੀ ਜਿਨ੍ਹਾਂ ਦੀ ਵਾਰਮਥ ਗੁਰਬਾਣੀ ਦੀ ਬਹੁਤ ਜ਼ਿਆਦਾ ਲਾਈਫ ਦੇ ਅੰਦਰ, ਉਹਨਾਂ ਨੂੰ ਇਹ ਚੀਜ਼ਾਂ ਜਲਦੀ ਸਮਝ ਆਉਂਦੀਆਂ ਹਨ, ਉਹਨਾਂ ਨੂੰ ਇਹ ਚੀਜ਼ਾਂ ਜਲਦੀਆਂ ਅੰਦਰ ਮਿਲਦੀਆਂ ਹਨ। ਜਿਨ੍ਹਾਂ ਦੀ ਲਾਈਫ ਵਿੱਚ ਗੁਰਬਾਣੀ ਦਾ ਸੰਬੰਧ ਸਿਰਫ ਸਰਫੇਸ ਲੈਵਲ ਦਾ ਹੈ, ਔਰ ਜਿਨ੍ਹਾਂ ਦੇ ਮਨ ਵਿੱਚ ਬੜੇ ਭ੍ਰਮ ਹਨ, ਬੜੇ ਡਾਊਟ ਹਨ, ਹਾਲੇ ਵੀ ਜਿਹੜੇ ਹਾਲੇ ਵੀ ਸਮਝਦੇ ਹਨ ਕਿ ਬਾਣੀ ਸ਼ਾਇਦ ਠੀਕ ਨਾ ਹੋਵੇ ਜੀ, ਇਹ ਨਹੀਂ ਪਤਾ ਲਿਖੀਆਂ ਹੋਈਆਂ ਜੀ, ਇਹ ਕੀ ਲਿਖਿਆ ਹੋਇਆ ਜੀ, ਇਹ ਕੋਈ ਸਮਝ ਨਹੀਂ ਆਉਂਦੀ ਜੀ ਗੱਲ ਹੈ, ਉਹਨਾਂ ਵਾਸਤੇ ਮੁਸ਼ਕਿਲ ਹੈ ਬੜੀ, ਜਿਨ੍ਹਾਂ ਦੀ ਨਿਸ਼ਠਾ ਨਹੀਂ ਹੈ ਹਾਲੇ ਵੀ ਪੂਰੀ। ਹਾਂਜੀ, any questions though? I think I'm going to, if nobody has any questions, I'm going to end the class in a minute or two. Anybody has any questions, any comments on these two padas of this thing though? I'll remember to bring the Shabad. Bhavraj will remind me also. I'm going to discuss that Shabad and the Sakhi at Jagannath Puri Gunadi Najiri, jisa Surya Prakash vich te janam sakhiyan jisa likhi mildi hai. ਵੀਰ ਜੀ, ਸ਼ਬਦ is ਡਰ ਘਰ ਡਰ ਜਾਏ, ਸੋ ਡਰ ਕਿਹਾ ਜਿਤ ਡਰ ਪਾਏ। ਤੇ ਅਗਰ ਕਾਊਂਟ ਕਰੋਗੇ ਇਸ ਡਰ ਨੂੰ ਤੇ ਉਸ ਸ਼ਬਦ ਵਿੱਚ ਡਰ, I don't know ਕਿਤਨੀ ਵਾਰੀ ਡਰ ਵਰਡ ਆਇਆ, if you count it probably several times ਡਰ ਵਰਡ ਆਇਆ ਹੈ ਉੱਥੇ। ਔਰ ਇੱਕ ਹੋਰ ਖੂਬਸੂਰਤੀ ਦੀ ਗੱਲ ਇਹ ਹੈ ਕਿ ਉਸ ਡਰ ਵਾਲੇ ਸ਼ਬਦ ਵਿੱਚ ਡਰ ਦੇ ਡਿਫਰੈਂਟ ਸਪੈਲਿੰਗਸ ਆਏ ਹਨ ਹਰ ਜਗ੍ਹਾ। ਕਿੱਥੇ ਡਰ ਦੇ ਰਾਰੇ ਨੂੰ ਔਕੜ ਹੈ, ਕਿੱਥੇ ਨਹੀਂ ਹੈ, ਕਿੱਥੇ ਰਸਿਆੜੀ ਹੈ। ਤੇ ਫੀਅਰ ਦੇ ਕਨਸੈਪਟ ਨੂੰ ਫਰਦਰ ਡਿਫਾਈਨ ਕੀਤਾ ਉਸ ਸ਼ਬਦ ਵਿੱਚ। ਯੂ ਨੋ, ਤੇ ਇਸ ਘਰ ਵਿੱਚ ਪਿਓ ਦਾਦੇ ਦਾ ਬਹੁਤ ਵੱਡਾ ਖਜ਼ਾਨਾ ਹੈ। ਇਹ ਅਨਫੋਰਚੂਨੇਟ ਹੈ ਕਿ ਅਸੀਂ ਇਤਨਾ ਵੱਡਾ ਟ੍ਰੈਜਰ ਲੈ ਕੇ ਵੀ ਆਪਣੇ ਆਪ ਨੂੰ ਬਹੁਤ ਗਰੀਬ ਸਮਝਿਆ ਹੋਇਆ ਹੈ ਬੜਾ। ਦੈਟ ਇਜ਼ ਡਿਫਰੈਂਟ ਇਸ਼ੂ ਹੈ। ਲੇਕਿਨ ਹਰ ਚੀਜ਼ ਦਾ ਜਵਾਬ, ਹਰ ਚੀਜ਼ ਦੇ ਉੱਤੇ ਡਿਸਕਸ਼ਨ, ਹਰ ਪਹਿਲੂ ਦੇ ਉੱਤੇ ਡਿਸਕਸ਼ਨ ਹੈ। ਹਾਂਜੀ, ਤੇ ਮੇਰੀ ਇਹੀ ਹੈ ਕਿ ਇਨਕਰੇਜਮੈਂਟ ਮਿਲੇ ਸਾਰਿਆਂ ਨੂੰ। ਔਰ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਲੋਕ ਹੁਣ ਕਿਤਾਬਾਂ ਤੇ somebody said please post the shabad on the WhatsApp group. Bhavraj, ਤੁਸੀਂ ਕਰ ਦੇਣਾ ਜੇ ਤੁਹਾਨੂੰ ਮਿਲ ਜਾਏ ਤੇ, if you know. Yes, ਵੀਰ ਜੀ, I'll just do it. ਤੇ we will discuss that shabad next time. I hope I remember now. ਤੇ I will discuss the Sakhi also, and we will prove that point ਜਿਹੜੇ ਸੰਸਕ੍ਰਿਤ ਸ਼ਲੋਕਾਂ ਜਿਹੜੇ ਧਾਇਨ ਤੇ ਗੋਪਾਲ ਕੀਰਤਨ, ਇਹ ਸਿਰਫ ਹੁੰਦਾ ਨਹੀਂ, ਹੋਇਆ ਹੈ ਇਹ ਗੱਲ। ਇਹ ਕੀਰਤਨ ਦੇ ਵਿੱਚ, ਇਹ ਸੰਗੀਤ ਵਿੱਚ ਬਹੁਤ ਵੱਡੀ ਇੱਕ ਤਾਕਤ ਹੈ, ਬਹੁਤ ਵੱਡੀ।
ਜਿਹੜੀ ਇਹ ਰੱਖਦੀ ਹੈ, ਜਿਹੜੇ ਸਿੱਖਦੇ ਹਨ ਕੀਰਤਨ ਉਹਨਾਂ ਨੂੰ ਪਤਾ ਹੈ। ਉਸ ਦਿਨ ਮੇਰੇ ਵੀਰ ਜੀ ਨੂੰ ਪੜ੍ਹਾਉਂਦਾ ਪਿਆ ਸੀ, ਚਰਨਜੀਤ ਵੀਰ ਜੀ ਨੂੰ, he's there listening to me right now। ਵੀ ਤੁਸੀਂ ਕਿਉਂ ਨਹੀਂ ਸ਼ੇਅਰ ਕਰਦੇ ਸੰਗੀਤ ਦੇ ਬਾਰੇ? ਤੁਸੀਂ ਲਾਸਟ 6 months ਤੁਹਾਨੂੰ ਇੰਟਰੈਕਸ਼ਨ ਹੋਈ ਹੈ, ਸ਼ੇਅਰ ਯੋਰ ਵਰਡਸ, ਯੂ ਨੋ what you told me, let everybody hear that ਕਿ ਸੰਗੀਤ ਦਾ ਜਾਦੂ ਬਾਣੀ ਨੂੰ ਕੀ ਕਰਦਾ ਹੈ ਵੀਰ ਜੀ। you say it in your own। ਮੇਰੇ ਮੂੰਹ ਤੇ ਕਹਿਣਗੇ ਜੀ he is like a broken record, you know, let somebody else speak for a change। ਹਾਂਜੀ ਤੁਸੀਂ ਦੱਸੋ ਵੀਰ ਜੀ। So Virji, the thing is that, you know, all my life, you know, we've actually heard in a kirtan, but in the last 6-8 months, what we have learned and what we have actually been through, the experience has been completely different. It has, you know, it has absolutely opened the eyes. It actually sort of, you know, it's a direct way to actually connect. And it has been a complete sort of a revelation for us. So we can't sort of thank you enough on that. No, मेरा thank you नहीं है। मैं just wanted to have somebody else other than me, because मैं तो ये गल बार-बार कहनी है कि मैं ढीठ हाँ वीर जी। सो मैं तो मतलब कि ढीठां विचों ढीठ, मतलब कि मैनू याद है कि एक बारी गुरुद्वारे हुणे कोरोना वायरस तो कोई 4 महीने पुरानी 5 महीने गल होनी है, नवंबर की गल होनी है किधरे, ते कोई मैं क्लास ਦੇ ਵਿਚਕਾਰ ਕਿਧਰੇ ਬ੍ਰੇਕ ਸੀ ਤੇ ਮੈਂ ਰੈਸਟਰੂਮ ਗਿਆ ਤੇ ਪਾਣੀ ਪਿਆਸ ਲੱਗੀ ਤੇ ਲੰਗਰ ਹਾਲ ਸਾਹਮਣੇ ਹੈ ਤੇ ਮੈਂ ਪਾਣੀ ਪੀਣ ਗਿਆ ਤੇ ਆਈ ਮੈਟ ਸਮਬਡੀ देयर। तो ਪੜਾਉਂਦਿਆਂ ਤੇ ਕਾਫੀ ਟਾਈਮ ਹੋ ਗਿਆ ਤੇ ਜੈਂਟਲਮੈਨ ਵਾਕਸ ਅਪ ਟੂ ਮੀ, ਕਹਿੰਦੇ ਤੁਸੀਂ ਉਹ ਤੇ ਨਹੀਂ ਹੋ ਜਿਹੜੇ ਲੈਂਕਰਸ਼ਮ ਗੁਰਦੁਆਰੇ ਅੱਜ ਤੋਂ 20-22 ਸਾਲ ਪਹਿਲੇ ਪੜਾਉਂਦੇ ਸੀ ਗੁਰਬਾਣੀ, ਕਿਧਰੇ ਮੈਨੂੰ ਲੱਗਦਾ ਤੁਹਾਡੀ ਸ਼ਕਲ। ਮੈਂ ਕਿਹਾ ਹਾਂ ਮੈਂ ਉਹੀ ਹਾਂ। ਉਹ ਕਹਿੰਦੇ ਯਾਰ ਤੁਸੀਂ ਹੁਣ ਵੀ ਉਹੀ ਕਰਦੇ ਪਏ ਹੋ? ਮੈਂ ਕਿਹਾ ਹਾਂ। ਕਹਿੰਦਾ ਉਹ ਤਾਂ ਬੋਰ ਨਹੀਂ ਹੋਏ ਯਾਰ ਹੁਣ ਤੱਕ? ਇਤਨੇ ਸਾਲ ਹੋ ਗਏ ਕਰਦਿਆਂ ਹੁਣ ਤੱਕ। ਤਾਂ ਉਹ ਕਈਆਂ ਫਿਰ ਉਹ ਢੀਠ ਬੰਦਾ ਜਦੋਂ ਹੋ ਜਾਂਦਾ ਤੇ ਫਿਰ ਉਹ ਢੀਠ ਹੋ ਜਾਂਦਾ, ਯੂ ਨੋ। ਬਟ ਸਮਟਾਈਮਸ it's good to hear from people who have seen the changes, you know। And I'm also going to put one more thing though on this thing, then remind me, मैं actually ਭਵਰਾਜ ਨੂੰ ਵੀ ਭੇਜਣੀ ਸੀ ਹੈ। ਮੈਂ ਗੁਰਮਤ ਮਾਰਤੰਡ ਤੋਂ ਇੱਕ ਅਡਾਪਟ ਕੀਤਾ ਹੋਇਆ ਇੱਕ ਸੈਲਫ एनालिसिस ਦਾ ਟੂਲ ਵੀ ਭੇਜਣਾ ਤੁਹਾਨੂੰ, ਔਰ ਮੈਂ ਪੋਸਟ ਕਰਾਂਗਾ WhatsApp ਗਰੁੱਪ ਦੇ ਉੱਤੇ। ਤੇ ਮੈਨੂੰ ਨਾ ਦੱਸਿਓ ਉਹਦਾ ਰਿਜ਼ਲਟ, ਆਈ ਐਮ ਨਾਟ ਇੰਟਰਸਟਿਡ। ਤੁਸੀਂ ਉਹ ਟੈਸਟ ਆਪ ਲਿਓ ਟੈਸਟ, ਹਾਂਜੀ। ਤੇ ਮੈਨੂੰ ਖਾਲੀ ਇਤਨਾ ਦੱਸ ਦੇਣਾ, ਜੇ ਮੈਨੂੰ ਪ੍ਰਾਈਵੇਟਲੀ ਮੈਸੇਜ ਕਰ ਦੇਣਾ, ਗਰੁੱਪ ਦੇ ਥਰੂ ਨਾ ਕਰਨਾ ਜੇ ਤੁਹਾਨੂੰ ਸ਼ਰਮ ਆਉਂਦੀ ਹੈ ਤੇ, ਕਿ ਹਾਂਜੀ ਵੀਰ ਜੀ ਮੈਂ ਲਿੱਤਾ ਟੈਸਟ ਤੇ ਮਾਈ ਰਿਜ਼ਲਟਸ ਆਰ ਕਮਿੰਗ ਆਊਟ ਗੁੱਡ, ਯੂ ਨੋ। ਜਿਸ ਡਾਕਟਰ ਕੋਲ ਰਿਜ਼ਲਟ ਕਰਾਉਣ ਜਾਂਦਾ ਫਿਜ਼ੀਕਲ, ਯੂ ਨੋ, ਤੇ ਉਹ ਬੰਦਾ ਫਿਰ ਦੇਖਦਾ ਯਾਰ ਉਹ ਸਭ ਕੁਝ ਠੀਕ ਆ ਰਿਹਾ, ਕੋਲੈਸਟਰੋਲ ਠੀਕ ਹੈ ਇਹਦਾ, ਫਲਾਣੀ ਚੀਜ਼ ਠੀਕ ਹੈ, ਉਹ ਠੀਕ ਜਗ੍ਹਾ ਠੀਕ ਹੈ, ਹਾਂਜੀ ਵੀਰ ਜੀ। ਫਿਰ ਉਹ ਗੁੱਸਾ ਨਹੀਂ ਕਰਦਾ ਡਾਕਟਰ, ਫਿਰ ਕਹਿੰਦਾ ਜੀ ਠੀਕ ਹੋ ਰਿਹਾ ਸਾਰਾ ਕੁਝ। ਨਹੀਂ ਤੇ ਫਿਰ ਝਿੜਕਾਂ ਪੈਂਦੀਆਂ ਵੀ ਇਹ ਦੇਖੋ ਜੀ ਇਹ ਫਲਾਣੀ ਚੀਜ਼ਾਂ ਖਾਂਦੇ ਪਿਓ, ਤੁਹਾਡਾ ਇਹ ਠੀਕ ਨਹੀਂ ਹੈ, ਉਹ ਠੀਕ ਨਹੀਂ ਹੈ, ਠੀਕ ਕਰੋ ਆਪਣੇ ਆਪ ਨੂੰ, ਹਾਂਜੀ। ਤੇ ਵੀਰ ਜੀ ਉਸੇ ਤਰ੍ਹਾਂ ਸਪਿਰਿਚੁਅਲ ਲੈਵਲ ਦਾ ਵੀ ਆਪਣੀ ਐਨਾਲਿਸਿਸ ਹੈ। ਮੈਂ ਤੁਹਾਨੂੰ ਭੇਜਾਂਗਾ, ਤੁਹਾਨੂੰ ਉਹ ਜ਼ਰੂਰ ਤੁਸੀਂ ਆਪਣਾ ਲਿਓ ਜ਼ਰੂਰ। ਕਿ ਮੈਨੂੰ ਹੁਣ ਸੁਰਿੰਦਰ ਦੀ ਕਲਾਸ ਅਟੈਂਡ ਕਰਦਿਆਂ 4 ਮਹੀਨੇ ਹੋ ਗਏ, 3 ਮਹੀਨੇ ਹੋ ਗਏ, 5 ਮਹੀਨੇ ਹੋ ਗਏ, ਜਿੰਨੇ ਮਹੀਨੇ ਮਰਜ਼ੀ ਹੋ ਗਏ, ਤੇ ਮੇਰੇ ਤੇ ਕੋਈ ਅਸਰ ਹੋਇਆ ਕੋਈ ਇਸ ਗੱਲ ਦਾ? ਕੋਈ ਹਾਂਜੀ। ਮੇਰਾ ਗੁੱਸਾ ਘਟਿਆ ਪਹਿਲੇ ਨਾਲੋਂ? ਮੇਰੀ ਕੋਈ ਸਟ੍ਰੈਸ ਘਟੀ ਹੈ ਪਹਿਲੇ ਨਾਲੋਂ? ਮੇਰੇ ਨਾਲ ਕੋਈ ਪ੍ਰਮਾਤਮਾ ਜ਼ਿਆਦਾ ਵਾਰੀ ਯਾਦ ਆਉਂਦਾ ਹੁਣ ਪਹਿਲੇ ਨਾਲੋਂ? ਮੈਂ ਕਿਸੇ ਨੂੰ ਹੁਣ ਮੈਨੂੰ ਕਿਸੇ ਨੂੰ ਅਪਸ਼ਗਨ ਕਹਿਣਾ ਖਰਾਬ ਲੱਗਦਾ ਹੈ? I can't hurt somebody's feeling anymore that easily now. Earlier it used to be different, now I cannot. ਕਿ ਮੇਰੀਆਂ ਮਟੀਰੀਅਲ ਪੋਜੀਸ਼ਨ ਦੀ ਤਰਫ ਥੋੜਾ ਇੰਟਰਸਟ ਘਟ ਗਿਆ, ਹੁਣ ਇਸ ਤਰਫ ਜ਼ਿਆਦਾ ਇੰਟਰਸਟ ਵੱਧ ਗਿਆ। ਹੁਣ ਕੀ ਬਦਲਾਵ ਆਇਆ ਮੇਰੇ ਚ? ਔਰ ਮੈਨੂੰ ਨਾ ਦੱਸਣਾ। if you tell me that's fine, and if you tell me privately that's fine, all you gotta say is Virji my results are coming out good, you know, which I'm very happy with it. And I don't need, अगर ਤੁਹਾਡੇ ਨਹੀਂ ਆ ਰਹੇ ਠੀਕ ਰਿਜ਼ਲਟਸ ਵਾਪਸ ਉਹਦੇ, ਤੇ ਫਿਰ ਜਿਸ ਤਰ੍ਹਾਂ ਡਾਕਟਰ ਸਲਾਹ ਦਿੰਦੇ ਨੇ ਕਿ ਆਪਣੀ ਖੁਰਾਕ ਨੂੰ ਬਦਲੋ ਜਾਂ ਐਕਸਰਸਾਈਜ਼ ਕਰੋ ਜਾਂ whatever, not that I do it, you know, but ਫਿਰ ਤੁਸੀਂ ਵੀ ਉਸ ਸਪਿਰਿਚੁਅਲੀ ਆਪਣੀ ਖੁਰਾਕ ਨੂੰ ਬਦਲਣਾ ਪਏਗਾ। ਫਿਰ ਤੁਹਾਨੂੰ ਦੇਖਣਾ ਪਏਗਾ ਵੀ ਇਹ ਯਾਰ ਇਹ ਕੀ ਹੋ ਰਿਹਾ ਯਾਰ। ਮੈਂ ਗੁਰਦੁਆਰਾ ਵੀ ਗੁਰੂ ਨਾਨਕ ਚਮਤਕਾਰ ਵੀ ਕਲਾਸ ਵੀ ਅਟੈਂਡ ਕਰਦਾ ਪਿਆ, ਯੂ ਨੋ, ਉੱਥੇ ਵੀ ਥਰਸਡੇ ਤੇ ਜਾਣਾ, ਸੰਡੇ ਵੀ ਜਾਣਾ, ਮੈਂ ਜਾਂਦੀ ਹਾਂ ਗੁਰਦੁਆਰੇ, ਪਾਠ ਵੀ ਕਰਦਾ ਮੈਂ, ਇਹ ਵੀ ਕਲਾਸ ਵੀ ਅਟੈਂਡ ਕਰਦੀ ਪਈ ਹਾਂ, ਤੇ ਮੇਰੇ ਤੇ ਕੋਈ ਬਦਲਾਵ ਹੀ ਨਹੀਂ ਆ ਰਿਹਾ ਕਿਧਰੇ, ਕੁਝ ਚੇਂਜਸ ਹੀ ਨਹੀਂ ਆ ਰਹੀਆਂ ਅੰਦਰ। ਫਿਰ ਬਹੁਤ ਮਾੜਾ ਕੰਮ ਹੈ ਜੇ ਨਹੀਂ ਹੋ ਰਿਹਾ ਤੇ then you have to step
aside and really focus ਵੀ ਕੀ ਹੋ ਰਿਹਾ ਮੇਰੇ ਨਾਲ ਹੈ, ਇਹ ਕੀ ਪਾਣਾ ਵਰਤ ਰਿਹਾ ਮੇਰੇ ਨਾਲ, ਕੀ maybe what I'm hearing, I'm just hearing for the sake of hearing, then I'm just doing kirtan for the sake of doing kirtan. Maybe ਮੇਰੀ ਰਿਲੇਸ਼ਨਸ਼ਿਪ ਸਿਰਫ ਨੋਟਸ ਤੇ ਰਹਿ ਗਈ ਹੈ, ਸਿਰਫ ਤਾਲ ਤੇ ਰਹਿ ਗਈ ਹੈ ਮੇਰੀ। ਮੈਂ ਪੜ੍ਹਿਆ, ਮੈਂ ਇਹ ਮੰਗੋ ਦਾਨ ਠਾਕੁਰ ਨਾਮ ਜਿਹੜਾ ਸ਼ਬਦ ਜਿਹੜਾ ਹੈ, ਇਹ ਮੈਂ ਬਲੀਵ ਨਹੀਂ ਕਰਦਾ ਇਸ ਚੀਜ਼ ਵਿੱਚ, ਮੰਗੋ ਦਾਨ ਠਾਕੁਰ ਨਾਮ ਕਿ ਅਵਰ ਕਿਛ ਮੇਰੇ ਸੰਗ ਨਾ ਚੱਲੇ, ਮਿਲੇ ਕਿਰਪਾ ਗੁਣ ਗਾਮ, ਇਹ ਮੈਂ ਖਾਲੀ ਗਾ ਰਿਹਾ ਟੋਟੀ ਚ ਬਸ। not that I care about what it says, not that care about what it means, ਮੈਂ ਮੇਰਾ ਕੰਮ ਹੈ, ਮੈਨੂੰ ਦਿੱਤੇ ਜੀ ਟੋਡੀ ਵਿੱਚ ਹੈ, ਝਪ ਤਾਲ ਹੈ, 10 ਮਾਤਰਾ ਦੀ ਰੀਤ ਹੈ, ਨੂੰ ਸਿੱਖ ਜਾਓ। ਇਹ ਸ਼ਬਦ ਦਾ ਕੀ ਭਾਵ, ਉਹਦੇ ਨਾਲ ਮੇਰਾ ਕੀ ਮਤਲਬ ਹੈ, I just need to sing it, ਔਰ ਅੱਜ ਕੱਲ ਜਿਸ ਤਰ੍ਹਾਂ ਨਵਾਂ ਰਿਵਾਜ ਹੁਣ which I'm not going to say much, ਕਈ ਕੀਰਤਨ ਸਿੱਖਣ ਆਉਂਦੇ ਨੇ ਸਿਰਫ ਪ੍ਰਾਈਜ਼ ਲੈਣ ਵਾਸਤੇ, ਕਈ ਸਿੱਖਣ ਆਉਂਦੇ ਨੇ ਕੀਰਤਨ ਸਿਰਫ ਅੱਗੇ ਵੀ ਸੋਹਣੇ ਲੱਗਣ, ਹਾਂਜੀ ਅੱਗੇ ਬੈਠ ਕੇ ਕੀਰਤਨ ਕਰਦੇ ਪਏ ਆ, ਬੜੇ ਜੀ ਗੁਰਦੁਆਰੇ ਲੋਕ ਵਾਹ ਵਾਹ ਕਰਨ, ਦੇਖੋ ਜੀ ਕਿੰਨਾ ਸੋਹਣੀ ਆਵਾਜ਼ ਹੈ ਇਹਨਾਂ ਦੀ, ਤੇ ਉਹਦਾ ਕੋਈ ਮਤਲਬ ਨਹੀਂ ਹੈ ਉਹਦੇ ਨਾਲ। ਉਹ ਹਮਾਰੀ ਪਿਆਰੀ ਅੰਮ੍ਰਿਤਧਾਰੀ ਗਾ ਰਿਹਾ ਹੈ, ਲੇਕਿਨ ਉਹਨੂੰ ਕਦੀ ਹਮਾਰੀ ਪਿਆਰੀ ਅੰਮ੍ਰਿਤਧਾਰੀ ਲੱਗੀ ਨਹੀਂ, ਉਸਨੂੰ ਕਦੀ ਉਹਨੂੰ ਕਦੀ ਮਹਿਸੂਸ ਨਹੀਂ ਹੋਇਆ ਹਮਾਰੀ ਪਿਆਰੀ ਅੰਮ੍ਰਿਤਧਾਰੀ, ਉਹ ਖਾਲੀ ਮੂੰਹ ਬੋਲਦਾ ਪਿਆ ਹਮਾਰੀ ਪਿਆਰੀ ਅੰਮ੍ਰਿਤਧਾਰੀ। ਸੰਤ ਸਿੰਘ ਮਸਕੀਨ ਜੀ ਇੱਕ ਕਥਾ ਸੁਣਾਉਂਦੇ ਸਨ, ਮੈਂ ਸ਼ੇਅਰ ਕਰਕੇ ਬੰਦ ਕਰਾਂ ਆਪਣੀ ਗੱਲ। ਕਹਿੰਦੇ ਨੇ ਇੱਕ ਵਾਰੀ ਇੱਕ ਜੰਗਲ 'ਚ ਗਿਆ ਇੱਕ ਬੰਦਾ, ਤੇ ਉਹ ਇੱਕ ਪ੍ਰੋਫੈਸ਼ਨ ਹੈ ਲੋਕਾਂ ਦਾ ਕਿ ਉਹ ਚਿੜੀਆਂ ਨੂੰ ਪਕੜ ਕੇ ਚਿੜੀਆਂ ਨੂੰ ਵੇਚਦੇ ਨੇ ਲੋਕ, ਜਿਹੜੇ ਉਹ ਕਈ ਦਾ ਪ੍ਰੋਫੈਸ਼ਨ ਹੁੰਦਾ, ਉਹ ਪਿੰਜਰੇ 'ਚ ਬੰਦ ਕਰ ਲੈਂਦੇ ਨੇ, ਤੇ ਤੋਤਿਆਂ ਨੂੰ ਲੈ ਕੇ ਤੋਤੇ, ਤੇ ਇੱਕ ਜੰਗਲ 'ਚ ਗਿਆ ਤੇ ਬੜੇ ਤੋਤੇ ਸਨ ਉੱਥੇ, ਤੇ ਉਹ ਤੋਤੇ ਬੜੇ ਸਿਆਣੇ ਸਨ, ਤੇ ਤੋਤਿਆਂ ਦਾ ਗਰੁੱਪ, ਉਹ ਰੋਜ਼ ਤੋਤੇ ਦੇਖਣ, ਯਾਰ ਇਹ ਬੰਦਾ ਆਂਦਾ ਤੇ ਕੋਈ ਚੀਜ਼ ਜਾਂ ਕੁਝ ਰੱਖਦਾ, ਖਾਣ ਦੀ ਚੀਜ਼ ਤੇ ਰੱਖਦਾ, ਤੇ ਅਸੀਂ ਜਾਂਦੇ ਅੰਦਰ ਤੇ ਪਿੰਜਰਾ ਬੰਦ ਕਰ ਲੈਂਦਾ, ਇਹ ਬੜਾ ਸਿਆਣਾ, ਅਸੀਂ ਕਰਨਾ ਨਹੀਂ। ਇੱਕ ਤੋਤਾ ਬੜਾ ਸਿਆਣਾ ਸੀ ਉਹਨਾਂ ਵਿੱਚੋਂ, ਆਊਟ ਆਫ ਦੋਜ਼ ਹੰਡਰਡਸ ਆਫ ਤੋਤਾਸ, ਤੋਤੇ ਦੀ ਐਗਜ਼ਾਮਪਲ ਤਾਂ ਮੈਂ ਲਿੱਤੀ ਹੈ ਕਿਉਂਕਿ ਉਹ ਫਾਲੋਅਰ ਹੁੰਦੇ ਨੇ, ਉਹ ਸੋਚਦੇ ਨਹੀਂ ਵੀ ਕੀ ਕਰੇ, ਉਹ they just say it, they don't know what they're saying। तो एक बड़ा तोता सियाना सी, उन्होंने बड़ा समझाया उस तोते ने छोटे तोतियां नूं भी देखो ये बंदा हर रोज आंदा है, ये एक छोटी जी रोटी रखदा उत्ते, ते इस लालच च आके ਅਸੀਂ पकड़े ਜਾਂਦੇ ਹਾਂ हमेशा। ਅਸੀਂ ਸਿਆਣੇ, we have to know who we are, we cannot just get sucked into this thing every day he does the same thing and we get sucked into this cannot happen to us anymore। तो उन्होंने मीटिंग की थी तोतियां ने अपनी, तो तोतियां ਦੀ मीटिंग ਜੇ डिसाइड ਹੋਇਆ कि as soon as the guy is in vision, दो ਜਦੋਂ ਰੱਖਣਾ ਸ਼ੁਰੂ, ਅਸੀਂ ਸਾਰੇ ਇਕੱਠੇ ਬੋਲਣਾ ਸ਼ੁਰੂ ਕਰਾਂਗੇ, ਇਹ ਸ਼ਿਕਾਰੀ ਆਇਆ ਹੈ, ਇਸਨੇ ਮਾਰ ਰੱਖੀ ਹੈ, ਪਰ ਅਸੀਂ ਨਹੀਂ ਜਾਣਾ ਇਹਦੇ ਅੰਦਰ, and we all will sing loud ਜਦੋਂ ਕਹਿਣਾ, ਤਾਂ ਕਿ ਸਭ ਨੂੰ ਇਹ ਚੇਤਾ ਰਵੇ ਇਸ ਗੱਲ ਦਾ। ਉਹੀ ਹੋਇਆ, ਉਹ ਤੋਤਾ ਉਹ ਆਇਆ ਬੰਦਾ ਸ਼ਿਕਾਰੀ, ਭਾਈ ਸੰਤ ਸਿੰਘ ਮਸਕੀਨ ਜੀ ਬੜੇ ਪਿਆਰ ਨਾਲ ਕਥਾ ਸੁਣਾਉਂਦੇ, ਮੈਨੂੰ ਯਾਦ ਆ ਅੱਜ ਤੱਕ ਉਹਨਾਂ ਦੀ। ਤੇ ਉਹ ਕਹਿੰਦੇ ਨੇ ਜੋ ਆਇਆ, ਉਹ ਜਦੋਂ ਉਹਨੇ ਪਿੰਜਰਾ ਰੱਖਿਆ, ਉਹਨੇ ਉਹ ਸਾਰੇ ਤੋਤੇ ਗਾਣਾ ਸ਼ੁਰੂ ਕਰਤਾ, ਉਹ ਸ਼ਿਕਾਰੀ ਆਏਗਾ, ਉਹ ਫਲਾਣੀ ਚੀਜ਼ ਰੱਖੇਗਾ, ਉਹ ਅਸੀਂ ਨਹੀਂ ਜੇ ਜਾਣਾ, ਉਹ ਸ਼ਿਕਾਰੀ ਆਏਗਾ, ਉਹ ਫਲਾਣੀ ਚੀਜ਼ ਰੱਖੇਗਾ, ਪਰ ਅਸੀਂ ਨਹੀਂ ਜੇ ਜਾਣਾ। ਤੇ ਉਹ ਸ਼ਿਕਾਰੀ ਜਿਹੜਾ ਸੀ ਉਹ ਬੜਾ ਫਿਕਰ ਪੈ ਗਿਆ, ਯਾਰ ਇਹ ਤੇ ਸਿਆਣੇ ਹੋ ਗਏ ਨੇ ਬੜੇ। ਫਿਰ ਥੋੜੀ ਦੇਰ ਬਾਅਦ ਦੇਖਦਾ ਹੈ ਕਿ ਇੱਕ ਤੋਤਾ ਆ ਰਿਹਾ, ਉਹ ਗਾਣਾ ਆਂਦਾ ਪਿਆ ਕਿ ਇੱਕ ਸ਼ਿਕਾਰੀ ਆਏਗਾ, ਉਹ ਰੱਖੇਗਾ, ਪਰ ਅਸੀਂ ਨਹੀਂ ਜਾਣਾ। ਉਹ ਗਾ ਰਿਹਾ ਬਟ ਸਟਿਲ ਵਾਕਿੰਗ ਟੁਵਰਡਸ ਦ ਸੇਮ ਥਿੰਗ। He's singing it, he's saying it, but he's still doing the same। और फिर वो गा रहे नाल नाल, and then he goes into the पिंजरा and he's still singing the same thing कि शिकारी आएगा, वो दाना पाएगा, पर ऐसी नहीं जे जाना। लेकिन but they're coming, they're singing, they're doing exactly the same scenario। उन्हें समझ लो कि जे साढ़े नाल भी हो रहा है ना अगर, then it's utter useless है वाली discussion, I tell you। ये तुसी reflect करो ਇਹਦੇ ਉੱਤੇ ਹੁਣ ਆਪ, ਤੇ ਜੇ reflection नहीं है अंदर, जे कुछ बदलाव नहीं आ रहा अंदर, तो फिर बहुत मुश्किल है, फिर कोई फायदा नहीं हो रहा इस दवाई का। बेकार मेडिसिन किसी काम दी नहीं आती पई, फिर दवाई का फायदा होना चाहिए। जे अरदास करोगे, जे चीज़ां मनोगे, तो दवाई का फायदा होएगा। I'm going to end the class now. If anybody has any, I just want to share that story. I thought I'll have a little laugh on that one. Surendra ji, the activity what you were talking, na, Khan Singh Nabharan di jehdi book ki tusi ਗੱਲ ਕਰ ਰਹੇ ਹੋ ਗੁਰਮਤ ਮਾਰਤਨ ਤੇ, so we have it here, you remember you? Yeah, can you take a picture of that and put it there? This is a 2-page thing.
a lot of things to it, you know. yeah. Oh, ਮੈਂ ਅੰਗਿਆ ਇਹ ਅੰਗਦ ਰਾਂ ਦੀ ਉਸ ਗੁਰਬਾਣੀ ਦੇ ਤਰੀਕੇ ਵਿੱਚ ਉਹਨਾਂ ਨੇ ਜੋ ਜਿਹੜੀ ਬਣਾਈ ਸੀ ਨਾ, I still we have a copy of that. ਉਹ ਤੁਸੀਂ ਤਾਂ ਪਿਕਚਰ ਖਿੱਚ ਕੇ ਪਾ ਦੇਣਾ ਦੇ let everybody and you again don't get embarrassed if the results are wrong. ਹਾਂਜੀ, ਕਈ ਵਾਰੀ ਡਾਕਟਰ ਕੋਲ ਬੰਦਾ ਜਾਂਦਾ ਪਰ ਇੱਥੇ ਤਾਂ ਕੋਈ ਡਾਕਟਰ ਤੁਹਾਡਾ ਵੈਦ ਉੱਤੇ ਬੈਠਾ ਉਹਨੂੰ ਪਤਾ ਹੈ ਕੀ ਹੋ ਰਿਹਾ ਹੈ ਜੀ। ਮੈਨੂੰ ਮੇਰੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਸ਼ੇਅਰ ਕਰ ਲੈਣਾ, ਜੇ ਨੈਗੇਟਿਵ ਰਿਜ਼ਲਟ ਆਏ ਹਨ ਤਾਂ ਵੀ ਸ਼ੇਅਰ ਕਰ ਸਕਦੇ ਹੋ ਤੇ ਜੇ ਚੰਗੇ ਰਿਜ਼ਲਟ ਆਏ ਹਨ ਤਾਂ ਵੀ ਸ਼ੇਅਰ ਕਰ ਸਕਦੇ ਹੋ ਮੇਰੇ ਨਾਲ। ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ ਵੀ ਕਿਹੜੇ ਏਰੀਆਜ਼ ਵਿੱਚ ਨੈਗੇਟਿਵ ਹੈ। ਔਰ ਇੱਕ ਗੱਲ ਹੋਰ ਯਾਦ ਰੱਖਣਾ, ਇਹਦੇ ਜਿਹੜੇ ਪੋਜ਼ਿਟਿਵ ਰਿਜ਼ਲਟ ਜਿਹੜੇ ਹਨ ਜਿਹੜੇ ਇਹ ਨਹੀਂ ਹੈ ਕਿ ਗੁੱਸਾ ਬਿਲਕੁਲ ਜ਼ੀਰੋ ਤੇ ਆਣਾ, ਉਹ ਪੋਜ਼ਿਟਿਵ ਨਹੀਂ ਹੈ। ਪੋਜ਼ਿਟਿਵ ਹੈ ਮੇਰਾ ਗੁੱਸਾ ਲੈਵਲ 9 ਤੇ ਸੀ ਹੁਣ 7 ਤੇ ਆ ਗਿਆ, that's what the positive ਹੈ। ਹਾਂਜੀ, ਮੇਰਾ ਪਹਿਲੇ ਭ੍ਰਮ ਲੈਵਲ 8 ਤੇ ਸੀ ਹੁਣ 6 ਤੇ ਆ ਗਿਆ। ਪਹਿਲੇ ਵਿਰਾਗ ਆਂਦਾ ਹੀ ਨਹੀਂ ਸੀ ਕਦੀ, ਹੁਣ ਆ ਗਿਆ। ਪਹਿਲੇ ਸੇਵਾ ਕਰਨ ਦਾ ਮਨ ਕਰਦਾ ਹੀ ਨਹੀਂ ਸੀ ਬਿਲਕੁਲ, ਹੁਣ ਥੋੜੀ ਬਹੁਤ ਕਰਦਾ ਹੈ। Those are positive things. Even if it's the needle moves by 1 point, it's positive. ਹਾਂਜੀ, ਬਾਈ ਤੇ ਬਾਕੀ ਤੇ ਫਿਰ ਕਈ ਜਨਮ ਵਿਛੜੇ you know, yeah. So ਕਈ ਜਨਮ ਵਿਛੜੇ ਥੇ ਮਾਧੋ ਵਾਲੀ ਅਵਸਥਾ ਹੈ, ਉਹ ਤੇ ਇਤਨੀ ਜਲਦੀ ਥੋੜੀ ਨਾ ਦੂਰ ਹੋਏਗੀ। ਹਾਂਜੀ ਹਾਂਜੀ, anything else ਜੀ? Okay ji, hopefully everybody enjoyed the class. You will see everybody next Sunday. Thank you so much, Veerji. Thank you. No, It was really good. Learned so much.